Yes, please. Let us start. Good morning, everyone. Good morning. Good morning. Good morning. Good morning. Let's start. Today we will discuss NAFSILA examination, paper number 1, Punjab Land Revenue Act 1887. आपने अपनी बुक्स निकालो जी. पंजाब लैंड रेवेन्यू एक्ट 1887, सेक्शन 122. Section 122. Delivery of possession of the property allotted on the partition. ਜਦੋਂ ਨਕਸ਼ਾ ਆੜਾ ਬਣ ਗਿਆ, ਨਕਸ਼ਾ ਈਡੀ ਬਣ ਗਿਆ ਤੇ ਸੈਕਸ਼ਨ 121 ਦੇ ਤਹਿਤ ਤੁਸੀਂ ਜਦੋਂ ਸਨਦ ਜਾਰੀ ਕਰ ਦਿੱਤੀ, ਸਨਦ ਜਾਰੀ ਹੋਣ ਤੋਂ ਬਾਅਦ ਸਨਦ ਦੀ ਡੇਟ ਤੋਂ ਬਾਅਦ 3 ਮਹੀਨੇ ਦੇ 3 ਸਾਲ ਦੇ ਅੰਦਰ ਅੰਦਰ ਜਿਹੜੀ ਪਾਰਟੀ ਕੋਈ ਪੋਜੈਸ਼ਨ ਜਿਹਨੇ ਪਾਰਟੀਸ਼ਨ ਦਾ ਐਪਲੀਕੇਸ਼ਨ ਫਾਈਲ ਕੀਤੀ ਸੀਗੀ, ਔਨ ਦਾ ਐਪਲੀਕੇਸ਼ਨ ਵਿਦਿਨ 3 ਇਅਰਸ ਆਫ ਦਾ ਪਾਰਟੀ ਤੁਸੀਂ ਜਿਹੜੀ ਪੋਜੈਸ਼ਨ ਦੀ ਕਾਰਵਾਈ ਕਰੋਗੇ, ਕਬਜ਼ਾ ਕਾਰਵਾਈ ਕੀਤੀ ਜਾਂਦੀ ਹੈ। ਇੰਸਟਰੂਮੈਂਟ ਆਫ ਪਾਰਟੀਸ਼ਨ ਨੂੰ ਜਿਹੜੀ ਇਫੈਕਟ ਕੀਤਾ ਜਾਂਦਾ ਹੈਗਾ ਕਿਸੇ ਪਾਰਟੀ ਦੇ ਦੇਅਰ ਆਫ ਅਗੇਂਸਟ ਦਾ ਅਦਰ ਪਾਰਟੀ, ਦੂਜੀਆਂ ਪਾਰਟੀਆਂ ਦੇ ਖਿਲਾਫ ਜਿਨ੍ਹਾਂ ਦੇ ਕੋਲੇ ਕਬਜ਼ਾ ਵਗੈਰਾ ਹੈਗਾ ਦੂਜੀਆਂ ਪਾਰਟੀਆਂ ਦੇ ਕੋਲੇ, ਜਿਸ ਪਾਰਟੀ ਨੇ ਪੋਜੀਸ਼ਨ ਆਪਣਾ ਪਾਰਟੀਸ਼ਨ ਕਰਵਾਈ ਹੈਗੀ ਆ, ਉਸ ਨੂੰ ਤੁਸੀਂ ਜਿਹੜਾ ਹੈਗਾ ਵਾਰੰਟ ਆਫ ਪੋਜੈਸ਼ਨ ਜਾਰੀ ਕਰਕੇ ਜਿਹੜਾ ਕਬਜ਼ੇ ਦੀ ਕਾਰਵਾਈ ਕਰੋਗੇ, ਇਹਨੂੰ ਪਾਰਟੀ ਨੂੰ ਕਬਜ਼ਾ ਦਿਵਾਓਗੇ। ਇਹ 3 ਸਾਲ ਦਾ ਸਮਾਂ ਹੁੰਦਾ ਹੈ। 3 ਸਾਲ ਦੇ ਅੰਦਰ ਅੰਦਰ ਜਿਹੜੀ ਪਾਰਟੀ ਕੋਈ ਵੀ ਹੈਗੀ ਹੈ, ਉਹ ਜਿਹਨੂੰ ਮਤਲਬ ਕਿ ਕੋਈ ਟੱਕ ਅਲਾਟ ਕੀਤਾ ਗਿਆ ਹੈ, ਜਿਹਨੇ ਪਾਰਟੀਸ਼ਨ ਕਰਵਾਈ ਹੈ, 3 ਸਾਲ ਦੇ ਅੰਦਰ ਅੰਦਰ ਤੁਹਾਡੇ ਕੋਲ ਐਪਲੀਕੇਸ਼ਨ ਦੇ ਸਕਦੀ ਹੈ। 3 ਸਾਲ ਦੇ ਅੰਦਰ ਅੰਦਰ ਤੁਸੀਂ ਪਾਰਟੀਸ਼ਨ ਦੀ ਸਨਦ ਦੀ ਡੇਟ ਤੋਂ ਬਾਅਦ 3 ਸਾਲ ਦੇ ਅੰਦਰ ਸਰ ਬੁੱਕ ਕਿਹੜੀ ਹੈ ਜੀ? ਲੇਟ ਆਈ ਹਾਂ ਜੀ। ਓਕੇ, ਪੰਜਾਬ ਲੈਂਡ ਰੈਵਨਿਊ ਐਕਟ 1887, ਪੇਪਰ ਨੰਬਰ 1, ਸੈਕਸ਼ਨ 122। ਠੀਕ ਹੈ। ਸੈਕਸ਼ਨ 122 ਦੁਬਾਰਾ ਸੁਣ ਲਓ ਕੀ ਕਹਿੰਦਾ ਹੈ। ਸੈਕਸ਼ਨ 122 ਦੇ ਵਿੱਚ ਸੈਕਸ਼ਨ 121 ਦੇ ਤਹਿਤ ਅਸੀਂ ਸਨਦ ਜਾਰੀ ਕਰਦੇ ਹਾਂ। ਸਨਦ ਜਾਰੀ ਜਦੋਂ ਹੋ ਗਈ, ਸਨਦ ਦੇ ਵਿੱਚ ਕੀ ਹੈਗਾ, ਅਲੱਗ-ਅਲੱਗ ਪਾਰਟੀਆਂ ਦੇ ਅਲੱਗ-ਅਲੱਗ ਜਿਹੜੇ ਹੈਗੇ ਨੰਬਰ ਅਲਾਟ ਹੋ ਜਾਂਦੇ ਨੇ। ਉਹ ਨੰਬਰ ਜਦੋਂ ਅਲਾਟ ਹੋ ਜਾਂਦੇ ਨੇ, ਉਹਨਾਂ ਦੇ ਟੱਕ ਬਣਾਉਣ ਦੀ ਖਾਤਰ ਵਾਰੰਟ ਕਬਜ਼ਾ ਜਾਰੀ ਕੀਤਾ ਜਾਂਦਾ ਹੈ। ਜਦੋਂ ਸਨਦ ਜਾਰੀ ਹੋ ਗਈ, ਸਨਦ ਜਾਰੀ ਹੋਣ ਦੀ ਤਰੀਕ ਤੋਂ ਲੈ ਕੇ 3 ਸਾਲ ਦੇ ਅੰਦਰ ਅੰਦਰ ਜਿਹੜੀ ਵੀ ਕੋਈ ਕੰਸਰਨਡ ਪਾਰਟੀ ਹੁੰਦੀ ਹੈ, ਜਿਹਨੇ ਪਾਰਟੀਸ਼ਨ ਕਰਵਾਈ ਹੁੰਦੀ ਹੈ, ਉਹ ਪਾਰਟੀ ਕਬਜ਼ਾ ਲੈਣ ਦੀ ਖਾਤਰ ਤਹਿਸੀਲਦਾਰ ਦੀ ਐਪਲੀਕੇਸ਼ਨ ਦੇਵੇਗੀ। ਤਹਿਸੀਲਦਾਰ ਵੱਲੋਂ ਵਾਰੰਟ ਆਫ ਪੋਜੈਸ਼ਨ ਜਾਰੀ ਕੀਤਾ ਜਾਵੇਗਾ। ਵਾਰੰਟ ਆਫ ਪੋਜੈਸ਼ਨ ਨੂੰ ਐਗਜ਼ੀਕਿਊਟ ਕਰਨ ਦੀ ਖਾਤਰ ਕਾਨੂੰਗੋ ਹਲਕਾ ਪਟਵਾਰੀ ਹਲਕਾ ਮੌਕੇ ਤੇ ਜਾ ਕੇ ਉਸ ਪਾਰਟੀ ਨੂੰ ਜਿਹੜੇ ਨੰਬਰ ਅਲਾਟ ਹੋਏ ਹੁੰਦੇ ਨੇ, ਉਹਦਾ ਜਿਹੜਾ ਹੈਗਾ ਕਬਜ਼ਾ ਦਿਵਾਉਂਦੇ ਨੇ। ਨੈਕਸਟ ਹੈਗਾ ਸੈਕਸ਼ਨ 123। ਅਫਰਮੇਸ਼ਨ ਆਫ ਪਾਰਟੀਸ਼ਨ ਪ੍ਰਾਈਵੇਟਲੀ ਅਫੈਕਟਡ। ਦੇਖੋ, ਪਾਰਟੀਸ਼ਨ ਦੇ 2-3 ਤਰੀਕੇ ਹੈਗੇ ਆ। ਤੁਸੀਂ ਗ੍ਰੀਨ ਬੁੱਕ, ਜਿਹੜੀ ਗ੍ਰੀਨ ਬੁੱਕ ਮੇਰੇ ਵਾਲੀ ਹੈਗੀ ਆ, ਉਹ ਪੜ੍ਹ ਕੇ ਦੇਖੋਗੇ। ਪਾਰਟੀਸ਼ਨ 3 ਤਰੀਕੇ ਦੀ ਹੁੰਦੀ ਹੈ। ਇੱਕ ਤਾਂ ਪਾਰਟੀਸ਼ਨ ਬਾਈ ਦਾ ਰੈਵਨਿਊ ਆਫੀਸਰਸ, ਦੂਜੀ ਆ ਸੈਕਸ਼ਨ 123 ਦੇ ਅੰਦਰ ਹੈਗੀ ਹੈ ਅਫਰਮੇਸ਼ਨ ਆਫ ਪਾਰਟੀਸ਼ਨ ਪ੍ਰਾਈਵੇਟਲੀ ਅਫੈਕਟਡ। ਪ੍ਰਾਈਵੇਟਲੀ ਤੌਰ ਤੇ ਪਾਰਟੀਆਂ ਨੇ ਆਪਸੀ ਪਾਰਟੀਸ਼ਨ ਕਰ ਲਈ, ਪਰ ਫਿਰ ਵੀ ਉਹ ਜਿਹੜਾ ਹੈਗਾ ਉਹਦੀ ਕਾਰਵਾਈ ਰੈਵਨਿਊ ਆਫੀਸਰ ਦੁਆਰਾ ਕਰਾਉਣਾ ਚਾਹੁੰਦੇ ਨੇ, ਸਨਦ ਜਾਰੀ ਕਰਵਾਉਣਾ ਚਾਹੁੰਦੇ ਨੇ। ਦੂਜਾ ਤਰੀਕਾ ਇਹ ਹੈ। ਇਹਦੇ ਵਿੱਚ ਕੀ ਹੈਗਾ, ਇਸ ਜਿਹੜੀ 123 ਸੈਕਸ਼ਨ ਹੈਗੀ ਹੈ, ਇਹਦੇ ਵਿੱਚ ਰੈਵਨਿਊ ਆਫੀਸਰ ਵੱਲੋਂ ਕੋਈ ਨਕਸ਼ਾ ਆੜਾ ਨਹੀਂ ਬਣਾਇਆ ਗਿਆ, ਕੋਈ ਨਕਸ਼ਾ ਈਡੀ ਨਹੀਂ ਬਣਾਇਆ ਗਿਆ, ਮੋਡ ਆਫ ਪਾਰਟੀਸ਼ਨ ਨਹੀਂ ਬਣਾਇਆ ਗਿਆ, ਕੋਈ ਤਰੀਕਾ ਤਕਸੀਮ ਪ੍ਰਪੇਅਰ ਨਹੀਂ ਕੀਤਾ ਗਿਆ। ਠੀਕ ਹੈ, ਕਿਸੇ ਕੁਐਸਚਨ ਆਫ ਟਾਈਟਲ ਦਾ ਡਿਸਾਈਡ ਨਹੀਂ ਕੀਤਾ ਗਿਆ। ਸਿਰਫ ਜਦੋਂ ਪਾਰਟੀਆਂ ਨੇ ਪ੍ਰਾਈਵੇਟਲੀ ਤੌਰ ਤੇ ਆਪਣੀ ਐਗਰੀਮੈਂਟ ਕਰ ਲਿਆ ਵੀ ਸਾਨੂੰ ਇਹ ਜਿਹੜੇ ਨੰਬਰ ਹੈਗੇ ਆ ਅਸੀਂ ਆਪਸ ਦੇ ਵਿੱਚ ਵੰਡ ਲਏ ਹੈਗੇ ਨੇ, ਤੇ ਸਾਡੀ ਜਿਹੜੀ ਇਹ ਪਾਰਟੀਸ਼ਨ ਹੈਗੀ ਇਸ ਨੂੰ ਸਨਦ ਦੇ ਰੂਪ 'ਚ ਜਾਰੀ ਕੀਤਾ ਜਾਵੇ, ਤਾਂ ਰੈਵਨਿਊ ਆਫੀਸਰ ਵੱਲੋਂ ਸੈਕਸ਼ਨ 119, 120, 121, 122 ਦੇ ਤਹਿਤ ਜਿਹੜੀ ਹੈਗੀ ਕਾਰਵਾਈ ਕੀਤੀਆਂ ਜਾਂਦੀਆਂ ਨੇ। ਸੈਕਸ਼ਨ ਜਿਹੜੀ 17, 117, 118 ਜਿਹਦੇ ਵਿੱਚ ਮੋਡ ਆਫ ਪਾਰਟੀਸ਼ਨ ਹੁੰਦਾ ਵਗੈਰਾ ਵਗੈਰਾ, ਉਹ ਅਪਲਾਈ ਨਹੀਂ ਹੁੰਦੇ ਇੱਥੇ। ਸਿਰਫ ਜਿਹੜੀ ਪ੍ਰਾਪਰਟੀ ਸਾਂਝੀ ਛੱਡੀ ਗਈ ਹੈ ਉਹਨੂੰ ਕੌਣ ਮੇਨਟੇਨ ਕਰੇਗਾ, ਠੀਕ ਹੈ, ਸਨਦ ਜਾਰੀ ਕੀਤੀ ਜਾਂਦੀ ਹੈ। ਸਨਦ ਜਾਰੀ ਕਰਨ ਤੋਂ ਬਾਅਦ ਜਿਹੜਾ ਹੈਗਾ ਕਬਜ਼ਾ ਕਾਰਵਾਈ ਵਾਰੰਟ ਜਾਰੀ ਕੀਤਾ ਜਾਂਦਾ ਹੈਗਾ। ਇਹ ਜਿਹੜੀ ਪ੍ਰੋਸੈਸ ਹੈਗਾ। ਦੂਜਾ ਕਿ ਥਰਡ ਪ੍ਰੋਸੈਸ ਕੀ ਹੈਗਾ, ਜਦੋਂ ਪਾਰਟੀਸ਼ਨ ਦਾ ਤੀਜਾ ਪ੍ਰੋਸੈਸ ਕੀ ਹੈ, ਉਹ ਹੈਗਾ ਜਦੋਂ ਪਾਰਟੀਆਂ ਨੇ ਆਪਸ ਦੇ ਵਿੱਚ ਕੋਈ ਐਗਰੀਮੈਂਟ ਕਰ ਲਿਆ ਪਾਰਟੀਸ਼ਨ ਦਾ, ਉਹ ਡਾਇਰੈਕਟਲੀ ਪਟਵਾਰੀ ਹਲਕਾ ਕੋਲ ਜਾ ਕੇ ਇੰਤਕਾਲ ਦਰਜ ਕਰਵਾਉਂਦੀਆਂ ਨੇ, ਤੇ ਰੈਵਨਿਊ ਆਫੀਸਰ ਕਾਨੂੰਗੋ ਹਲਕਾ ਉਹਨੂੰ ਚੈੱਕ ਕਰਦਾ ਹੈਗਾ ਐਜ਼ ਪਰ ਦਾ ਐਗਰੀਮੈਂਟ ਵੀ ਨੰਬਰ ਜਿਹੜੇ ਨੰਬਰ ਖਸਰਾ ਨੇ ਅਲਾਟ ਕੀਤੇ ਗਏ ਪ੍ਰੋਪਰ ਨੇ, ਠੀਕ ਨੇ, ਸਨਦ ਆਪਣੇ ਜਿਹੜੇ ਤਤੀਮੇ ਵਗੈਰਾ ਨੇ ਪ੍ਰੋਪਰ ਕੱਟੇ ਗਏ ਨੇ, ਟੱਕ ਪ੍ਰੋਪਰ ਬਣਾਏ ਗਏ ਨੇ, ਰਸਤੇ ਵਗੈਰਾ ਛੱਡੇ ਗਏ ਨੇ, ਠੀਕ ਹੈ, ਤੇ ਤਹਿਸੀਲਦਾਰ ਪਾਰਟੀਆਂ ਨੂੰ ਸੁਣ ਕੇ ਜਿਹੜਾ ਹੈਗਾ ਉਹ ਇੰਤਕਾਲ ਮਨਜ਼ੂਰ ਕਰ ਦਿੰਦਾ। ਇਸ ਤਰੀਕੇ
ਆਪਾਂ ਦੇਖਦੇ ਹਾਂ ਵੀ ਜਿਹੜੀਆਂ ਪਾਰਟੀਸ਼ਨਸ ਹੈਗੀ ਆ ਉਹ ਤਿੰਨ ਤਰ੍ਹਾਂ ਦੀ ਹੁੰਦੀ ਹੈਗੀ ਆ। ਨੈਕਸਟ ਸੈਕਸ਼ਨ 124 ਪਾਵਰ ਟੂ ਮੇਕ ਰੂਲਸ ਐਜ਼ ਟੂ ਦਾ ਕਾਸਟ ਆਫ ਦਾ ਪਾਰਟੀਸ਼ਨਸ। ਪਾਰਟੀਸ਼ਨ ਦੇ ਜਿਹੜੇ ਖਰਚੇ ਵਗੈਰਾ ਪੈਂਦੇ ਹੈਗੇ ਆ ਉਹਦੇ ਸੰਬੰਧੀ ਜਿਹੜੇ ਰੂਲ ਬਣਾਏ ਜਾਂਦੇ ਨੇ FCR ਕੋਲ ਪਾਵਰਸ ਹੁੰਦੀਆਂ ਨੇ। ਨੈਕਸਟ ਹੈਗਾ ਸੈਕਸ਼ਨ 125 ਰੀਡਿਸਟ੍ਰੀਬਿਊਸ਼ਨ ਆਫ ਦਾ ਲੈਂਡ ਅਕੋਰਡਿੰਗ ਟੂ ਦਾ ਕਸਟਮ। ਕਿਤੇ ਰੀਤੀ ਰਿਵਾਜ ਹੁੰਦੇ ਆ, ਕਿਤੇ ਕਸਟਮ ਹੁੰਦਾ ਵੀ ਕੁਝ ਸਾਲ ਦੇ ਲਈ 1 ਸਾਲ ਲਈ 2 ਸਾਲ ਲਈ 3 ਸਾਲ ਲਈ ਇਹ ਕੋਈ ਲੈਂਡ ਹੈਗੀ ਹੈ ਕਿ ਇੱਕ ਪਾਰਟੀ ਨੇ ਵਾਹਣੀ ਹੈਗੀ ਹੈ, ਫਿਰ ਅਗਲੇ 2 ਸਾਲਾਂ ਲਈ ਦੂਜੀ ਪਾਰਟੀ ਨੇ ਵਾਹਣੀ, ਅਗਲੇ 2 ਸਾਲਾਂ ਲਈ ਤੀਜੀ ਪਾਰਟੀ ਨੇ ਵਾਹਣੀ ਹੈ। ਇਦਾਂ ਦੇ ਕੋਈ ਕਸਟਮਸ ਕਿਸੇ ਥਾਂ ਤੇ ਹੋ ਸਕਦੇ ਹੈ, ਪਰ ਮੈਂ ਆਪਣੇ ਇੱਥੇ ਨਹੀਂ ਇਦਾਂ ਦੀ ਕੋਈ ਕਾਰਵਾਈ ਹੈਗੀ ਹੈ। ਉਸ ਕਸਟਮ ਦੇ ਅਕੋਰਡਿੰਗ ਜਿਹੜਾ ਕਬਜ਼ਾ ਕਾਰਵਾਈ ਹੈਗੀ ਆ ਉਹ ਜਿਹੜਾ ਰਕਬਾ ਹੈਗਾ, ਜਿਵੇਂ A B C 3 ਪਾਰਟੀਆਂ ਹੈਗੀਆਂ ਨੇ, ਇੱਕ ਪਾਰਟੀ A ਵਾਹੇਗੀ ਕੁਛ ਰਕਬੇ ਨੂੰ 2 ਸਾਲ ਦੇ ਲਈ, ਫਿਰ ਦੂਜੀ ਸਾਲ ਲਈ 2 ਸਾਲ ਲਈ B ਪਾਰਟੀ ਵਾਹੇਗੀ, ਤੀਜੇ ਸਾਲ ਲਈ C ਪਾਰਟੀ ਵਾਹੇਗੀ। ਉਹਦੇ ਜਿਹੜੇ ਕਬਜ਼ੇ ਹੈਗੇ ਆ ਉਹ ਚੇਂਜ ਹੁੰਦੇ ਰਹਿੰਦੇ ਆ ਕਸਟਮ ਦੇ ਮੁਤਾਬਕ, ਰੀਤੀ ਰਿਵਾਜਾਂ ਦੇ ਮੁਤਾਬਕ। ਇਸ ਤਰੀਕੇ ਇਹਦੇ ਵਿੱਚ ਕਿਹਾ ਗਿਆ ਵੀ ਰੀਡਿਸਟ੍ਰੀਬਿਊਸ਼ਨ ਆਫ ਦਾ ਲੈਂਡ ਅਕੋਰਡਿੰਗ ਟੂ ਦਾ ਕਸਟਮ। ਜਦੋਂ ਕੋਈ ਇਦਾਂ ਦੀ ਕਾਰਵਾਈ ਜੇ ਤਾਂ ਪਾਰਟੀਆਂ ਆਪਸ ਦੇ ਵਿੱਚ ਹੀ ਆਪਣੇ ਆਪ ਹੀ ਕਬਜ਼ੇ ਟ੍ਰਾਂਸਫਰ ਕਰ ਲੈਣ ਤਾਂ ਠੀਕ ਹੈ, ਨਹੀਂ ਤਾਂ ਫਿਰ ਉਹ ਕੋਈ ਵੀ ਪਾਰਟੀ ਜਿਹੜੀ ਕੰਸਰਨ ਹੈਗੀ ਐਪਲੀਕੇਸ਼ਨ ਦੇ ਸਕਦੀ ਹੈ ਤਹਿਸੀਲਦਾਰ ਤੇ ਆ ਕੇ। ਰੈਵਨਿਊ ਆਫੀਸਰਸ ਉਹ ਕਸਟਮ ਦੇ ਮੁਤਾਬਕ ਆਨ ਦਾ ਐਪਲੀਕੇਸ਼ਨ ਆਫ ਐਨੀ ਆਫ ਦਾ ਲੈਂਡ ਓਨਰਸ ਇਨਫੋਰਸ ਦਾ ਰੀਡਿਸਟ੍ਰੀਬਿਊਸ਼ਨ ਆਫ ਦਾ ਅਕੋਰਡਿੰਗ ਟੂ ਦਾ ਕਸਟਮ ਦੇ ਮੁਤਾਬਕ ਉਹਦੀ ਜਿਹੜੀ ਰੀਡਿਸਟ੍ਰੀਬਿਊਟ ਕਰ ਸਕਦੇ, ਯਾਨੀ ਕਿ ਕਬਜ਼ੇ ਤਬਦੀਲ ਕਰ ਸਕਦਾ ਉਹਨਾਂ ਤੇ। ਇਹ ਸੈਕਸ਼ਨ 125 ਹੈਗਾ। ਨੈਕਸਟ ਹੈ ਸੈਕਸ਼ਨ 126 ਆਫੀਸਰਸ ਹੂ ਮੇ ਬੀ ਇੰਪਾਵਰਡ ਟੂ ਐਕਟ ਅੰਡਰ ਦਿਸ ਕਸਟਮ ਚੈਪਟਰ। ਇਹ ਜਿਹੜਾ ਚੈਪਟਰ ਸਾਡਾ ਹੈਗਾ, ਇਸ ਚੈਪਟਰ ਦੇ ਵਿੱਚ ਕੀ ਹੈਗਾ ਵੀ ਕਿਹੜਾ ਆਫੀਸਰ ਕਿਸ ਪਾਵਰ ਦੇ ਤਹਿਤ ਜਿਹੜਾ ਹੈਗਾ ਕਾਰਵਾਈਆਂ ਕਰਦਾ, ਯਾਨੀ ਕਿ ਪਾਰਟੀਸ਼ਨ ਦੀਆਂ ਜਿਹੜੀਆਂ ਪਾਵਰਸ ਹੈਗੀਆਂ ਨੇ ਉਹ ਕਿਹਾ ਗਿਆ ਵੀ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੇ ਕੋਲੇ ਪਾਵਰਸ ਹੁੰਦੀਆਂ ਨੇ ਪਾਰਟੀਸ਼ਨ ਅਫੈਕਟ ਕਰਨ ਦੀਆਂ। 126 ਦੇ ਵਿੱਚ ਇੰਨੀ ਕਿਹਾ ਗਿਆ ਵੀ AC ਫਸਟ ਗ੍ਰੇਡ ਜਿਹੜਾ ਹੈਗਾ ਤਕਸੀਮ ਦੀ ਕਾਰਵਾਈ ਕਰਦਾ ਹੈਗਾ, ਜਿਵੇਂ ਕਿ ਤਹਿਸੀਲਦਾਰ ਨੂੰ ਤੇ ਨਾਇਬ ਤਹਿਸੀਲਦਾਰ ਨੂੰ ਜਿਹੜੀਆਂ ਪਾਵਰਾਂ ਦਿੱਤੀਆਂ ਗਈਆਂ ਨੇ ਪਾਰਟੀਸ਼ਨ ਦੀ ਜਿਹੜੀ ਕਾਰਵਾਈ ਕਰਨ ਦੀ। ਅਦਰਵਾਈਜ਼ ਅਸੀਂ ਜਿਹੜੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਹੁੰਦੇ ਨੇ ਅਸਿਸਟੈਂਟ ਕਲੈਕਟਰ ਸੈਕੰਡ ਗ੍ਰੇਡ ਹੁੰਦੇ ਨੇ, ਪਰ ਸਪੈਸ਼ਲੀ ਫਾਰ ਦਾ ਪਾਰਟੀਸ਼ਨ ਕੇਸਸ ਜਿਹੜੀਆਂ ਪਾਵਰਸ ਦਿੱਤੀਆਂ ਜਾਂਦੀਆਂ ਨੇ ਇਹ ਫਸਟ ਗ੍ਰੇਡ ਦੀਆਂ ਪਾਵਰ ਦਿੱਤੀਆਂ ਜਾਂਦੀਆਂ। ਨੈਕਸਟ ਚੈਪਟਰ ਹੈਗਾ ਵੈਰੀ ਇੰਪੋਰਟੈਂਟ ਹੈ, ਚੈਪਟਰ ਨੰਬਰ 10 ਆਰਬਿਟ੍ਰੇਸ਼ਨ। ਆਰਬਿਟ੍ਰੇਸ਼ਨ ਕੀ ਹੁੰਦੀ ਹੈ? ਸਿੰਪਲ ਜੀ ਗੱਲ ਕਰ ਲਈਏ, ਜਦੋਂ ਕਿਸੇ ਰੈਵਨਿਊ ਆਫੀਸਰ ਦੀ ਕੋਰਟ ਦੇ ਵਿੱਚ ਕੋਈ ਮੁਕੱਦਮਾ ਚੱਲਦਾ, ਕੋਈ ਕੇਸ ਚੱਲਦਾ ਹੋਵੇ, ਠੀਕ ਹੈ, ਉਸ ਕੇਸ ਦੇ ਵਿੱਚ ਕਿਸੇ ਪੁਆਇੰਟ ਆਫ ਨੂੰ ਲੈ ਕੇ, ਕਿਸੇ ਡਿਸਪਿਊਟ ਨੂੰ ਲੈ ਕੇ ਰੈਵਨਿਊ ਆਫੀਸਰ ਵੱਲੋਂ ਜਿਹੜਾ ਮਸਲਾ ਹੈਗਾ ਉਹ ਆਰਬਿਟ੍ਰੇਸ਼ਨ ਕੋਲੇ ਭੇਜ ਦਿੱਤਾ ਜਾਂਦਾ ਹੈ, ਰੈਫਰ ਕਰ ਦਿੱਤਾ ਜਾਂਦਾ ਹੈ। ਆਰਬਿਟ੍ਰੇਸ਼ਨ ਪਾਰਟੀ ਨੂੰ ਸੁਣ ਕੇ ਆਪਣੇ ਵੱਲੋਂ ਫਿਰ ਅਵਾਰਡ ਸੁਣਾਈ ਜਾਂਦੀ ਹੈ ਆਰਬਿਟ੍ਰੇਸ਼ਨ ਵੱਲੋਂ। ਉਸ ਅਵਾਰਡ ਦੇ ਮੁਤਾਬਕ ਜਿਹੜਾ ਫਾਈਨਲ ਫੈਸਲਾ ਕਰ ਦਿੱਤਾ ਜਾਂਦਾ ਹੈ। ਆਰਬਿਟ੍ਰੇਸ਼ਨ ਦੇ ਸੰਬੰਧੀ ਕੀ ਕਾਰਵਾਈਆਂ ਨੇ ਉਹ ਇਸ ਜਿਹੜਾ ਚੈਪਟਰ ਦੇ ਦੀ ਜਾਂਦੀਆਂ ਨੇ। ਸੈਕਸ਼ਨ 127 ਕੀ ਕਹਿੰਦਾ? ਪਾਵਰ ਟੂ ਰੈਫਰ ਟੂ ਦਾ ਆਰਬਿਟ੍ਰੇਸ਼ਨ। ਰੈਵਨਿਊ ਆਫੀਸਰ ਕੋਲੇ ਵਿਦ ਦਾ ਕੰਸੈਂਟ ਆਫ ਦਾ ਪਾਰਟੀਜ਼ ਕੋਈ ਵੀ ਜਿਹੜਾ ਡਿਸਪਿਊਟ ਹੈਗਾ ਉਹ ਰੈਫਰ ਕੀਤਾ ਜਾ ਸਕਦਾ ਹੈ ਆਰਬਿਟ੍ਰੇਸ਼ਨ ਵੱਲੋਂ। ਆਰਬਿਟ੍ਰੇਸ਼ਨ ਅਵਾਰਡ ਸੁਣਾਈ ਜਾਂਦੀ ਹੈ, ਫਿਰ ਉਸ ਆਰਬਿਟ੍ਰੇਸ਼ਨ ਅਵਾਰਡ ਨੂੰ ਫਿਰ ਦੁਬਾਰਾ ਰੀਕਨਸੀਡਰ ਕੀਤਾ ਜਾਂਦਾ ਰੈਵਨਿਊ ਦੀ ਕੋਰਟ ਦੇ ਵਿੱਚ ਪਾਰਟੀਆਂ ਦੀ ਹਾਜ਼ਰੀ ਦੇ ਵਿੱਚ। ਜੋ ਆਰਬਿਟ੍ਰੇਸ਼ਨ ਜਿਹੜੀ ਅਵਾਰਡ ਹੈਗੀ ਸਹੀ ਹੈਗੀ ਹੈ ਜਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ, ਫਿਰ ਉਹਦੇ ਮੁਤਾਬਕ ਜਿਹੜਾ ਕੇਸ ਚੱਲ ਰਿਹਾ ਹੁੰਦਾ ਹੈ ਉਸ ਦਾ ਫੈਸਲਾ ਹੋ ਜਾਂਦਾ, ਕਰ ਦਿੱਤਾ ਜਾਂਦਾ ਰੈਵਨਿਊ ਆਫੀਸਰ ਵੱਲੋਂ। ਇੱਥੇ ਕਿਹਾ ਗਿਆ 127 ਦੇ ਵਿੱਚ ਰੈਵਨਿਊ ਆਫੀਸਰ ਕੋਲੇ ਪਾਵਰ ਹੈਗੀ ਹੈ ਵੀ ਵਿਦ ਦਾ ਕੰਸੈਂਟ ਆਫ ਦਾ ਪਾਰਟੀਜ਼ ਕੋਈ ਵੀ ਡਿਸਪਿਊਟ ਹੈਗਾ ਉਹ ਆਰਬਿਟ੍ਰੇਸ਼ਨ ਨੂੰ ਰੈਫਰੈਂਸ ਬਣਾ ਕੇ ਭੇਜਿਆ ਜਾ ਸਕਦਾ ਹੈ। ਸੈਕੰਡ ਸਬਸੈਕਸ਼ਨ ਚ ਕਿਹਾ ਹੈ ਕਲੈਕਟਰ ਔਰ ਅਸਿਸਟੈਂਟ ਕਲੈਕਟਰ ਆਫ ਦਾ ਫਸਟ ਗ੍ਰੇਡ, ਠੀਕ ਹੈ, ਵਿਦਆਊਟ ਦਾ ਕੰਸੈਂਟ ਆਫ ਦਾ ਪਾਰਟੀਜ਼। ਉੱਪਰ ਦਾ ਰੈਵਨਿਊ ਆਫੀਸਰ ਕਿਹਾ ਸੀ, ਰੈਵਨਿਊ ਆਫੀਸਰ ਮੇ ਵੀ ਸੈਕੰਡ ਗ੍ਰੇਡ ਦੀ ਗੱਲ ਕੀਤੀ ਗਈ ਹੈ। ਸੈਕੰਡ ਦੇ ਵਿੱਚ ਕਿਹਾ ਹੈ ਕਲੈਕਟਰ ਜਾਂ AC ਫਸਟ ਗ੍ਰੇਡ ਵਿਦਆਊਟ ਦਾ ਕੰਸੈਂਟ ਆਫ ਦਾ ਪਾਰਟੀਜ਼। ਕੋਈ ਵੀ ਜਿਹੜਾ ਡਿਸਪਿਊਟ ਉਹਦੀ ਕੋਰਟ ਦੇ ਵਿੱਚ ਪੈਂਡਿੰਗ ਪਿਆ ਹੈਗਾ ਉਹ ਆਰਬਿਟ੍ਰੇਸ਼ਨ ਦੇ ਲਈ ਮਤਲਬ ਕਿ ਭੇਜਿਆ ਜਾ ਸਕਦਾ ਹੈ। ਆਰਬਿਟ੍ਰੇਟਰ ਨੂੰ ਇੱਥੇ ਕੰਸੈਂਟ ਲੈਣ ਦੀ ਲੋੜ ਨਹੀਂ, ਨਾ ਕਲੈਕਟਰ ਨੂੰ ਤੇ ਨਾ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਨੂੰ ਕੰਸੈਂਟ ਲੈਣ ਦੀ ਜ਼ਰੂਰਤ ਨਹੀਂ ਹੁੰਦੀ। ਕਿਹੜੇ ਮੈਟਰ ਨੇ ਇਦਾਂ ਦੇ? ਵਿਦ ਰਿਸਪੈਕਟ ਟੂ ਐਨੀ ਮੈਟਰ ਆਫ ਵਿਚ ਐਨ ਐਂਟਰੀ ਰੈਵਨਿਊ ਰਿਕਾਰਡ ਦੇ ਵਿੱਚ ਕੋਈ ਐਂਟਰੀ ਹੈ ਉਹਦੇ ਸੰਬੰਧੀ ਕੋਈ ਡਿਸਪਿਊਟ ਪੈਦਾ ਹੋ ਗਿਆ ਪਾਰਟੀਆਂ ਦੇ ਵਿਚਕਾਰ, ਠੀਕ ਹੈ, ਓਨਰਸ਼ਿਪ ਦਾ ਕੋਈ ਡਿਸਪਿਊਟ ਹੈ, ਕੋਈ ਰਿਕਾਰਡ ਜਮ੍ਹਾਂਬੰਦੀ 'ਚ ਕੋਈ ਗਲਤੀ ਹੈਗੀ ਹੈ, ਗਿਰਦੌਰੀ 'ਚ ਕੋਈ ਗਲਤੀ ਹੈਗੀ ਹੈ, ਇੰਤਕਾਲ ਰਜਿਸਟਰ 'ਚ ਕੋਈ ਗਲਤੀ ਹੋਈ ਹੈਗੀ ਹੈ, ਉਸ ਮੈਟਰ ਨੂੰ ਲੈ ਕੇ ਕੋਈ ਡਿਸਪਿਊਟ ਹੈ ਪਾਰਟੀਆਂ ਵਿਚਕਾਰ, ਉਹਦੇ ਸੰਬੰਧੀ ਜਿਹੜਾ ਮੈਟਰ ਹੈਗਾ ਉਹ ਆਰਬਿਟ੍ਰੇਟਰ ਨੂੰ ਭੇਜਿਆ ਜਾ ਸਕਦਾ ਹੈ। ਫਿਰ ਐਨੀ ਮੈਟਰ ਰਿਲੇਟਿੰਗ ਟੂ ਦਾ ਡਿਸਟ੍ਰੀਬਿਊਸ਼ਨ ਆਫ ਦਾ ਅਸੈਸਮੈਂਟ, ਜਦੋਂ ਕੋਈ ਆਪਾਂ ਪੜ੍ਹਿਆ ਸੀਗਾ ਅਸੈਸਮੈਂਟ ਦਾ ਚੈਪਟਰ ਪੜ੍ਹ ਕੇ ਹੈ ਪਿੱਛੇ, ਅਸੀਂ ਪੜ੍ਹ ਕੇ ਆਏ ਸੈਕਸ਼ਨ 59 ਤੋਂ ਸ਼ਾਇਦ 51 ਤੋਂ ਸਾਈਡ ਸਟਾਰਟ ਹੋ ਜਾਂਦੇ ਹੈਗੇ ਅਸੈਸਮੈਂਟ ਦੇ ਵਿੱਚ। ਉਸ ਤੋਂ ਬਾਅਦ ਫਿਰ ਜਿਹੜੇ ਅਸੈਸਮੈਂਟ ਕਰਨ ਤੋਂ ਬਾਅਦ ਫਿਰ ਉਹਦੀ ਜਿਹੜਾ ਅਸੈਸਮੈਂਟ ਦੇ ਨਾਲ ਕੀ ਹੁੰਦਾ, ਜਿਹੜਾ ਮਾਮਲਾ ਹੈਗਾ ਮਾਮਲਾ ਦੁਬਾਰਾ ਅਸੈਸ ਹੋ ਜਾਂਦਾ, ਫਿਰ ਉਹ ਮਾਮਲੇ ਨੂੰ ਪਾਰਟੀਆਂ ਦੇ ਵਿਚਕਾਰ ਵੰਡਿਆ ਜਾਂਦਾ ਹੈਗਾ, ਕਿਹੜੀ ਪਾਰਟੀ ਕਿੰਨਾ ਮਾਮਲਾ ਦੇਵੇਗੀ, ਕਿਹੜੀ ਪਾਰਟੀ ਕਿੰਨਾ ਮਾਮਲਾ ਦੇਵੇਗੀ,
ਕਿਹੜੀ ਪਾਰਟੀ ਕਿੰਨੀ ਲੈਂਡ ਦੀ ਓਨਰ ਹੈਗਾ, ਯਾਨੀ ਕਿ ਪ੍ਰੋਪੋਰਸ਼ਨਲੀ ਡਿਸਟ੍ਰੀਬਿਊਸ਼ਨ ਆਫ ਦਾ ਲੈਂਡ ਰੈਵਨਿਊ ਦੇ ਸੰਬੰਧੀ ਜੇ ਕੋਈ ਡਿਸਪਿਊਟ ਹੈਗਾ ਦੈਨ ਇਟ ਕੈਨ ਬੀ ਆਲਸੋ ਰੈਫਰ ਟੂ ਦਾ ਆਰਬਿਟਰੇਟਰ। ਥਰਡ ਸੀ ਕਲੌਜ਼ ਕੀ ਹੈਗੀ ਹੈ, ਲਿਮਿਟਸ ਆਫ ਐਨੀ ਸਟੇਟ, ਯਾਨੀ ਕਿ ਡਿਮਾਰਕੇਸ਼ਨ ਨੂੰ ਲੈ ਕੇ, ਕਿਸੇ ਖੇਤ ਦੀ ਡਿਮਾਰਕੇਸ਼ਨ ਨੂੰ ਲੈ ਕੇ, ਕਿਸੇ ਟੱਕ ਦੀ ਡਿਮਾਰਕੇਸ਼ਨ ਨੂੰ ਲੈ ਕੇ, ਕਿਸੇ ਪਰਟੀਕੂਲਰ ਪੋਰਸ਼ਨ ਆਫ ਦਾ ਸਟੇਟ ਕੋਈ ਲੈਂਡ ਹੈ ਉਹਦਾ ਕੋਈ ਕਿਸੇ ਇੱਕ ਹਿੱਸੇ ਨੂੰ ਲੈ ਕੇ ਕੋਈ ਡਿਸਪਿਊਟ ਹੈਗਾ, ਨਿਸ਼ਾਨਦੇਹੀ ਸੰਬੰਧੀ ਡਿਸਪਿਊਟ ਦੀ ਗੱਲ ਕਰ ਲਈ ਆਪਾਂ, ਠੀਕ ਹੈ। ਉਹਦੇ ਵਿੱਚ ਵੀ ਜਿਹੜਾ ਹੈਗਾ ਕੋਈ ਡਿਸਪਿਊਟ ਨੂੰ ਖਤਮ ਕਰਨ ਦੀ ਖਾਤਰ ਆਰਬਿਟ੍ਰੇਸ਼ਨ ਜਿਹੜਾ ਹੈਗਾ ਮੈਟਰ ਹੈ ਰੈਫਰ ਕੀਤਾ ਜਾ ਸਕਦਾ ਹੈ। ਰੈਵਨਿਊ ਆਫਿਸਰ ਵੱਲੋਂ ਲਿਖ ਕੇ ਭੇਜਿਆ ਜਾਂਦਾ ਵੀ ਆਹ ਜਿਹੜਾ ਮੈਟਰ ਹੈਗਾ ਇਹਦੇ ਤੁਸੀਂ ਫੈਸਲਾ ਕਰਨਾ, ਪਾਰਟੀ ਨੂੰ ਸੁਣ ਕੇ ਤੁਸੀਂ ਦੱਸਣਾ ਵੀ ਇਹਦਾ ਕੀ ਕੀਤਾ ਜਾਣਾ ਚਾਹੀਦਾ ਹੈਗਾ। ਡੀ ਕਲੌਜ਼ ਡੀ ਚ ਕੀ ਕਹਿੰਦਾ, ਪ੍ਰਾਪਰਟੀ ਟੂ ਬੀ ਡਿਵਾਈਡਡ ਐਟ ਅ ਪਾਰਟੀਸ਼ਨ, ਜਦੋਂ ਮੋਡ ਆਫ ਪਾਰਟੀਸ਼ਨ ਹੈਗਾ ਤੇ ਤਰੀਕਾ ਤਕਸੀਮ ਨੂੰ ਲੈ ਕੇ, ਤਕਸੀਮ ਦੇ ਕੇਸ ਦੇ ਵਿੱਚ ਜਦੋਂ ਪਾਰਟੀਆਂ ਦਾ ਮੈਂ ਨਹੀਂ ਮੰਨਦਾ, ਮੈਨੂੰ ਤਾਂ ਆਹ ਰਕਬਾ ਚਾਹੀਦਾ, ਮੈਨੂੰ ਤਾਂ ਆਹ ਟੱਕ ਚਾਹੀਦਾ, ਮੈਨੂੰ ਫਰੰਟ ਤੇ ਨਹੀਂ ਜ਼ਮੀਨ ਚਾਹੀਦੀ, ਮੈਨੂੰ ਪਿੱਛੇ ਨਹੀਂ ਚਾਹੀਦੀ, ਮੈਨੂੰ ਰਸਤਾ ਇੰਨਾ ਚਾਹੀਦਾ, ਠੀਕ ਹੈ, ਐਦਾਂ ਦਾ ਕੋਈ ਡਿਸਪਿਊਟ ਹੋਵੇ ਉਸ ਦਾ ਉਹ ਵੀ ਜਿਹੜਾ ਰੈਫਰ ਹੈਗਾ ਆਰਬਿਟ੍ਰੇਸ਼ਨ ਨੂੰ ਕੀਤਾ ਜਾ ਸਕਦਾ। ਨੈਕਸਟ ਹੈਗਾ 128 ਆਰਡਰ ਆਫ ਰੈਫਰੈਂਸ ਐਂਡ ਕੰਟੈਂਟਸ ਦੇਅਰऑफ। ਜਦੋਂ ਆਰਡਰ ਕਰਨਾ ਹੈ ਰੈਵਨਿਊ ਆਫਿਸਰ ਨੇ ਰੈਫਰੈਂਸ ਦਾ, ਰੈਫਰੈਂਸ ਮਤਲਬ ਰੈਫਰ ਕਰਨਾ ਹੈ ਆਰਬਿਟ੍ਰੇਟਰ ਨੂੰ ਕੋਈ ਡਿਸਪਿਊਟ, ਠੀਕ ਹੈ, ਉਹਦੇ ਕੰਟੈਂਟਸ ਕੀ ਹੋਣੇ ਚਾਹੀਦੇ ਨੇ, ਉਹ ਆਰਡਰ ਦੇ ਵਿੱਚ ਪ੍ਰੋਪਰ ਜਿਹੜੇ ਕੰਟੈਂਟਸ ਨੇ ਵੀ ਕੀ ਉਸਨੇ ਸ਼ਾਰਟ ਦੇ ਵਿੱਚ ਕੀ ਹੈਗਾ ਵੀ ਤੁਸੀਂ ਕੀ ਕਿਸ ਵਿਸ਼ੇ ਨੂੰ ਤੁਸੀਂ ਜਿਹੜਾ ਤੁਹਾਡੇ ਕੋਲ ਜਿਹੜਾ ਇਹ ਰੈਫਰ ਕੀਤਾ ਜਾ ਰਿਹਾ ਹੈ ਡਿਸਪਿਊਟ ਟੂ ਦ ਆਰਬਿਟ੍ਰੇਸ਼ਨ, ਰੈਵਨਿਊ ਆਫਿਸਰ ਸ਼ੈਲ ਮੇਕ ਐਨ ਆਰਡਰ ਆਫ ਰੈਫਰੈਂਸ ਐਂਡ ਸਪੈਸੀਫਾਈ ਦੇਅਰ ਇਨ ਦਾ ਪ੍ਰੀਸਾਈਜ਼ ਮੈਟਰ ਸਬਜੈਕਟ ਟੂ ਦ ਆਰਬਿਟ੍ਰੇਸ਼ਨ। ਇੱਕ ਤੁਹਾਨੂੰ ਮੈਟਰ ਦੱਸਿਆ ਜਾਏਗਾ ਵੀ ਕੀ ਮਾਮਲੇ, ਕਿਸ ਮਾਮਲੇ ਤੇ ਤੁਸੀਂ ਸਾਨੂੰ ਜਿਹਦੀ ਰਿਪੋਰਟ ਕਰਨੀ ਹੈਗੀ ਹੈ, ਨੰਬਰ ਆਫ ਦਾ ਆਰਬਿਟ੍ਰੇਟਰਸ ਈਚ ਪਾਰਟੀ ਵੀ ਕਿਹੜੀ ਜਿਵੇਂ ਦੋ ਪਾਰਟੀਆਂ ਹੈਗੀਆਂ, ਦੋ ਪਾਰਟੀਆਂ ਕਿੰਨੇ ਆਰਬਿਟ੍ਰੇਟਰ ਦੇਣਗੀਆਂ, ਦੋ ਮੈਂਬਰ ਦੇਣਗੀਆਂ ਜਾਂ ਇੱਕ ਮੈਂਬਰ ਦਿੱਤਾ ਜਾਏਗਾ ਪਾਰਟੀ ਵੱਲੋਂ, ਇਹ ਆਰਡਰ ਦੇ ਵਿੱਚ ਸਪੈਸੀਫਾਈ ਕੀਤਾ ਜਾਵੇਗਾ। ਨੋਮੀਨੇਟ ਕਰਨਾ ਹੁੰਦਾ ਪਾਰਟੀਆਂ ਨੇ, ਜਿਵੇਂ ਕਿ ਆਪਾਂ ਸਾਲਸ ਦੀ ਗੱਲ ਕਰ ਲਈ, 2 ਸਾਲਸ ਦੇਣੇ ਹੁੰਦੇ ਪਾਰਟੀ ਨੇ, 1 ਸਾਲਸ ਦੇਣਾ ਹੈ, ਠੀਕ ਹੈ, ਮੈਕਸਿਮਮ 2 ਸਾਲਸ ਹੋ ਸਕਦੇ ਆ ਇੱਕ ਪਾਰਟੀ ਵੱਲੋਂ। The period within which arbiter are to be nominated, ਫਿਰ ਸਮਾਂ ਵੀ ਦਿੱਤਾ ਜਾਂਦਾ ਵੀ ਤੁਹਾਨੂੰ 15 ਦਿਨ ਦੇ ਅੰਦਰ ਅੰਦਰ ਤੁਹਾਨੂੰ ਸਮਾਂ ਦਿੱਤਾ ਜਾਂਦਾ ਜਾਂ 10 ਦਿਨ ਦਾ ਸਮਾਂ ਦਿੱਤਾ ਜਾਂਦਾ, ਤੁਸੀਂ ਆਪਣੇ 2 ਸਾਲਸ ਜਾਂ 1 ਸਾਲਸ ਇਹ ਆਰਡਰ 'ਚ ਸਪੈਸੀਫਾਈ ਕੀਤਾ ਜਾਵੇਗਾ ਵੀ ਤੁਸੀਂ ਆਪਣੇ ਸਬਮਿਟ ਕਰੋ, ਪੇਸ਼ ਕਰੋ ਕਿ ਨਾਮ ਦਿਓ ਸਾਨੂੰ ਕਿਹੜੇ ਤੁਸੀਂ ਆਰਬਿਟਰ ਤੁਹਾਡੇ ਤੁਸੀਂ ਨਿਯੁਕਤ ਕਰਦੇ ਹੋ, ਐਂਡ ਦਾ ਪੀਰੀਅਡ ਵਿਦਿਨ ਵਿਚ ਦਾ ਅਵਾਰਡ ਇਜ਼ ਟੂ ਬੀ ਡਿਲੀਵਰਡ, ਤੇ ਨਾਲ ਹੀ ਸਮਾਂ ਦਰਸਾਇਆ ਜਾਂਦਾ ਹੈ ਵੀ ਜਿਹੜਾ ਇਹ ਆਰਬਿਟ੍ਰੇਸ਼ਨ ਨੇ ਜਿਹੜੀ ਅਵਾਰਡ ਸੁਣਾਣੀ ਹੈ, ਆਪਦਾ ਫੈਸਲਾ ਸੁਣਾਣਾ ਹੈ, ਉਹਦੇ ਲਈ 1 ਮਹੀਨੇ ਦਾ ਸਮਾਂ, 2 ਮਹੀਨੇ ਦਾ ਸਮਾਂ, 3 ਮਹੀਨੇ ਦਾ ਸਮਾਂ ਜਿਹੜਾ ਹੈਗਾ ਇਸ ਆਰਡਰ 'ਚ ਦਰਸਾਇਆ ਜਾਂਦਾ ਵੀ ਇੰਨੇ ਸਮੇਂ ਦੇ ਅੰਦਰ ਅੰਦਰ ਜਿਹੜੀ ਹੈਗਾ ਇਸ ਫੈਸਲੇ ਨੂੰ ਜਿਹੜਾ ਤੁਹਾਨੂੰ ਡਿਸਪਿਊਟ ਭੇਜਿਆ ਗਿਆ ਉਹਦਾ ਫੈਸਲਾ ਕਰਕੇ ਸਾਨੂੰ ਦਿਓ। ਨੰਬਰ ਆਫ ਆਰਬਿਟ੍ਰੇਟਰਸ which each party may nominate must be the same and must not exceed 2। ਆਰਬਿਟ੍ਰੇਟਰ ਕਿੰਨੇ ਸਾਲਸ ਕਿੰਨੇ ਨਿਯੁਕਤ ਕੀਤੇ ਜਾਂਦੇ ਨੇ ਜੀ, ਹਰ ਜੇ 2 ਪਾਰਟੀਆਂ ਨੇ ਤਾਂ 2 ਮੈਕਸਿਮਮ 2 ਜਾਂ 1 ਮੈਕਸਿਮਮ 2 ਤੋਂ ਵੱਧ ਨਹੀਂ ਮਤਲਬ ਕਿ ਬੰਦੇ ਹੋ ਸਕਦੇ। ਜੇ 3 ਪਾਰਟੀਆਂ ਨੇ ਤਾਂ ਵੀ 2 ਹੋਣਗੇ, ਮਤਲਬ ਕੋਈ ਪਾਰਟੀ ਵੱਧ ਘੱਟ ਨਹੀਂ ਕਰ ਸਕਦੀ, ਸੇਮ ਜਿਹੜੇ ਸਾਲਸ ਹੈਗੇ ਨੇ, ਸੇਮ ਨੰਬਰ ਆਫ ਸਾਲਸ ਹੈਜ਼ ਟੂ ਬੀ ਨੋਮੀਨੇਟਡ ਬਾਈ ਐਵਰੀ ਪਾਰਟੀ। ਫਿਰ ਕੀ ਹੈਗਾ ਸਬਸੈਕਸ਼ਨ ਸੀ ਦੇ ਵਿੱਚ ਥਰਡ ਚ ਕੀ ਹੈਗਾ, ਇਫ ਫਰੋਮ ਐਨੀ ਕਾਜ਼ arbitrators are not nominated or award is not delivered within the period fixed। ਇਹ ਦਿੱਤਾ ਹੈ ਜਿਹੜਾ ਸਮਾਂ ਸੀਗਾ ਉਹਦੇ ਅੰਦਰ ਆਰਬਿਟ੍ਰੇਟਰ ਨਿਯੁਕਤ ਨਹੀਂ ਕੀਤੇ ਕਿਸੇ ਪਾਰਟੀ ਨੇ, ਜਾਂ ਫਿਰ ਆਰਬਿਟ੍ਰੇਟਰ ਨੂੰ ਨਿਯੁਕਤ ਕਰ ਦਿੱਤੇ, ਆਰਬਿਟ੍ਰੇਟਰ ਨਿਯੁਕਤ ਕਰਨ ਤੋਂ ਬਾਅਦ ਆਰਬਿਟ੍ਰੇਸ਼ਨ ਨੇ ਜਿਹੜੀ ਸਮੇਂ ਦੇ ਜਿਹੜਾ ਸਮਾਂ ਦਿੱਤਾ ਸੀ ਉਸ ਸਮੇਂ ਦੇ ਅੰਦਰ ਜਿਹੜੀ ਹੈਗੀ ਹੈ ਆਪਣੀ ਅਵਾਰਡ ਨਹੀਂ ਸੁਣਾਈ ਗਈ, ਤਾਂ ਜਿਹੜਾ ਇਹ ਪੀਰੀਅਡ ਹੈਗਾ ਇਹ ਸਮਾਂ ਹੈਗਾ ਆਰਬਿਟ੍ਰੇਟਰ ਨਿਯੁਕਤ ਕਰਨ ਦਾ ਜਾਂ ਜਿਹੜੀ ਅਵਾਰਡ ਸੁਣਾਉਣ ਦਾ ਇਹ ਸਮਾਂ ਵਧਾਇਆ ਵੀ ਜਾ ਸਕਦਾ ਹੈ ਰੈਵਨਿਊ ਆਫਿਸਰ ਵੱਲੋਂ। ਟਾਈਮ ਟੂ ਇਨਲਾਰਜ ਦੈਟ ਪੀਰੀਅਡ ਔਰ ਮੇ ਕੈਂਸਲ ਦਾ ਆਰਡਰ ਆਫ ਦਾ ਰੈਫਰੈਂਸ, ਜਾਂ ਫਿਰ ਆਰਡਰ ਵੀ ਕੈਂਸਲ ਕੀਤਾ ਜਾ ਸਕਦਾ ਰੈਵਨਿਊ ਆਫਿਸਰ ਵੱਲੋਂ ਵੀ ਤੁਸੀਂ ਤੁਹਾਨੂੰ ਸਮਾਂ ਦਿੱਤਾ ਗਿਆ ਸੀ ਨਾ ਤੁਸੀਂ ਆਪਦੇ ਨੋਮੀਨੇਟ ਕੀਤੇ ਆਰਬਿਟਰ ਤੇ ਨਾ ਹੀ ਨੋਮੀਨੇਟਰ ਹੋਣ ਤੋਂ ਬਾਅਦ ਫਿਰ ਨੋਮੀਨੇਸ਼ਨ ਜਿਹੜੇ ਹੈਗੇ ਆਰਬਿਟਰ ਨੇ ਆਪਦੇ ਸਮੇਂ ਦੇ ਨਿਯਤ ਸਮੇਂ ਦੇ ਅੰਦਰ ਜਿਹੜੀ ਅਵਾਰਡ ਨਹੀਂ ਸੁਣਾਈ ਹੈਗੀ, ਠੀਕ ਹੈ, ਇਸ ਕਰਕੇ ਜਿਹੜਾ ਇਹ ਆਰਡਰ ਸੀ ਇਹ ਕੈਂਸਲ ਕੀਤਾ ਜਾਂਦਾ ਹੈ ਜਾਂ ਫਿਰ ਉਹਦਾ ਸਮਾਂ ਵੀ ਵਧਾਇਆ ਜਾ ਸਕਦਾ ਹੈ। 129 ਕੀ ਹੈ ਨੋਮੀਨੇਸ਼ਨਸ ਆਫ ਦਾ ਆਰਬਿਟ੍ਰੇਟਰਸ। ਜਦੋਂ ਸਬਸੈਕਸ਼ਨ 1 ਦੇ ਵਿੱਚ ਕੀ ਹੈਗਾ, ਜਦੋਂ ਪਾਰਟੀਆਂ ਨੇ ਆਪਣੇ ਦਿੱਤੇ ਨੰਬਰ ਦਿੱਤੇ ਦੇ ਮੁਤਾਬਕ 2 ਜਾਂ 1 ਜੋ ਵੀ ਉਹਨਾਂ ਨੂੰ ਆਰਡਰ ਕੀਤਾ ਸੀਗਾ ਨੋਮੀਨੇਟ ਕਰ ਦਿੱਤੇ ਆਪਦੇ ਜਿਹੜੇ ਆਰਬਿਟ੍ਰੇਟਰ ਸੀਗੇ, ਤਾਂ ਇੱਕ ਜਿਹੜਾ ਨੰਬਰ ਹੈਗਾ ਇੱਕ ਆਰਬਿਟ੍ਰੇਟਰ ਰੈਵਨਿਊ ਆਫਿਸਰ ਵੱਲੋਂ ਨਿਯੁਕਤ ਕੀਤਾ ਜਾਂਦਾ ਹੈਗਾ
वन अदर आर्बिट्रेटर। रेवेन्यू ऑफिसर शैल नॉमिनेट वन अदर आर्बिट्रेटर, उस ਤੋਂ ਇਲਾਵਾ ਇੱਕ ਆਰਬਿਟਰ ਰੈਵਨਿਊ ਆਫਿਸਰ ਵੱਲੋਂ ਵੀ ਨਿਯੁਕਤ ਕੀਤਾ ਜਾਂਦਾ ਹੈਗਾ। ਸਬ ਸੈਕਸ਼ਨ 2 ਦੇ ਵਿੱਚ ਕੀ ਕਿਹਾ ਗਿਆ 129 ਦੇ, ਦਾ ਰੈਵਨਿਊ ਆਫਿਸਰ ਮੇ ਫॉर द ਰੀਜ਼ਨਸ ਟੂ ਬੀ ਰਿਕਾਰਡਡ ਬਾਈ ਹਿਮ ਮੇਕ ਐਨ ਆਰਡਰ ਡਿਸਅਲਾਉਇੰਗ ਐਨੀ ਨੋਮੀਨੇਸ਼ਨ। ਰੈਵਨਿਊ ਆਫਿਸਰ ਵੱਲੋਂ ਜਦੋਂ ਕਿਸੇ ਪਾਰਟੀ ਨੇ ਕਿਸੇ ਵਿਅਕਤੀ ਨੂੰ ਕੋਈ ਨੋਮੀਨੇਟ ਕੀਤਾ ਹੈ, ਉਹਦੇ ਵਿੱਚੋਂ ਉਸ ਵਿਅਕਤੀ ਨੂੰ ਕਿਸੇ ਨੂੰ ਵੀ ਜਿਹੜੀ ਰੈਵਨਿਊ ਆਫਿਸਰ ਹੈਗਾ ਡਿਸਅਲਾਉ ਵੀ ਕਰ ਸਕਦਾ ਹੈਗਾ ਵੀ ਇਹ ਜਿਹੜਾ ਆਰਬਿਟਰ ਤੁਸੀਂ ਨਿਯੁਕਤ ਕੀਤਾ ਹੈਗਾ ਇਹ ਠੀਕ ਨਹੀਂ ਹੈਗਾ, ਡਿਸਅਲਾਉ ਕਰ ਸਕਦਾ ਹੈ ਨੋਮੀਨੇਸ਼ਨ ਮੇਡ ਬਾਈ ਆਈਦਰ ਪਾਰਟੀ ਐਂਡ ਰਿਕੁਆਇਰਿੰਗ ਦਾ ਪਾਰਟੀ ਟੂ ਮੇਕ another arbitrator nomination। ਕਹਿ ਸਕਦਾ ਵੀ ਨਹੀਂ ਤੁਸੀਂ ਹੋਰ ਬੰਦਾ ਬਣਾਓ ਕੋਈ ਇਹਦੀ ਜਗ੍ਹਾ ਤੇ, ਇਹ ਠੀਕ ਨਹੀਂ ਹੈਗਾ। ਇਹ ਜਿਹੜਾ ਆਰਡਰ ਹੁੰਦਾ ਹੈ ਐਨ ਆਰਡਰ ਅੰਡਰ ਦਾ ਲਾਸਟ ਫਾਰਮਿੰਗ ਸੈਕਸ਼ਨ ਸ਼ੈਲ ਬੀ ਫਾਈਨਲ। ਇਹ ਜਿਹੜਾ ਆਰਡਰ ਕੀਤਾ ਗਿਆ ਹੁੰਦਾ ਰੈਵਨਿਊ ਆਫਿਸਰ ਵੱਲੋਂ ਇਹ ਫਾਈਨਲ ਹੁੰਦਾ, ਇਹਦੀ ਕੋਈ ਵੀ ਦਲੀਲ ਵਗੈਰਾ ਨਹੀਂ ਹੁੰਦੀ ਹੈਗੀ ਕਿਉਂਕਿ ਇਹ ਤਾਂ ਅਜੇ ਰੈਫਰੈਂਸ ਹੀ ਭੇਜਿਆ ਗਿਆ ਹੈਗਾ ਡਿਸਪਿਊਟ ਨੂੰ ਸੈਟਲ ਕਰਨ ਦੀ ਖਾਤਰ। ਸੈਕਸ਼ਨ 130 ਚ ਕੀ ਕਹੇਗਾ ਸਬਸਟੀਟਿਊਸ਼ਨ ਆਫ ਦ ਆਰਬਿਟਰੇਟਰਸ ਬਾਈ ਦ ਪਾਰਟੀਜ਼। ਸਬਸਟੀਟਿਊਸ਼ਨ ਕੀ ਹੁੰਦੀ ਹੈ ਜਦੋਂ ਇੱਕ ਆਰਬਿਟਰ ਨਿਯੁਕਤ ਕਰ ਦਿੱਤਾ ਕਿਸੇ ਪਾਰਟੀ ਨੇ, ਠੀਕ ਹੈ, ਉਸ ਤੋਂ ਬਾਅਦ ਆਰਬਿਟਰ ਦੀ ਡੈਥ ਵੀ ਹੋ ਸਕਦੀ ਹੈ ਜਾਂ ਉਹ ਚਾਹੁੰਦਾ ਵੀ ਮੈਂ ਤਾਂ ਯਾਰ ਮੇਰੇ ਤੋਂ ਨਹੀਂ ਇਹ ਕੰਮ ਨਿਬੜਦਾ, ਮੈਂ ਤਾਂ ਬਿਜ਼ੀ ਸ਼ਡਿਊਲ ਮੇਰਾ ਰਹਿੰਦਾ ਹੈ, ਮੇਰੇ ਤੋਂ ਇਹ ਕੰਮ ਨਹੀਂ ਹੋ ਸਕਦਾ, ਠੀਕ ਹੈ, ਡਿਜ਼ਾਇਰ ਕਰਦਾ, ਉਹਦੀ ਇੱਛਾ ਹੈਗੀ ਵੀ ਕਿਸੇ ਹੋਰ ਵੀ ਮੈਨੂੰ ਫ੍ਰੀ ਕਰੋ, ਤੁਸੀਂ ਕਿਸੇ ਹੋਰ ਬੰਦੇ ਨੂੰ ਨਿਯੁਕਤ ਕਰ ਲਓ, ਜਾਂ ਫਿਰ ਉਹ ਟੋਟਲੀ ਰਿਫਿਊਜ਼ ਕਰ ਦਿੰਦਾ ਵੀ ਨੋ ਆਈ ਹੈਵ ਨੋ ਟਾਈਮ, ਮੈਂ ਨਹੀਂ ਤੁਹਾਡੀ ਇਸ ਆਰਬਿਟ੍ਰੇਸ਼ਨ ਦੀ ਜਿਹੜੀ ਕਾਰਵਾਈ ਹੈ ਮੈਂ ਨਹੀਂ ਕਰ ਸਕਦਾ, ਜਾਂ ਫਿਰ ਇਨਕੈਪੇਬਲ ਹੋ ਜਾਂਦਾ ਕਿਸੇ ਕਾਰਨ, ਕੋਈ ਐਕਸੀਡੈਂਟ ਹੋ ਗਿਆ, ਕੁਝ ਵੀ ਹੋ ਗਿਆ, ਠੀਕ ਹੈ, ਤੇ ਉਹ ਇਹ ਕਾਰਵਾਈ ਜਿਹੜੀ ਹੈਗੀ ਆਰਬਿਟ੍ਰੇਸ਼ਨ ਦੀ ਨਹੀਂ ਨਿਭਾ ਪਾਉਂਦਾ, ਤਾਂ ਪਾਰਟੀ ਮੇ ਨੋਮੀਨੇਟ ਅਨਦਰ ਪਰਸਨ ਇਨ ਹਿਸ ਸਟੈਡ। ਉਹਦੀ ਥਾਂ ਤੇ ਜਿਹੜੀ ਪਾਰਟੀ ਹੈਗੀ ਹੈ ਫਿਰ ਜਿਹਦਾ ਆਰਬਿਟਰ ਉਹ ਹੈਗਾ ਸੀਗਾ, ਜਿਹਨੇ ਰਿਫਿਊਜ਼ ਕਰਤਾ ਜਾਂ ਡੈਥ ਹੋ ਗਈ ਜਾਂ ਕੋਈ ਹੋਰ ਕਾਰਨ ਬਣ ਗਿਆ, ਤਾਂ ਉਹ ਪਾਰਟੀ ਹੈਗੀ ਹੈ ਦੁਬਾਰਾ ਉਹਦੀ ਥਾਂ ਤੇ ਇੱਕ ਨਵਾਂ ਆਰਬਿਟਰ ਨਿਯੁਕਤ ਕਰਦੀ ਹੈਗੀ ਹੈ, ਨੋਮੀਨੇਟ ਕਰਦੀ ਹੈਗੀ ਹੈ। ਸੈਕਸ਼ਨ 131 ਚ ਕੀ ਕਿਹਾ ਨੋਮੀਨੇਸ਼ਨ ਐਂਡ ਸਬਸਟੀਟਿਊਸ਼ਨ ਆਫ ਆਰਬਿਟ੍ਰੇਸ਼ਨ ਬਾਈ ਦਾ ਰੈਵਨਿਊ ਆਫਿਸਰਸ। ਇਹ ਜਿਹੜਾ ਸੈਕਸ਼ਨ 131 ਕਿਹਾ ਗਿਆ ਇਹਦੇ ਵਿੱਚ ਕੀ ਕਿਹਾ ਗਿਆ ਜਦੋਂ ਪਾਰਟੀਆਂ ਨੂੰ ਕਿਹਾ ਗਿਆ ਹੋਵੇ ਵੀ ਤੁਸੀਂ ਆਰਬਿਟਰ ਨਿਯੁਕਤ ਕਰੋ, ਪਾਰਟੀਆਂ ਕਿਸੇ ਕਾਰਨ ਆਰਬਿਟਰ ਨਿਯੁਕਤ ਨਹੀਂ ਕਰ ਸਕਦੀਆਂ, ਸਮਾਂ ਲੰਘ ਜਾਂਦਾ ਹੈਗਾ ਜਾਂ ਫੇਲ ਹੋ ਜਾਂਦੀਆਂ ਨੇ, ਜਾਂ ਆਰਬਿਟਰ ਜਿਹੜਾ ਨਿਯੁਕਤ ਕੀਤਾ ਹੋਇਆ ਹੁੰਦਾ ਉਹਦੀ ਪਹਿਲੇ ਡੈਥ ਹੋ ਜਾਂਦੀ ਹੈ ਜਾਂ ਉਹ ਕਿਸੇ ਕਾਰਨ ਰਿਫਿਊਜ਼ ਕਰ ਦਿੰਦਾ ਹੈਗਾ, ਠੀਕ ਹੈ, ਤਾਂ ਇਹ ਜਿਹੀ ਸਾਰੀਆਂ ਸਥਿਤੀਆਂ ਦੇ ਵਿੱਚ ਜਦੋਂ ਪਾਰਟੀਆਂ ਫੇਲ ਹੋ ਜਾਣ ਆਰਬਿਟਰ ਨਿਯੁਕਤ ਨਾ ਕਰ ਪਾਉਣ ਤਾਂ ਰੈਵਨਿਊ ਆਫਿਸਰ ਕੋਲ ਅਥਾਰਟੀ ਹੈਗੀ ਹੈ, ਰੈਵਨਿਊ ਆਫਿਸਰ ਆਪਦੀ ਮਰਜ਼ੀ ਦੇ ਮੁਤਾਬਕ ਫਿਰ ਜਿਹੜਾ ਆਰਬਿਟਰੇਟਰ ਕਿ ਪਾਰਟੀ ਵੱਲੋਂ ਹੈਗਾ ਉਹ ਨਿਯੁਕਤ ਕਰ ਸਕਦਾ ਹੈ। ਰੈਵਨਿਊ ਆਫਿਸਰ ਇਫ ਐਨ ਆਰਬਿਟਰ ਨੋਮੀਨੇਟਡ ਬਾਈ ਦਾ ਰੈਵਨਿਊ ਆਫਿਸਰ ਡਾਈਜ਼, ਜੇ ਫਿਰ ਰੈਵਨਿਊ ਆਫਿਸਰ ਵੱਲੋਂ ਜਾਂ ਜਿਹੜਾ ਆਰਬਿਟਰ ਨਿਯੁਕਤ ਕੀਤਾ ਹੁੰਦਾ ਉਹਦੀ ਡੈਥ ਹੋ ਜਾਂਦੀ ਹੈ, ਡਰਾਈਵ ਟੂ ਡਿਸਚਾਰਜ ਔਰ ਰਿਫਿਊਜ਼ ਦ ਰੈਵਨਿਊ ਆਫਿਸਰ ਮੇ ਨੋਮੀਨੇਟ ਏ ਪਰਸਨ ਐਜ਼ ਆਰਬਿਟਰ। ਤਾਂ ਰੈਵਨਿਊ ਆਫਿਸਰ ਕਿਸੇ ਵੀ ਵਿਅਕਤੀ ਨੂੰ, ਠੀਕ ਹੈ, ਆਹ ਜਿਹੜੇ ਉੱਪਰਲੇ ਦੋ ਤਿੰਨ ਕਾਰਨ ਹੈਗੇ ਨੇ, ਪਾਰਟੀਆਂ ਫੇਲ ਹੋ ਗਈਆਂ, ਪਾਰਟੀਆਂ ਨੂੰ ਸਮਾਂ ਦਿੱਤਾ ਗਿਆ ਸੀ, ਨਿਯੁਕਤ ਨਹੀਂ ਕੀਤਾ ਗਿਆ, ਜੇ ਨਿਯੁਕਤ ਕੀਤਾ ਗਿਆ ਸੀ ਡੈਥ ਹੋ ਗਈ, ਫਿਰ ਡੈਥ ਹੋਣ ਤੋਂ ਬਾਅਦ ਫਿਰ ਸਮਾਂ ਦਿੱਤਾ ਗਿਆ ਸੀਗਾ, ਫਿਰ ਉਹ ਟਾਈਮ ਨਿਕਲ ਗਿਆ, ਠੀਕ ਹੈ, ਐਸੀ ਕੋਈ ਵੀ ਸਥਿਤੀ ਹੋਵੇ ਜਦੋਂ ਕੋਈ ਆਰਬਿਟਰ ਕੋਈ ਪਾਰਟੀ ਨਿਯੁਕਤ ਨਾ ਕਰ ਸਕਦੀ ਹੋਵੇ, ਜਾਂ ਰੈਵਨਿਊ ਆਫਿਸਰ ਨੇ ਨਿਯੁਕਤ ਕੀਤਾ ਸੀ ਇੱਕ ਆਰਬਿਟਰ, ਉਹਦੀ ਡੈਥ ਹੋ ਗਈ ਹੋਵੇ ਜਾਂ ਉਹ ਰਿਫਿਊਜ਼ ਕਰ ਗਿਆ ਹੋਵੇ, ਤਾਂ ਰੈਵਨਿਊ ਆਫਿਸਰ ਕੋਲ ਪਾਵਰ ਹੈਗੀ ਹੈ 131 ਦੇ ਵਿੱਚ ਰੈਵਨਿਊ ਆਫਿਸਰ ਵੱਲੋਂ ਨਵਾਂ ਜਿਹੜਾ ਆਰਬਿਟਰ ਹੈ ਉਹ ਨੋਮੀਨੇਟ ਕੀਤਾ ਜਾਵੇ। ਨੈਕਸਟ ਹੈ ਸੈਕਸ਼ਨ 132 ਪ੍ਰੋਸੈਸ ਫਾਰ ਅਪੀਅਰੈਂਸ ਬਿਫੋਰ ਦਾ ਆਰਬਿਟਰੇਟਰਸ। ਇਸ ਕੀ ਕਿਹਾ ਗਿਆ ਜਿਵੇਂ ਰੈਵਨਿਊ ਆਫਿਸਰ ਕੋਈ ਪ੍ਰੋਸੈਸ ਅਡਾਪਟ ਕਰਦੇ ਹੈਗੇ ਆ ਐਜ਼ ਅ ਕੋਰਟ, ਪਾਰਟੀਆਂ ਨੂੰ ਸਮਨ ਕੀਤੀ ਜਾਂਦੀ ਹੈ, ਐਵੀਡੈਂਸ ਲਈ ਜਾਂਦੀ ਹੈ, ਇਸੇ ਤਰੀਕੇ ਜਿਹੜਾ ਆਰਬਿਟਰੇਟਰ ਹੈਗਾ, ਆਰਬਿਟਰੇਟਰ ਵੀ ਆਪਦੀ ਸਮਨਿੰਗ ਵਗੈਰਾ ਰੈਵਨਿਊ ਆਫਿਸਰ ਥਰੂ ਸਮਨਿੰਗ ਕਰ ਸਕਦਾ ਹੈ, ਵਿਟਨੈਸ ਨੂੰ ਬੁਲਾ ਸਕਦਾ ਹੈ, ਵਿਟਨੈਸ ਨੂੰ ਬੁਲਾ ਕੇ ਉਹਦੀ ਅਪੀਅਰੈਂਸ ਮੰਗ ਸਕਦਾ ਹੈ, ਉਹਨਾਂ ਤੋਂ ਮਤਲਬ ਕਿ ਹੈਗਾ ਬਿਆਨ ਵਗੈਰਾ ਲੈ ਸਕਦਾ ਹੈ। ਇਹ ਸਾਰੀ ਕਾਰਵਾਈ ਰੈਵਨਿਊ ਕੋਰਟ ਦੀ ਤਰ੍ਹਾਂ ਹੀ ਆਰਬਿਟਰੇਟਰ ਵੱਲੋਂ ਅਡਾਪਟ ਕੀਤੀ ਜਾਂਦੀ ਹੈ। ਜਿਹੜਾ ਵਿਅਕਤੀ ਆਰਬਿਟਰ ਦੇ ਪੇਸ਼ ਹੁੰਦਾ ਹੈ ਉਹ ਬਾਉਂਡ ਹੁੰਦਾ ਹੈਗਾ, ਦ ਪਰਸਨ ਅਟੈਂਡਿੰਗ ਇਨ ਓਬੀਡੀਐਂਸ ਟੂ ਦ ਪ੍ਰੋਸੈਸ ਸ਼ੈਲ ਬੀ ਬਾਉਂਡ ਟੂ ਸਟੇਟ ਦ ਟਰੁਥ ਅਪੌਨ ਐਨੀ। ਜਿਵੇਂ ਕਿ ਕਿਸੇ ਕੋਰਟ ਦੇ ਵਿੱਚ ਕੋਈ ਵਿਅਕਤੀ ਜਾਂਦਾ ਹੈ ਜੇ ਵਿਟਨੈਸ, ਠੀਕ ਹੈ, ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਉਹ ਬਾਉਂਡ ਹੁੰਦਾ ਵੀ ਸੱਚ ਜਿਹੜੀ ਗੱਲ ਕਹਿਣੀ ਹੈ ਸੱਚ ਕਹਿਣੀ ਹੈ, ਕੋਈ ਡਾਕੂਮੈਂਟ ਮੰਗਿਆ ਗਿਆ ਉਹ ਪੇਸ਼ ਕਰਨਾ ਹੈਗਾ, ਸਬਮਿਟ ਕਰਨਾ ਹੈਗਾ। ਇਸੇ ਤਰੀਕੇ ਆਰਬਿਟਰ ਦੇ ਕੋਲੇ ਜਦੋਂ ਕੋਈ ਕਿਸੇ ਵਿਅਕਤੀ ਨੂੰ ਐਜ਼ ਏ ਵਿਟਨੈਸ ਬੁਲਾਇਆ ਜਾਂਦਾ ਹੈਗਾ ਜਾਂ ਕਿਸੇ ਪਾਰਟੀ ਨੂੰ ਬੁਲਾਇਆ ਜਾਂਦਾ ਹੈਗਾ, ਉਹ ਪਾਰਟੀਆਂ ਬਾਉਂਡ ਹੁੰਦੀਆਂ ਨੇ ਵੀ ਆਰਬਿਟਰ ਦੇ ਕੋਲ ਜਾ ਕੇ ਸੱਚ ਕਹਿਣਾ, ਠੀਕ ਹੈ, ਕੋਈ ਡਾਕੂਮੈਂਟ ਪੇਸ਼ ਕਰਨਾ, ਠੀਕ ਹੈ, ਉਹਦੀ ਪਾਰਟੀ ਨੂੰ ਜ਼ਿੰਮੇਵਾਰੀ ਹੋ ਜਾਂਦੀ ਹੈ। 133 ਚ ਕੀ ਹੈ ਅਵਾਰਡ ਆਫ ਆਰਬਿਟਰੇਟਰਸ ਐਂਡ ਪ੍ਰੈਜੈਂਟੇਸ਼ਨ ਦੇਅਰ। ਜਦੋਂ ਆਰਬਿਟਰੇਟਰ ਨੇ ਅਵਾਰਡ ਬਣਾ ਲਈ,
ਪਾਰਟੀਆਂ ਨੂੰ ਸੁਣ ਲਿਆ, ਐਵੀਡੈਂਸ ਲੈ ਲਈ, ਕਿਸੇ ਸਿੱਟੇ ਤੇ ਆਰਬਿਟ੍ਰੇਸ਼ਨ ਜਿਹੜੀ ਪਹੁੰਚ ਗਈ, 5 ਮੈਂਬਰੀ ਆਰਬਿਟਰੇਟਰ ਹੈਗੀ, ਮੰਨ ਲਓ ਦੋ ਪਾਰਟੀਆਂ, ਦੋ ਆਰਬਿਟਰੇਟਰ ਇੱਕ ਪਾਰਟੀ ਨੇ ਨੋਮੀਨੇਟ ਕੀਤੇ ਗਏ ਨੇ, ਇੱਕ ਪੰਜਵਾਂ ਆਰਬਿਟਰ ਜਿਹੜਾ ਰੈਵਨਿਊ ਆਫਿਸਰ ਨੇ ਨੋਮੀਨੇਟ ਕੀਤਾ ਗਿਆ, 5 ਮੈਂਬਰ ਕਿਸੇ ਡਿਸਪਿਊਟ ਨੂੰ ਲੈ ਕੇ ਕਿਸੇ ਸਿੱਟੇ ਤੇ ਪਹੁੰਚ ਗਏ। ਸਿੱਟੇ ਤੇ ਪਹੁੰਚਣ ਤੋਂ ਬਾਅਦ ਫਿਰ ਕੀ ਹੈ, ਉਹਨਾਂ ਨੇ ਆਪਦਾ ਆਰਡਰ ਲਿਖਣਾ ਹੈਗਾ। ਇਹ ਸੈਕਸ਼ਨ 133 ਚ ਕਿਹਾ ਗਿਆ, ਅਵਾਰਡ ਆਫ ਆਰਬਿਟਰੇਟਰਸ ਐਂਡ ਪ੍ਰੈਜੈਂਟੇਸ਼ਨ ਦੇਅਰ ਆਫ, ਮੇਕ ਐਨ ਅਵਾਰਡ ਇਨ ਰਾਈਟਿੰਗ ਦੇ ਵਿੱਚ, ਜਾਂ ਹੈਂਡ ਰਾਈਟਿੰਗ ਹੋਵੇ ਜਾਂ ਟਾਈਪਿੰਗ ਹੋਵੇ, ਠੀਕ ਹੈ, ਉਹ ਆਰਬਿਟ੍ਰੇਸ਼ਨ ਵੱਲੋਂ ਜਿਹੜੀ ਅਵਾਰਡ ਹੈ ਬਣਾਈ ਜਾਂਦੀ ਹੈ। ਜੇ ਇਹ 5 ਮੈਂਬਰੀ ਕਮੇਟੀ ਹੈ, ਜੇ ਪੰਜਾਂ ਦੇ ਵਿੱਚੋਂ ਕੋਈ ਬੰਦਾ ਇਸ ਆਰਬਿਟ੍ਰੇਸ਼ਨ ਅਵਾਰਡ ਦੇ ਨਾਲ ਸਹਿਮਤ ਨਹੀਂ ਹੁੰਦਾ, ਮੰਨ ਲਓ ਜਿਹੜਾ ਬਹੁਮਤ ਹੁੰਦਾ ਹੈ, ਠੀਕ ਹੈ, ਬਹੁਮਤ ਆਪਦਾ ਫੈਸਲਾ ਲਿਖ ਦਿੰਦਾ ਹੈਗਾ, ਤੇ ਜਿਹੜਾ ਆਰਬਿਟਰੇਟਰ ਉਸ ਗੱਲ ਦੇ ਨਾਲ ਸਹਿਮਤ ਨਹੀਂ ਹੁੰਦਾ, ਉਹ ਆਪਦਾ ਸਾਈਨ ਕਰਕੇ ਉੱਪਰ ਲਿਖ ਦਿੰਦਾ ਵੀ ਮੈਂ ਇਸ ਗੱਲ ਦੇ ਨਾਲ ਕਿਉਂ ਸਹਿਮਤ ਨਹੀਂ ਹੈਗਾ, ਠੀਕ ਹੈ, ਉਹ ਆਪਣੇ ਰੀਜ਼ਨ ਦੇ ਕੇ ਆਪਣੇ ਸਾਈਨ ਕਰ ਦਿੰਦਾ ਹੈ। ਅਦਰਵਾਈਜ਼ ਜਿਹੜੀ ਬਹੁਮਤ ਹੈਗੀ ਹੈ, ਬਹੁਮਤ ਦੇ ਵੱਲੋਂ ਜਿਹੜੀ ਰਿਪੋਰਟ ਬਣਾਈ ਜਾਂਦੀ ਹੈ, ਉਹ ਬਣਾਈ ਜਾਂਦੀ ਹੈ। ਫਿਰ ਕੀ ਹੁੰਦਾ, ਸਬਸੈਕਸ਼ਨ 2 ਦੇ ਵਿੱਚ ਦਾ ਆਰਬਿਟਰ ਸ਼ੈਲ ਪ੍ਰੈਜ਼ੈਂਟ ਦਾ ਅਵਾਰਡ ਟੂ ਦਾ ਰੈਵਨਿਊ ਆਫਿਸਰ। ਫਿਰ ਇਹ ਜਿਹੜੀ ਅਵਾਰਡ ਬਣਾ ਲਈ, ਜਿਸ ਰੈਵਨਿਊ ਆਫਿਸਰ ਨੇ ਉਹਨੂੰ ਇਹ ਭੇਜਿਆ ਸੀਗਾ ਰੈਫਰੈਂਸ, ਉਸ ਦੇ ਵਿੱਚ ਉਸ ਰੈਵਨਿਊ ਆਫਿਸਰ ਦੇ ਇਹ ਪ੍ਰੈਜ਼ੈਂਟ ਕੀਤੀ ਜਾਂਦੀ ਹੈ ਇਨ ਪਰਸਨ, ਖੁਦ ਆ ਕੇ ਪੇਸ਼ ਕਰਦੇ ਨੇ, ਅਨਲੈਸ ਦੈਟ ਆਫਿਸਰ ਪਰਮਿਟਸ them ਟੂ ਪ੍ਰੈਜ਼ੈਂਟ ਦਿਸ, ਜਾਂ ਫਿਰ ਇਹ ਏਜੰਟ ਰਾਹੀਂ ਵੀ ਭੇਜੀ ਜਾ ਸਕਦੀ ਹੈ ਜਿਹੜੀ ਅਵਾਰਡ ਹੈਗੀ ਹੈ, ਜਿਵੇਂ ਰੈਵਨਿਊ ਆਫਿਸਰ ਨੇ ਕਿਹਾ ਹੋਵੇ ਉਸੇ ਤਰੀਕੇ ਨਾਲ ਜਿਹੜੀ ਇਹ ਅਵਾਰਡ ਹੈ ਸਬਮਿਟ ਕੀਤੀ ਜਾਂਦੀ ਹੈ ਰੈਵਨਿਊ ਕੋਰਟ ਦੇ ਵਿੱਚ। ਪ੍ਰੋਸੀਜਰਸ ਔਰ ਪ੍ਰੈਜੈਂਟੇਸ਼ਨ ਆਫ ਦਾ ਅਵਾਰਡ, ਫਿਰ ਕੀ ਪ੍ਰੋਸੀਜਰ ਅਡਾਪਟ ਕੀਤਾ ਜਾਂਦਾ ਜਦੋਂ ਇਹ ਅਵਾਰਡ ਪ੍ਰੈਜ਼ੈਂਟ ਹੋਗੀ। ਵੈਨ ਦਾ ਅਵਾਰਡ ਹੈਜ਼ ਬੀਨ ਰਿਸੀਵਡ ਦਾ ਰੈਵਨਿਊ ਆਫਿਸਰ ਸ਼ੈਲ, ਇਫ ਦਾ ਪਾਰਟੀਜ਼ ਆਰ ਪ੍ਰੈਜ਼ੈਂਟ, ਜਿੱਦਾਂ ਪਾਰਟੀਆਂ ਪ੍ਰੈਜ਼ੈਂਟ ਨੇ, ਜਿਹੜੇ ਆਰਬਿਟਰੇਟਰ ਨੇ ਉਹ ਪਾਰਟੀ ਨੂੰ ਨਾਲ ਲੈ ਕੇ ਕੋਰਟ ਦੇ ਵਿੱਚ ਆ ਗਏ, ਠੀਕ ਹੈ, ਫਿਰ ਤਾਂ ਗੱਲ ਵੱਖਰੀ ਹੈ। ਜੇ ਪਾਰਟੀਆਂ ਲੈ ਕੇ ਨਹੀਂ ਆਈਆਂ, ਪਾਰਟੀਆਂ ਨੂੰ ਜਿਹੜੇ ਆਰਬਿਟਰੇਟਰ ਨੇ ਪਾਰਟੀ ਨੂੰ ਨਾਲ ਲੈ ਕੇ ਨਹੀਂ ਆਏ ਹੈਗੇ, ਆਪਦੀ ਅਵਾਰਡ ਸਬਮਿਟ ਕਰਕੇ, ਤਾਂ ਫਿਰ ਰੈਵਨਿਊ ਆਫਿਸਰ ਵੱਲੋਂ ਕੀ ਇੱਕ ਸਮਾਂ ਦਿੱਤਾ ਜਾਂਦਾ, ਇੱਕ ਡੇਟ ਫਿਕਸ ਕੀਤੀ ਜਾਂਦੀ ਹੈ ਵੀ ਸਮੇਤ ਆਰਬਿਟਰੇਟਰ ਤੇ ਸਮੇਤ ਪਾਰਟੀਆਂ ਇੱਕ ਫਲਾਣੀ ਤਰੀਕ ਨੂੰ ਜਿਹੜੀਆਂ ਹੈਗੀਆਂ ਕੋਰਟ ਦੇ ਵਿੱਚ ਆ ਕੇ ਆਪਣੇ ਆਪਣੇ ਪੱਖ ਪੇਸ਼ ਕਰਨਗੀਆਂ, ਆਪਣੇ ਜੇ ਕੋਈ ਆਬਜੈਕਸ਼ਨਸ ਉਹਨਾਂ ਨੂੰ ਹੈਗਾ ਇਸ ਆਰਬਿਟ੍ਰੇਸ਼ਨ ਅਵਾਰਡ ਦੇ ਸੰਬੰਧੀ ਉਹ ਪੇਸ਼ ਕਰਨਗੀਆਂ, ਰੀਜ਼ਨ ਦੇਣਗੀਆਂ। Any arbitrator dissenting from award made by majority of the 134 ਪੜ੍ਹ ਰਹੇ ਸੀਗੇ, where a date has been fixed for the consideration of an award, the revenue officer shall on that date hear any objections, ਪਾਰਟੀਆਂ ਦੇ ਜਿਹੜੇ ਇਤਰਾਜ਼ ਨੇ ਉਹ ਸੁਣੇ ਜਾਣਗੇ ਰੈਵਨਿਊ ਆਫਿਸਰ ਵੱਲੋਂ। ਫਿਰ ਉਸ ਤੋਂ ਬਾਅਦ ਕੀ ਹੋਏਗਾ, ਜੇਕਰ ਰੈਵਨਿਊ ਆਫਿਸਰ ਨੂੰ ਲੱਗਦਾ ਵੀ ਜਿਹੜੀ ਅਵਾਰਡ ਹੈਗੀ ਹੈ ਠੀਕ ਹੈਗੀ ਹੈ, the revenue officer may also, if he thinks fit, question the arbitrator, ਆਰਬਿਟਰੇਟਰ ਨੂੰ ਵੀ ਕੁਐਸਚਨ ਕੀਤਾ ਜਾ ਸਕਦਾ ਹੈ ਉਸ ਅਵਾਰਡ ਸੰਬੰਧੀ। ਕਿਸੇ ਪਾਰਟੀ ਨੂੰ ਨੇ ਕੋਈ ਇਤਰਾਜ਼ ਕੀਤਾ, ਉਸ ਇਤਰਾਜ਼ ਦਾ ਜਿਹੜਾ ਆਰਬਿਟਰੇਟਰ ਹੈ ਉਹਨੇ ਕੀ ਹੱਲ ਕੀਤਾ ਹੈਗਾ, ਉਹਦੇ ਸੰਬੰਧੀ ਵੀ ਜਿਹੜਾ ਹੈਗਾ ਉਸ ਨੂੰ ਕੁਐਸਚਨ ਕੀਤਾ ਜਾ ਸਕਦਾ ਹੈ ਰੈਵਨਿਊ ਆਫਿਸਰ ਵੱਲੋਂ ਆਰਬਿਟਰੇਟਰ ਨੂੰ। which the parties may have to make to the award, the revenue officer may also, if he thinks fit, question the arbitrator as to grounds of their award, effect of the award। अगला सेक्शन हैगा 135। ਇਹ ਸਾਰੀ ਕਾਰਵਾਈ ਜਦੋਂ ਆਬਜੈਕਸ਼ਨ ਵਗੈਰਾ ਸੁਣ ਲਏ, ਆਰਬਿਟਰ ਨੂੰ ਸੁਣ ਲਿਆ, ਪਾਰਟੀਆਂ ਨੂੰ ਸੁਣ ਲਿਆ, ਇਤਰਾਜ਼ ਸੁਣੇ ਗਏ, ਉਸ ਤੋਂ ਬਾਅਦ 135 ਦੇ ਵਿੱਚ ਕੀ ਹੈਗਾ, ਜਿਹੜੀ ਅਵਾਰਡ ਹੈ ਉਹਨੂੰ ਇਫੈਕਟ ਦੇਣਾ ਹੈ। ਕੀ ਹੈ, ਜਿਹੜੀ ਰੈਵਨਿਊ ਆਫਿਸਰ ਹੈ ਉਹ ਅਵਾਰਡ ਨੂੰ ਅਸੈਪਟ ਵੀ ਕਰ ਸਕਦਾ ਹੈ ਐਜ਼ ਇਟ ਇਜ਼, ਵੀ ਹਾਂ ਠੀਕ ਹੈ ਜਿਹੜੀ ਅਵਾਰਡ ਦਿੱਤੀ ਹੈ ਤੁਸੀਂ ਜੋ ਫੈਸਲਾ ਕੀਤਾ ਹੈਗਾ ਮੈਂ ਸੈਟਿਸਫਾਈ ਹਾਂ ਇਹਦੇ ਨਾਲ, ਠੀਕ ਹੈ, ਜਾਂ ਉਹਦੇ 'ਚ ਅਮੈਂਡਮੈਂਟ ਵੀ ਕੀਤੀ ਜਾ ਸਕਦੀ ਹੈ ਜੋ ਅਵਾਰਡ ਆਈ ਹੈ ਆਰਬਿਟਰੇਟਰ ਵੱਲੋਂ ਵੀ ਨਹੀਂ ਇਹਦੇ ਵਿੱਚ ਆਹ ਸੋਧ ਹੋਣੀ ਚਾਹੀਦੀ ਹੈ, ਉਹ ਸੋਧ ਵੀ ਕੀਤੀ ਜਾ ਸਕਦੀ ਹੈ, ਜਾਂ ਫਿਰ ਦਿੱਤੀ ਜਿਹੜੀ ਅਵਾਰਡ ਹੈ ਉਹ ਸਾਰੀ ਨੂੰ ਰਿਜੈਕਟ ਵੀ ਕੀਤਾ ਜਾ ਸਕਦਾ ਹੈ ਵੀ ਨਹੀਂ ਤੁਹਾਡੀ ਜਿਹੜੀ ਅਵਾਰਡ ਹੈ ਫੈਸਲਾ ਤੁਹਾਡਾ ਇਹ ਸਹੀ ਨਹੀਂ ਹੈਗਾ। ਰਿਕਾਰਡਿੰਗ ਹਿਜ਼ ਰੀਜ਼ਨਸ ਫਾਰ ਡੂਇੰਗ ਸੋ in his decision respecting the disputes which was referred to the arbitrator, accept ਵੀ ਕਰ ਸਕਦਾ ਹੈ, modify ਵੀ ਕਰ ਸਕਦਾ ਹੈ, ਔਰ reject ਵੀ ਕੀਤੀ ਜਾ ਸਕਦੀ ਹੈ। an appeal shall lie from the decision, an appeal shall lie from the decision as if arbitrators had not been appointed। ਜਿਹੜਾ ਵੀ ਆਰਡਰ ਕੋਈ ਸੁਣਾਇਆ ਜਾਏਗਾ ਬਾਅਦ ਦੇ ਵਿੱਚ ਰੈਵਨਿਊ ਆਫਿਸਰ ਵੱਲੋਂ, ਠੀਕ ਹੈ, ਉਸ ਆਰਡਰ ਦੀ ਅਪੀਲ ਤਾਂ ਫਾਈਲ ਹੋ ਸਕਦੀ ਹੈ, ਪਰ ਉਹਦੇ ਵਿੱਚ ਇਹ ਜਿਹੜੀ ਆਰਬਿਟ੍ਰੇਸ਼ਨ ਦੀ ਜਿਹੜੀ ਗੱਲ ਹੈਗੀ ਹੈ ਇਹ ਸਮਝਿਆ ਜਾਏਗਾ ਵੀ ਆਰਬਿਟਰ ਤਾਂ ਕੋਈ ਨਿਯੁਕਤ ਕੀਤਾ ਹੀ ਨਹੀਂ ਹੈਗਾ, ਜਿਹੜਾ ਫੈਸਲਾ ਕੀਤਾ ਹੈ ਉਹ ਰੈਵਨਿਊ ਕੋਰਟ ਨੇ ਕੀਤਾ ਹੈ। ਨੈਕਸਟ ਚੈਪਟਰ 11 ਇਜ਼ ਨਾਟ ਇੰਪੋਰਟੈਂਟ, ਛੋੜ ਦੱਸੋ। ਨੈਕਸਟ
ਦੋ ਸੈਕਸ਼ਨ ਨੇ ਦੀਆਂ ਸਪਲੀਮੈਂਟਲ ਪ੍ਰੋਵੀਜ਼ਨਸ ਇਹ ਵੀ ਕੁਝ ਨਹੀਂ ਹੈਗਾ, ਛੱਡ ਦੋ ਸਭ। execution of orders of the civil and criminal courts by the revenue officers। ਇਹ ਆਪਾਂ ਰੋਜ਼ ਕਰਦੇ ਹਾਂ, ਸਾਡੇ ਕੋਲ ਰੋਜ਼ ਆਰਡਰ 38, ਆਰਡਰ 39, ਰੂਲ 1 ਐਂਡ 2 ਦੇ ਤਹਿਤ ਸਾਡੇ ਕੋਲ ਰੋਜ਼ ਕੋਰਟਾਂ ਦੇ, ਸਿਵਲ ਕੋਰਟਾਂ ਦੇ ਆਰਡਰਸ ਆਉਂਦੇ ਹੈਗੇ ਆ, ਉਹਨਾਂ ਦੀ ਅਸੀਂ ਐਗਜ਼ੀਕਿਊਸ਼ਨ ਕਰਦੇ ਹਾਂ, ਕਬਜ਼ਾ ਕਾਰਵਾਈ ਕਰਦੇ ਹਾਂ, ਅਟੈਚਮੈਂਟ ਕਰਦੇ ਹਾਂ, ਬੋਲੀਆਂ ਕਰਦੇ ਹਾਂ। ਠੀਕ ਹੈ, ਇਹ ਉਹਦੇ ਸੰਬੰਧੀ ਦੱਸਿਆ ਗਿਆ ਹੈਗਾ। ਐਗਜ਼ੀਕਿਊਸ਼ਨ ਆਫ ਆਰਡਰਸ ਆਫ ਦ ਸਿਵਲ ਐਂਡ ਕ੍ਰਿਮੀਨਲ ਕੋਰਟਸ। ਕ੍ਰਿਮੀਨਲ ਕੋਰਟ ਦਾ ਆਰਡਰ ਵੀ ਹੋ ਸਕਦਾ, ਕਿਸੇ ਦੀ ਪ੍ਰਾਪਰਟੀ ਅਟੈਚ ਕ੍ਰਿਮੀਨਲ ਕੋਰਟ ਵੀ ਕਰ ਸਕਦੀ ਹੈ, ਬੋਲੀ ਕਰਨ ਲਈ ਕ੍ਰਿਮੀਨਲ ਕੋਰਟ ਵੀ ਕਹਿ ਸਕਦੀ ਹੈ, ਸਿਵਲ ਕੋਰਟ ਵੀ ਕਹਿ ਸਕਦੀ ਹੈ, ਰੈਵਨਿਊ ਕੋਰਟ ਤਾਂ ਕਹਿ ਹੀ ਸਕਦੀ ਹੈ। ਠੀਕ ਹੈ, 141 ਕੀ ਕਹੇਗਾ, ਆਰਡਰਸ ਆਫ ਦ ਸਿਵਲ ਐਂਡ ਕ੍ਰਿਮੀਨਲ ਕੋਰਟਸ ਫॉर द ਐਗਜ਼ੀਕਿਊਸ਼ਨ ਆਫ ਪ੍ਰੋਸੈਸਸ ਅਗੇਂਸਟ ਲੈਂਡ ਦੇ ਅਗੇਂਸਟ ਕੋਈ ਪ੍ਰੋਸੈਸ ਅਡਾਪਟ ਕਰਨਾ ਹੈਗਾ, ਔਰ ਪ੍ਰੋਡਿਊਸ ਜਾਂ ਕੋਈ ਪ੍ਰੋਡਿਊਸ ਖੜੀ ਫਸਲ ਹੈ ਉਹਦੇ ਅਗੇਂਸਟ ਕੋਈ ਪ੍ਰੋਸੈਸ ਅਡਾਪਟ ਕਰਨਾ ਹੈਗਾ, ਅਟੈਚਮੈਂਟ ਕਰਨੀ ਹੈ, सेल करनी है, प्रॉपर्टी अटैच करनी है या सेल करनी है, या फिर और डिलीवरी ऑफ एनी लैंड या कोई कब्जा कार्रवाई करनी है या कोई होर इंटरस्ट है उस प्रॉपर्टी ਦੇ। ठीक है, इस संबंधी जो कोई कार्रवाई करनी है तो ਜਿਹੜਾ ਆਰਡਰ ਹੈਗਾ ਉਹ ਕੰਸਰਨਡ ਕਲੈਕਟਰ ਨੂੰ ਭੇਜਿਆ ਜਾਂਦਾ ਹੈ। ਕੰਸਰਨਡ ਕਲੈਕਟਰ ਨੂੰ ਭੇਜਿਆ ਜਾਂਦਾ ਹੈ ਸਿਵਲ ਕੋਰਟ ਵੱਲੋਂ ਜਾਂ ਕ੍ਰਿਮੀਨਲ ਕੋਰਟ ਵੱਲੋਂ। ਕੰਸਰਨਡ ਕਲੈਕਟਰ ਨੂੰ ਭੇਜਿਆ ਜਾ ਸਕਦਾ ਹੈ ਜਾਂ ਫਿਰ ਉਹ ਕੰਸਰਨਡ ਰੈਵਨਿਊ ਆਫੀਸਰ ਜਿਸ ਦੇ ਅਧਿਕਾਰ ਖੇਤਰ ਦੇ ਵਿੱਚ ਉਹ ਪਿੰਡ ਪੈਂਦਾ ਹੋਵੇ, ਉਹ ਪ੍ਰਾਪਰਟੀ ਪੈਂਦੀ ਹੋਵੇ, ਉਸ ਨੂੰ ਭੇਜਿਆ ਜਾ ਸਕਦਾ ਹੈ। ਨੈਕਸਟ ਹੈ ਸੈਕਸ਼ਨ 142 ਅਟੈਚਮੈਂਟ ਆਫ ਅਸਾਈਨਡ ਲੈਂਡ ਰੈਵਨਿਊ। ਅਸਾਈਨਡ ਲੈਂਡ ਰੈਵਨਿਊ ਦੀ ਗੱਲ ਹੁਣ ਬਿਲਕੁਲ ਹੀ ਖਤਮ ਹੋ ਚੁੱਕੀ ਹੈ। ਅਸਾਈਨਡ ਲੈਂਡ ਰੈਵਨਿਊ ਉਹ ਹੁੰਦਾ ਹੈਗਾ ਜਦੋਂ ਕਿਸੇ ਜ਼ਗੀਰਦਾਰ ਨੂੰ ਜਾਂ ਕਿਸੇ ਮਿਲਟਰੀ ਦੇ ਕਿਸੇ ਆਫੀਸਰ ਨੂੰ ਜਿਹੜਾ ਮਾਮਲਾ ਹੈਗਾ, ਜ਼ਗੀਰਦਾਰ ਨੂੰ ਜਿਹੜਾ ਮਾਮਲਾ ਇਕੱਠਾ ਕਰਕੇ ਦਿੱਤਾ ਜਾਂਦਾ ਹੈ, ਨਾ ਤਾਂ ਮਾਮਲਾ ਇਕੱਠਾ ਹੁੰਦਾ ਹੈ, ਠੀਕ ਹੈ, ਨਾ ਹੀ ਕਿਸੇ ਨੂੰ ਪੇ ਕੀਤਾ ਜਾਂਦਾ ਹੈ। ਉਹਦੀ ਗੱਲ ਕੀਤੀ ਗਈ ਵੀ ਅਟੈਚਮੈਂਟ ਆਫ ਸਾਈਨ ਲੈਂਡ ਰੈਵਨਿਊ, ਜੇ ਕੋਈ ਮਾਮਲਾ ਕਿਸੇ ਨੂੰ ਅਟੈਚ ਦਿੱਤਾ ਗਿਆ ਸਾਈਨ ਕਰਕੇ, ਉਹ ਮਾਮਲੇ ਨੂੰ ਵੀ ਅਟੈਚ ਕੀਤਾ ਜਾ ਸਕਦਾ ਹੈ। ਉਹ ਮਾਮਲੇ ਨੂੰ ਅਟੈਚ ਕਿਵੇਂ ਕੀਤਾ ਜਾ ਸਕਦਾ ਹੈ ਵੀ ਉਹ ਜਿਸ ਵਿਅਕਤੀ ਤੋਂ ਮਾਮਲਾ ਉਹ ਲੈਣਾ ਹੁੰਦਾ ਹੈ, ਠੀਕ ਹੈ, ਉਹ ਤੋਂ ਉਹਨੂੰ ਡਾਇਰੈਕਟ ਆਰਡਰ ਕੀਤਾ ਜਾਂਦਾ ਵੀ ਤੁਸੀਂ ਇਹ ਜਿਹੜਾ ਮਾਮਲਾ ਪੇ ਕਰਨਾ ਹੈਗਾ, ਪੇ ਟੂ ਦਾ ਕਲੈਕਟਰ, ਵੀ ਕਲੈਕਟਰ ਜਾਂ ਕਲੈਕਟਰ ਦੇ ਕਿਸੇ ਬੰਦੇ ਨੂੰ ਜਿਹੜਾ ਵੀ ਨੋਮੀਨੇਟ ਕੀਤਾ ਗਿਆ ਹੁੰਦਾ, ਠੀਕ ਹੈ, ਉਹਨੂੰ ਪੇਮੈਂਟ ਕੀਤੀ ਜਾਵੇ। ਇਹ ਚ ਨਹੀਂ ਕਿ ਹੈਗਾ, ਹੋਰ ਕੁਝ ਨਹੀਂ ਇਹਦੇ ਵਿੱਚ ਹੈਗਾ। ਨੈਕਸਟ ਹੈਗਾ ਪ੍ਰੀਜ਼ਰਵੇਸ਼ਨ ਆਫ ਅਟੈਚਡ ਪ੍ਰੋਡਿਊਸ। ਮੰਨ ਲਓ ਖੜੀ ਫਸਲ ਅਟੈਚ ਕਰ ਲਈ, ਖੜੀ ਫਸਲ ਅਟੈਚ ਕਰ ਲਈ, ਫਰਜ਼ ਕਰ ਲਓ ਕਣਕ ਖੜੀ ਹੈ, ਠੀਕ ਹੈ, ਕਣਕ ਪੱਕਣ ਦੇ ਕਿਨਾਰੇ ਵੀ ਆ ਗਈ, ਜੇ ਕਣਕ ਪੱਕਦੀ ਨੂੰ ਜੇ ਟਾਈਮ ਸਿਰ ਨਾ ਕੱਟਿਆ ਗਿਆ ਤਾਂ ਉਹ ਜਿਹੜੀ ਕਣਕ ਹੈ ਸਾਰੀ ਝੜ ਝੁੜ ਵੀ ਸਕਦੀ ਹੈ, ਠੀਕ ਹੈ। ਇਸ ਕਰਕੇ ਪ੍ਰੀਜ਼ਰਵੇਸ਼ਨ ਆਫ ਅਟੈਚ ਪ੍ਰੋਡਿਊਸ, ਉਹਨੂੰ ਪ੍ਰੀਜ਼ਰਵ ਕਿਵੇਂ ਕਰਨਾ ਹੈਗਾ ਤਾਂ ਕਿ ਉਹ ਖਰਾਬ ਨਾ ਹੋਵੇ। ਇਸ ਕਰਕੇ ਸੈਕਸ਼ਨ 143 ਚ ਕਿਹਾ ਗਿਆ ਹੈਗਾ ਵੀ ਜਿਹੜਾ ਵਿਅਕਤੀ ਹੈਗਾ ਜਿਹਨੇ ਉਹ ਪ੍ਰਾਪਰਟੀ, ਜਿਹਨੇ ਉਹ ਮੰਨ ਲਓ ਅਟੈਚ ਤਾਂ ਕਿਸੇ ਹੋਰ ਨੇ ਕਰਾਈ ਹੈ, ਕਿਸੇ ਹੋਰ ਨੇ ਡਿਗਰੀ ਲਈ ਵੀ ਸੀ, ਉਹਨੇ ਅਟੈਚ ਕਰਵਾਈ ਹੈ, ਪਰ ਬੀਜੀ ਕਿਸੇ ਹੋਰ ਵਿਅਕਤੀ ਨੇ ਹੈ, ਇਹ ਸੈਕਸ਼ਨ 143 ਅਲਾਉ ਕਰਦਾ ਹੈਗਾ ਵੀ ਜਿਹੜਾ ਜਿਸ ਵਿਅਕਤੀ ਨੇ ਇਹ ਫਸਲ ਬੀਜੀ ਸੀਗੀ ਉਸ ਨੂੰ ਵੀ ਰੈਵਨਿਊ ਆਫੀਸਰ ਕਹਿ ਸਕਦਾ ਹੈ ਵੀ ਤੁਸੀਂ ਇਸ ਨੂੰ ਵੱਢ ਕੇ ਝਾੜ ਕੇ ਇਹਨੂੰ ਸਟੋਰ ਕਰ ਲਓ। The attachment of the produce of any land in pursuance of an order of the court or other authority shall not prevent the person to whom the produce belongs। ਵੀ ਉਸ ਵਿਅਕਤੀ ਨੂੰ ਪ੍ਰੀਵੈਂਟ ਨਹੀਂ ਕਰਦੀ ਵੀ ਉਹ ਨਹੀਂ ਹੱਥ ਲਾ ਸਕੇਗਾ, ਪ੍ਰਾਪਰਟੀ ਅਟੈਚ ਹੋ ਗਈ, ਫਸਲ ਅਟੈਚ ਹੋ ਗਈ, ਉਹ ਵਿਅਕਤੀ ਨੂੰ ਪ੍ਰੀਵੈਂਟ ਨਹੀਂ ਕਰਦੀ ਹੈਗੀ ਜਿਸ ਵਿਅਕਤੀ ਨੇ ਉਹ ਫਸਲ ਬੀਜੀ ਸੀਗੀ। ਉਸ ਵਿਅਕਤੀ ਰਾਹੀਂ ਹੀ ਜਿਹੜੀ ਹੈਗੀ ਹੈ ਰੀਪਿੰਗ ਕਰਵਾਈ ਜਾ ਸਕਦੀ ਹੈ, ਗੈਦਰਿੰਗ ਕਰਵਾਈ ਜਾ ਸਕਦੀ ਹੈ, ਸਟੋਰਿੰਗ ਕਰਵਾਈ ਜਾ ਸਕਦੀ ਹੈ ਰੈਵਨਿਊ ਆਫੀਸਰ ਵੱਲੋਂ। ਜਿਸ ਵਿਅਕਤੀ ਨੇ ਬੀਜੀ ਸੀ ਫਸਲ, ਬੇਸ਼ੱਕ ਅਟੈਚ ਕਰਕੇ ਕਿਸੇ ਉਹਦੀ ਸੇਲ ਕਰਕੇ ਪੈਸੇ ਕਿਸੇ ਹੋਰ ਨੂੰ ਦੇਣੇ ਹੋਣ, ਠੀਕ ਹੈ। ਦੂਸਰਾ ਪੁਆਇੰਟ ਇਹ ਹੈਗਾ ਵੀ ਜੇਕਰ ਉਹ ਵਿਅਕਤੀ ਉਸ ਨੂੰ ਨਹੀਂ ਕਰਦਾ, ਨਾ ਰੀਪਿੰਗ ਕਰਦਾ ਹੈ, ਨਾ ਗੈਦਰਿੰਗ ਕਰਦਾ ਹੈ, ਨਾ ਸਟੋਰਿੰਗ ਕਰਦਾ, ਤਾਂ ਰੈਵਨਿਊ ਆਫੀਸਰ ਹੈਗਾ ਆਪਦੇ ਪੱਧਰ ਤੇ ਆਪਦੇ ਸਟਾਫ ਰਾਹੀਂ, ਆਪਦੇ ਕਿਸੇ ਹੋਰ ਵਿਅਕਤੀ ਦੇ ਰਾਹੀਂ, ਠੀਕ ਹੈ, ਉਸ ਫਸਲ ਨੂੰ ਰੀਪਿੰਗ ਕਰਵਾ ਕੇ, ਗੈਦਰਿੰਗ ਕਰਵਾ ਕੇ, ਸਟੋਰਿੰਗ ਕਰਵਾ ਸਕਦਾ ਹੈਗਾ। ਵੈਨ ਦਾ ਸੇਲ ਆਫ ਦਾ ਪ੍ਰੋਡਿਊਸ ਫੋਲੋਜ਼ ਔਨ ਇਟਸ ਅਟੈਚਮੈਂਟ ਦਾ ਪਰਚੇਜ਼ਰ ਸ਼ੈਲ ਬੀ ਇੰਟਾਈਟਲ। ਜਦੋਂ ਇਹ ਸੇਲ ਜਿਹੜੀ ਪ੍ਰੋਡਿਊਸ ਸੀਗੀ ਇਹ ਮਤਲਬ ਕਿ ਸਟੋਰਿੰਗ ਹੋ ਗਈ, ਸਟੋਰਿੰਗ ਹੋਣ ਤੋਂ ਬਾਅਦ ਜਦੋਂ ਇਹਦੀ ਸੇਲ ਕਰ ਦਿੱਤੀ ਮੰਨ ਲਓ, ਠੀਕ ਹੈ, ਸੇਲ ਕਰਨ ਤੋਂ ਬਾਅਦ ਜਿਹੜਾ ਵਿਅਕਤੀ, ਜਿਹੜਾ ਪਰਚੇਜ਼ਰ ਹੈਗਾ ਉਸ ਦੇ ਕੋਲ ਰਾਈਟ ਹੈ ਜਿੱਥੇ ਵੀ ਇਹ ਸਟੋਰ ਕਰਕੇ ਰੱਖੀ ਗਈ ਹੈਗੀ ਹੈ, ਮੇ ਬੀ ਦੈਟ ਪਾਰਟ ਜਿਹਦੀ ਜਗ੍ਹਾ ਹੋਵੇ ਉਹ ਜਿਹੜੀ ਦੀ ਹੋਵੇ ਜਾਂ ਜਿਹਨੇ ਬੀਜੀ ਸੀ ਉਹਦੀ ਮਾਲਕੀ ਹੈਗੀ, ਥਾਂ ਹੈਗੀ ਆ, ਉਸ ਥਾਂ ਦੇ ਉੱਪਰ ਜਿਹੜਾ ਪਰਚੇਜ਼ਰ ਹੈਗਾ ਉਹ ਐਂਟਰ ਕਰ ਸਕਦਾ, ਐਂਟਰ ਕਰਕੇ ਜਿਹੜੀ ਆਪਣੀ ਫਸਲ ਹੈਗੀ ਜਿਹੜੀ ਉਹਨੇ ਪਰਚੇਜ਼ ਕੀਤੀ ਹੈਗੀ ਹੈ ਆਕਸ਼ਨ ਦੇ ਵਿੱਚ ਉਹਨੂੰ ਉਠਾ ਸਕਦਾ, ਚੁੱਕ ਸਕਦਾ, ਸਾਰੀ ਕਾਰਵਾਈ ਕਰ ਸਕਦਾ ਹੈ।
ਨੈਕਸਟ ਹੈਗਾ ਡਿਵੀਜ਼ਨ ਆਫ ਦਾ ਪ੍ਰੋਡਿਊਸ। ਡਿਵੀਜ਼ਨ ਆਫ ਦਾ ਪ੍ਰੋਡਿਊਸ ਯਾਨੀ ਕਿ ਜਿਹੜੀ ਪੈਦਾਵਾਰ ਹੈਗੀ ਹੈ, ਜਿਵੇਂ ਪਹਿਲੇ ਆਪਣੇ ਜਿਵੇਂ ਸਮਾਂ ਸੀਗਾ, ਹੁਣ ਤਾਂ ਸਮਾਂ ਬਦਲ ਚੁੱਕਿਆ। ਪਹਿਲਾਂ ਬਟਾਈ ਤਿਹਾਈ ਜਿਹੜੀ ਹੈਗੀ ਸੀਗੀ, 1/3 ਬਟਾਈ ਲੈਂਦੇ ਸੀਗੇ ਜਿਹੜੇ ਮਾਲਕ ਸੀਗੇ, ਠੀਕ ਹੈ। 2/3 ਜਿਹੜਾ ਕਾਸ਼ਤਕਾਰ ਕਰਦਾ ਸੀਗਾ ਉਹ ਲੈਂਦਾ ਸੀ, ਨੀਰੇ ਚੋਂ ਨੀਰਾ ਲੈਂਦਾ ਸੀਗਾ, ਤਾਂ ਹੀ ਗਲਾਵਾ ਨੀਰਾ ਵਗੈਰਾ ਵਗੈਰਾ ਲਿਖਿਆ ਜਾਂਦਾ ਹੈਗਾ। ਜੇ ਕੋਈ ਚਾਰਾ ਵੇਚਿਆ ਸੀ, ਚਾਰੇ ਦਾ 1/3 ਲੈਂਦੇ ਸੀਗੇ, ਠੀਕ ਹੈ। ਪਰ ਜਿੱਥੇ ਕਿਤੇ ਪ੍ਰੋਡਿਊਸ ਦੇ ਵਿੱਚ ਵੰਡ ਵਡਾਈ ਦੀ ਗੱਲ ਆਉਂਦੀ ਸੀਗੀ, ਵੀ ਜਿਹੜੀ ਪ੍ਰੋਡਿਊਸ ਹੈਗੀ ਆ ਉਹ ਪਾਰਟੀਆਂ 'ਚ ਵੰਡੀ ਜਾਏਗੀ, ਟੈਨੈਂਟ ਹੈ ਤੇ ਲੈਂਡਲੌਰਡ ਹੈ ਉਹ 'ਚ ਵੰਡੀ ਜਾਏਗੀ ਆਪਸ ਦੇ ਵਿੱਚ। ਜਿੱਥੇ ਕਿਤੇ ਡਿਸਪਿਊਟ ਕ੍ਰੀਏਟ ਹੁੰਦਾ ਹੈ, ਡਿਵੀਜ਼ਨ ਆਫ ਦਾ ਪ੍ਰੋਡਿਊਸ ਦਾ ਆਈਦਰ ਆਫ ਦਾ ਫੋਲੋਇੰਗ ਕੇਸਿਸ ਨੇਮਲੀ ਲੈਂਡ ਰੈਵਨਿਊ ਇਜ਼ ਪੇਡ ਬਾਈ ਡਿਵੀਜ਼ਨ, ਜਾਂ ਜਿੱਥੇ ਤੱਕ ਕਿਤੇ ਜਿਹੜਾ ਮਾਮਲਾ ਹੈਗਾ, ਮਾਮਲਾ ਭਰਿਆ ਜਾਂਦਾ ਹੈ ਫਸਲ ਨੂੰ ਵੇਚ ਕੇ, ਉਹਦੀ ਡਿਵੀਜ਼ਨ ਕਰਕੇ, ਜਾਂ ਲਾਂਗੇ ਨੂੰ ਵੇਚ ਕੇ, ਅਪਰੇਜ਼ਮੈਂਟ ਮਤਲਬ ਕਿ ਜੇ ਕੱਢੀ ਕੁੱਢੀ ਨਹੀਂ ਗਈ ਫਸਲ ਉਹਨੂੰ ਵੇਚ ਕੇ ਮਾਮਲਾ ਭਰਿਆ ਜਾਂਦਾ ਹੈ। ਦੂਸਰਾ ਪੁਆਇੰਟ ਕੀ ਹੈ, ਇਨਫੀਰੀਅਰ ਲੈਂਡ ਓਨਰ ਹੁੰਦੇ ਆ, ਸੁਪੀਰੀਅਰ ਲੈਂਡ ਓਨਰ ਹੁੰਦੇ ਆ, ਉਹਨਾਂ ਦੀ ਆਪਸ ਦੇ ਵਿੱਚ ਦੀ ਹੈਗੀ ਹੈ ਵੀ ਕਿੰਨਾ ਪਾਰਟ ਉਹ ਲਏਗਾ, ਕਿੰਨਾ ਪਾਰਟ ਉਹ ਲਏਗਾ। ਜੇ ਕਿਤੇ ਆਪਸੀ ਡਿਸਪਿਊਟ ਹੁੰਦਾ ਤਾਂ ਰੈਵਨਿਊ ਆਫੀਸਰ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਡਿਸਪਿਊਟ ਹੈ ਅਪਰੇਜ਼ਮੈਂਟ ਦਾ, ਡਿਵੀਜ਼ਨ ਦਾ, ਪ੍ਰੋਡਿਊਸ ਨੂੰ ਵੰਡਣ ਦਾ, ਉਹ ਰੈਵਨਿਊ ਆਫੀਸਰ ਸੈਟਲ ਕਰ ਸਕਦਾ ਹੈਗਾ। ਇਹ ਜਿਹੜੀ ਸੈਟਲਮੈਂਟ ਹੁੰਦੀ ਹੈ ਇਹ ਕਿਹਦੇ ਤਹਿਤ ਹੁੰਦੀ ਹੈ? ਆਪਾਂ ਟੈਨੈਂਸੀ ਐਕਟ ਪੜ੍ਹ ਕੇ ਗਏ ਸੀਗੇ। ਅਸੈਸਰਸ, ਰੈਫਰੀਜ਼ ਵਗੈਰਾ ਨਿਯੁਕਤ ਕੀਤੇ ਜਾਂਦੇ ਨੇ, ਠੀਕ ਹੈ, ਫਸਲ ਨੂੰ ਵੰਡਣ ਦੀ ਖਾਤਰ। ਜੇ ਕਿਤੇ ਲੱਗਦਾ ਕਿਸੇ ਲੈਂਡ ਓਨਰ ਨੂੰ ਵੀ ਕਿਸੇ ਟੈਨੈਂਟ ਨੇ ਫਸਲ ਲੁਕੋ ਲਈ, ਠੀਕ ਹੈ, ਜਾਂ ਪੂਰੀ ਪੈਦਾਵਾਰ ਨਹੀਂ ਦਿਖਾਈ ਹੈਗੀ, ਤਾਂ ਉਹਦੇ ਸੰਬੰਧ ਵਿੱਚ ਉਹ ਜਿਹੜਾ ਲੈਂਡ ਓਨਰ ਹੈਗਾ ਉਹ ਮਾਲਕ ਰੈਵਨਿਊ ਕੋਰਟ ਦੇ ਵਿੱਚ ਐਪਲੀਕੇਸ਼ਨ ਦੇ ਸਕਦਾ ਹੈ ਵੀ ਸਾਡੀ ਇਹ ਜਿਹੜੀ ਫਸਲ ਹੈਗੀ ਹੈ ਇਹ ਬਣਵਾਈ ਜਾਵੇ ਮੌਕੇ ਤੇ ਜਾ ਕੇ। ਤਾਂ ਰੈਵਨਿਊ ਆਫੀਸਰ ਵੱਲੋਂ ਅਸੈਸਰ ਨਿਯੁਕਤ ਕੀਤਾ ਜਾਂਦਾ ਹੈਗਾ, ਰੈਫਰੀ ਨਿਯੁਕਤ ਕੀਤਾ ਜਾਂਦਾ ਹੈ ਮੌਕੇ ਤੇ ਜਾ ਕੇ। ਉਹ ਜਿਹੜੀ ਕਾਰਵਾਈ ਆਪਾਂ ਪਹਿਲਾਂ ਟੈਨੈਂਸੀ ਐਕਟ ਪੜ੍ਹਿਆ ਸੀ, ਇੱਥੇ ਵੀ ਕਿਹਾ ਹੈਗਾ ਵੀ ਟੈਨੈਂਸੀ ਐਕਟ ਦੀਆਂ ਕਾਰਵਾਈਆਂ ਹੈਗੀਆਂ ਨੇ ਉਹ ਲਾਗੂ ਹੁੰਦੀਆਂ ਨੇ ਡਿਵੀਜ਼ਨ ਦੇ ਲਈ। ਨੈਕਸਟ ਹੈਗਾ ਮਿਸਲੇਨੀਅਸ। ਮਿਸਲੇਨੀਅਸ ਦਾ ਹੈਡ ਹੈਗਾ ਸੈਕਸ਼ਨ 145 ਹੈ, ਵਿਲੇਜ ਸੈਸ। ਵਿਲੇਜ ਸੈਸਸ ਕੀ ਹੁੰਦੀਆਂ ਨੇ? ਵਿਲੇਜ ਸੈਸ ਜਦੋਂ ਕੋਈ ਸਪੈਸ਼ਲ ਰਿਵੀਜ਼ਨ ਹੁੰਦੀ ਹੈ ਰਿਕਾਰਡ ਦੀ, ਠੀਕ ਹੈ, ਕਿਸੇ ਲੋਕਲ ਏਰੀਆ ਦੇ ਵਿੱਚ ਕੋਈ ਕੰਮ ਕਾਰ ਕਰਵਾਏ ਜਾਂਦੇ ਨੇ ਗਵਰਨਮੈਂਟ ਵੱਲੋਂ, ਤਾਂ ਉਹਦੇ ਸੰਬੰਧੀ ਕੀ ਹੁੰਦਾ, ਪਿੰਡ ਦੇ ਮਾਲਕਾਂ ਤੋਂ, ਲੈਂਡ ਓਨਰਸ ਤੋਂ ਕੁਝ ਐਕਸਟਰਾ, ਜਿਹਨੂੰ ਆਪਾਂ ਐਡੀਸ਼ਨਲ ਲੈਂਡ ਰੈਵਨਿਊ ਕਹਿ ਦਿੰਦੇ ਆ, ਐਡੀਸ਼ਨਲ ਲੈਂਡ ਰੈਵਨਿਊ ਕਹਿ ਦਿੰਦੇ ਆ, ਲੋਕਲ ਰੇਟ ਕਹਿ ਦਿੰਦੇ ਆ। ਮਾਮਲਾ ਵੱਖਰਾ ਹੋ ਗਿਆ, ਲੋਕਲ ਰੇਟ ਵੱਖਰਾ ਹੋ ਗਿਆ। ਇਦਾਂ ਦੀਆਂ ਕੁਝ ਅਮਾਊਂਟ ਜਿਹੜੀਆਂ ਹੈਗੀਆਂ ਨੇ ਉਹ ਸਰਕਾਰ ਵੱਲੋਂ ਫਿਕਸ ਕੀਤੀਆਂ ਜਾਂਦੀਆਂ ਨੇ ਉਹਨਾਂ ਲੋਕਾਂ ਤੋਂ ਕਲੈਕਸ਼ਨ ਦੇ ਸੰਬੰਧ ਵਿੱਚ। ਐਟ ਐਨੀ ਆਫ ਦਾ ਫੋਲੋਇੰਗ ਟਾਈਮਸ ਰਿਕਾਰਡ ਦੀ ਰਿਵੀਜ਼ਨ ਹੋ ਰਹੀ ਹੈ, ਲੋਕਲ ਏਰੀਆ ਦੇ ਵਿੱਚ ਕੋਈ ਅਸੈਸਮੈਂਟ ਹੋਈ ਹੈ, ਅਸੈਸਮੈਂਟ ਕਰਨ ਤੋਂ ਪਹਿਲਾਂ, ਰੀਅਸੈਸਮੈਂਟ ਕਰਨ ਤੋਂ ਪਹਿਲਾਂ ਉਹਦੇ ਖਰਚੇ ਵਗੈਰਾ ਵਾਸਤੇ ਕੁਝ ਪੈਸੇ ਕਲੈਕਸ਼ਨ ਕੀਤੀ ਜਾਂਦੀ ਹੈ, ਜਾਂ ਕਿਸੇ ਹੋਰ ਕਾਰਨ ਗਵਰਨਮੈਂਟ ਵੱਲੋਂ ਜਿਹੜੀ ਹੈਗੀ ਹੈ ਅਸੈਸ, ਗਵਰਨਮੈਂਟ ਵੱਲੋਂ ਸੈਸ ਲਗਾਈ ਗਈ ਹੈ। ਰੈਵਨਿਊ ਆਫੀਸਰ ਪ੍ਰਪੇਅਰ ਏ ਲਿਸਟ ਆਫ ਦਾ ਵਿਲੇਜ ਸੈਸਸ। ਰੈਵਨਿਊ ਆਫੀਸਰ ਵੱਲੋਂ ਆਪਣੇ ਪਟਵਾਰੀ ਹਲਕਾ ਰਾਹੀਂ, ਕਾਨੂੰਗੋ ਹਲਕਾ ਰਾਹੀਂ ਇੱਕ ਲਿਸਟ ਬਣਾਈ ਜਾਂਦੀ ਹੈ ਵੀ ਕਿਹੜੇ ਕਿਹੜੇ ਮਾਲਕ ਤੋਂ ਕਿੰਨੇ ਕਿੰਨੇ ਪੈਸੇ ਲੈਣੇ ਨੇ, ਤੇ ਉਹਦੀ ਜਿਹੜੀ ਅਪਰੂਵਲ ਲਈ ਜਾਂਦੀ ਸਰਕਾਰ ਤੋਂ। ਸਰਕਾਰ ਦੀ ਅਪਰੂਵਲ ਆਉਣ ਤੋਂ ਬਾਅਦ ਜਿਹੜੀ ਰਕਮ ਹੈਗੀ ਹੈ, ਠੀਕ ਹੈ, ਉਹਦੀ ਰਿਕਵਰੀ ਕੀਤੀ ਜਾਂਦੀ ਹੈ। ਦ ਸਟੇਟ ਗਵਰਨਮੈਂਟ ਮੇ ਇੰਪੋਜ਼ ਔਨ ਦ ਕਲੈਕਸ਼ਨ ਆਫ ਐਨੀ ਵਿਲੇਜ ਸੈਸ ਕੰਪਰਾਈਜ਼ਡ ਇਨ ਦ ਲਿਸਟ ਸਚ ਕੰਡੀਸ਼ਨਸ ਐਜ਼ ਟੂ ਦ ਪੁਲਿਸ। ਜਾਂ ਜਿਵੇਂ ਕਿਸੇ ਪਿੰਡ ਦੇ ਵਿੱਚ ਕੋਈ ਪੁਲਿਸ ਦੋ ਬੰਦੇ ਕੋਈ ਐਜ ਚੌਕੀਦਾਰ ਦੀ ਤਰ੍ਹਾਂ ਪੁਲਿਸ ਸਿਕਿਉਰਿਟੀ ਗਾਰਡ ਲਗਾਏ ਗਏ, ਜਾਂ ਕਿਸੇ ਪਿੰਡ ਦੇ ਵਿੱਚ ਕੋਈ ਮਾਰਕੀਟ ਐਸਟੈਬਲਿਸ਼ ਕੀਤੀ ਗਈ ਹੈ, ਕੋਈ ਕਿਸੇ ਤਰ੍ਹਾਂ ਦਾ ਕੋਈ ਕੰਮ ਕੀਤਾ ਗਿਆ ਕਿਸੇ ਪਿੰਡ ਦੇ ਵਿੱਚ, ਉਸ ਦੇ ਲਈ ਜਿਹੜੀ ਹੈਗੀ ਹੈ ਉਸ ਪਿੰਡ ਦੇ ਵਿੱਚੋਂ ਕੁਝ ਅਮਾਊਂਟਸ ਇਕੱਠੀ ਕੀਤੀਆਂ ਨੇ, ਜਿਹਨੂੰ ਕਹਿੰਦੇ ਢਾਲ ਪਾਈ ਜਾਂਦੀ ਹੈ, ਠੀਕ ਹੈ। ਸਰਕਾਰ ਆਪਦੇ ਪੱਧਰ ਤੇ ਕਰਦੀ ਹੈ, ਇਦਾਂ ਦੇ ਉਹ ਪਿੰਡ ਦੇ ਮਾਲਕਾਂ ਤੋਂ ਹੀ ਇਕੱਠੀ ਕੀਤੀ ਜਾਂਦੀ ਹੈ। State government may declare whether any cess contribution or due levied। ਗਵਰਨਮੈਂਟ ਡਿਕਲੇਅਰ ਕਰੇਗੀ ਵੀ ਇਹ ਜਿਹੜੀ ਵਿਲੇਜ ਸੈਸ ਹੈਗੀ ਹੈ ਇਹ ਕਿਸ ਤਰੀਕੇ ਦੇ ਨਾਲ ਇਕੱਠੀ ਕੀਤੀ ਜਾਣੀ ਹੈ, ਜਾਂ ਸਰਕਾਰ ਕੋਈ ਪੈਸਾ ਦੇਵੇਗੀ ਇਹਦੇ ਵਿੱਚ, ਜਾਂ ਲੋਕਾਂ ਤੋਂ ਸਾਰੀ ਲਈ ਜਾਣੀ ਹੈ। ਇਦਾਂ ਦੇ ਜਿਹੜੇ ਹੈਗੇ ਨੇ ਬਹੁਤ ਇੰਪੋਰਟੈਂਟ ਚੈਪਟਰ ਹੈਗਾ। ਚਲੋ ਜੀ ਅੱਗੇ ਚਲੋ। ਸੁਪੀਰੀਅਰ ਲੈਂਡ ਓਨਰਸ ਡਿਊਜ਼। ਜੇਕਰ ਸੁਪੀਰੀਅਰ ਲੈਂਡ ਓਨਰ ਨੇ ਕਿਸੇ ਇਨਫੀਰੀਅਰ ਲੈਂਡ ਓਨਰ ਤੋਂ ਕੋਈ ਕਿਰਾਇਆ ਲੈਣਾ ਹੈ, ਰੈਂਟ ਲੈਣਾ ਹੈਗਾ, ਉਹਦੇ ਸੰਬੰਧੀ ਕੋਈ ਡਿਸਪਿਊਟ ਕ੍ਰੀਏਟ ਹੋ ਜਾਂਦਾ ਹੈਗਾ, ਤਾਂ ਕਮਿਊਟ ਰੈਵਨਿਊ ਆਫੀਸਰ ਕੋਲੇ ਪਾਵਰ ਹੈਗੀ ਹੈ ਵੀ ਉਹ ਪਹਿਲਾਂ ਤਾਂ ਲੈਂਦੇ ਸੀ ਕਾਇੰਡ ਦੇ ਵਿੱਚ ਫਸਲ ਚੋਂ ਫਸਲ 1/3 ਜਿੰਨਾ ਵੀ ਸ਼ੇਅਰ ਉਹਨਾਂ ਨੇ ਆਪਸ 'ਚ 40-60 30-70 ਕੀਤਾ ਹੋਇਆ ਹੁੰਦਾ ਸੀ, ਪਰ ਹੁਣ ਉਹਦਾ ਡਿਸਪਿਊਟ ਰਹਿੰਦਾ ਹੈ ਆਪਸ ਦੇ ਵਿੱਚ। ਤਾਂ ਇਸ ਗੱਲ ਨੂੰ ਖਤਮ ਕਰਨ ਦੀ ਖਾਤਰ ਜਿਹੜੀ ਕਮਿਊਟ ਕੀਤੀ ਜਾ ਸਕਦੀ ਹੈ, ਪਰਸੈਂਟੇਜ ਫਿਕਸ ਕੀਤੀ ਜਾ ਸਕਦੀ ਹੈ ਪੇਮੈਂਟ ਦੀ। ਕਿਹਦੇ ਕੋਲੇ ਪਾਵਰ ਹੈ? ਕੌਣ ਫਿਕਸ ਕਰ ਸਕਦਾ ਹੈ ਇਹ ਪਰਸੈਂਟੇਜ? ਦ ਕਮਿਊਟ ਦੋਜ਼ ਡਿਊਜ਼ ਇਨਟੂ ਅ ਫਿਕਸਡ ਪਰਸੈਂਟੇਜ
of the land revenue payable by the inferior landowners। ਵੀ ਜਿਹੜਾ ਮਾਮਲਾ ਹੈਗਾ ਪਹਿਲਾਂ ਇਹ ਕਰਦੇ ਸੀਗੇ ਸੁਪੀਰੀਅਰ ਤੇ ਲੈਂਡ ਓਨਰ ਤੇ ਇਨਫੀਰੀਅਰ ਲੈਂਡ ਓਨਰ ਕਿੰਨਾ ਮਾਮਲਾ ਪੈਸਾ ਜਮ੍ਹਾਂ ਕਰਾਉਣਾ ਹੈਗਾ, ਠੀਕ ਹੈ, ਉਹ ਡਿਪੈਂਡ ਕਰਦਾ ਸੀਗਾ ਪ੍ਰੋਡਿਊਸ ਦੇ ਉੱਪਰ। ਫਿਰ ਹੁਣ ਰੈਵਨਿਊ ਆਫਿਸਰ ਕੋਲ ਅਥਾਰਟੀ ਹੈਗੀ ਹੈ, ਉਹ ਕਮਿਊਟ ਕਰਕੇ ਫਿਕਸ ਕਰ ਸਕਦਾ ਵੀ 30% ਤੂੰ ਦੇਗਾ, 70% ਤੂੰ ਦੇਗਾ। ਨਾਓ ਇਨ section 147 substitution of the services for the payment of the land revenue। ਕਈ ਥਾਂ ਤੇ ਕੀ ਸੀਗਾ, ਪੁਰਾਣੇ ਜ਼ਮਾਨੇ ਦੀ ਗੱਲ ਹੈ ਵੀ ਹੁਣ ਨਹੀਂ ਇਸ ਵੇਲੇ ਉਹਦੇ ਵਿੱਚ ਪ੍ਰੋਸੈਸ ਨਹੀਂ ਹੈਗੀ ਹੈ ਵੀ ਕੋਈ ਵਿਅਕਤੀ ਜਦੋਂ ਕੋਈ ਲੈਂਡ ਰੈਵਨਿਊ ਨਹੀਂ ਸੀ ਭਰ ਸਕਦਾ, ਕਿਸੇ ਕਾਰਨ ਉਹਦੇ ਕੋਲ ਪੈਸੇ ਦੀ ਜਿਹੜੀ ਕੈਸ਼ ਦੀ ਜਿਹੜੀ ਅਮਾਉਂਟ ਨਹੀਂ ਸੀ ਦੇ ਸਕਦਾ, ਠੀਕ ਹੈ, ਤਾਂ ਇਹ ਪ੍ਰੋਵੀਜ਼ਨ ਬਣਾਈ ਗਈ ਸੀ ਵੀ ਉਹ ਆਪਣੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਸੀ ਸਰਕਾਰ ਦੇ ਖਾਤੇ ਦੇ ਲਈ, ਸਰਕਾਰ ਦੇ ਲਈ ਆਪਣੀਆਂ ਪੇਮੈਂਟਸ ਸਰਵਿਸ ਦੇ ਸਕਦਾ ਹੈਗਾ, ਕੰਮ ਕਰਕੇ ਉਹਦਾ ਜਿਹੜਾ ਮਾਮਲਾ ਪੂਰਾ ਕਰ ਸਕਦਾ, ਲੈਂਡ ਰੈਵਨਿਊ ਪੂਰਾ ਕਰ ਸਕਦਾ ਹੈ। ਇਹਦੇ ਵਿੱਚ ਕੀ ਹੈਗਾ ਸੀਗਾ, ਜੇ ਕੋਈ ਵਿਅਕਤੀ ਇਦਾਂ ਦੀ ਐਗਰੀਮੈਂਟ ਕਰਦਾ ਸੀ ਗਵਰਨਮੈਂਟ ਦੇ ਨਾਲ ਵੀ ਹਾਂ ਮੈਂ ਇੰਨੇ ਸਮੇਂ ਦੇ ਲਈ ਸਰਕਾਰ ਦੇ ਲਈ ਕੰਮ ਕਰਾਂਗਾ ਤੇ ਮੇਰਾ ਜਿਹੜਾ ਮਾਮਲਾ ਹੈਗਾ ਉਹ ਪੂਰਾ ਹੋ ਜਾਏਗਾ, ਪਰ ਇਨ ਬਿਟਵੀਨ ਜੇਕਰ ਵਿਚਕਾਰ ਉਹ ਤਾਂ ਕੰਮ ਛੱਡ ਕੇ ਚਲਾ ਜਾਂਦਾ ਸੀਗਾ, ਠੀਕ ਹੈ, ਤਾਂ ਰੈਵਨਿਊ ਆਫਿਸਰ ਕੋਲੇ ਸਰਕਾਰ ਕੋਲੇ ਪਾਵਰ ਹੈਗੀ ਹੈ ਵੀ ਉਹ ਜਿਹੜਾ ਐਗਰੀਮੈਂਟ ਇਹਨੂੰ ਕੈਂਸਲ ਵੀ ਕਰ ਸਕਦੀ ਹੈ ਜਾਂ ਫਾਰਦਰ ਟਾਈਮਿੰਗ ਜਿੰਨੀ ਦੇਰ ਲਈ ਉਹਨੇ ਕੰਮ ਕਰ ਲਿਆ, ਮਤਲਬ ਕਿ ਮਾਮਲਾ ਮੰਨ ਲਓ 100 ਰੁਪਇਆ ਸੀਗਾ, ਕੁਝ ਅੱਧੇ ਦਿਨ ਲਈ ਉਹਨੇ ਕੰਮ ਕਰ ਲਿਆ, ਜਿੰਨੇ ਦਿਨ ਲਈ ਉਹਦੀ ਐਗਰੀਮੈਂਟ ਕੀਤਾ ਸੀ ਅੱਧੇ ਦਿਨ ਲਈ ਉਹਨੇ ਕੰਮ ਨਹੀਂ ਕੀਤਾ ਤਾਂ 50% ਜਿਹੜਾ ਮਾਮਲਾ ਸੀ ਉਹ ਰਿਮਿਟ ਕੀਤਾ ਜਾ ਸਕਦਾ ਸੀ, ਠੀਕ ਹੈ ਜੀ। ਇਫ ਏ ਲੈਂਡ ਓਨਰ ਬਾਉਂਡ ਬਾਈ ਐਨ ਐਗਰੀਮੈਂਟ ਪੇਇੰਗ ਲੈਂਡ ਰੈਵਨਿਊ ਫੇਲਸ, ਉਹੀ ਕਿਹਾ ਗਿਆ ਇਹਦੇ ਵਿੱਚ, ਹੋਰ ਕੁਝ ਨਹੀਂ ਹੈਗਾ ਵੀ ਰੈਵਨਿਊ ਆਫਿਸਰ ਕੋਲੇ ਸਰਕਾਰ ਕੋਲੇ ਪਾਵਰ ਹੈਗੀ ਆ ਉਹਦਾ ਜਿਹੜਾ ਲੈਂਡ ਰੈਵਨਿਊ ਹੈ ਉਹ ਪੂਰਾ ਵੀ ਮਾਫ ਕੀਤਾ ਜਾ ਸਕਦਾ ਹੈ, ਅੱਧਾ ਹੀ ਮਾਫ ਕੀਤਾ ਜਾਂਦਾ, ਪ੍ਰਪੋਰਸ਼ਨਲੀ ਜਿੰਨਾ ਕੰਮ ਉਹਨੇ ਕੀਤਾ ਉਹਦੇ ਮੁਤਾਬਕ ਉਹਦੀ ਮਾਮਲਾ ਹੈਗਾ ਮਾਫ ਕੀਤਾ ਜਾ ਸਕਦਾ ਹੈ, ਰਿਮਿਟ ਕੀਤਾ ਜਾ ਸਕਦਾ ਹੈ। ਬਾਕੀ ਦੀ ਜਿਹੜੀ ਅਮਾਉਂਟ ਹੈ ਐਜ਼ ਏਰੀਅਰ ਆਫ ਲੈਂਡ ਰੈਵਨਿਊ ਰਿਕਵਰੀ ਕੀਤੀ ਜਾ ਸਕਦੀ ਹੈ। 148 ਚ ਕੀ ਕਿਹਾ, ਰਿਕਵਰੀ ਆਫ ਦਾ ਕਾਸਟ ਆਫ ਅਸੈਸਿੰਗ ਅਸਾਈਨਡ ਲੈਂਡ ਰੈਵਨਿਊ। ਜਦੋਂ ਕੋਈ ਲੈਂਡ ਰੈਵਨਿਊ ਜਦੋਂ ਕੋਈ ਲੈਂਡ ਰੈਵਨਿਊ ਜਿਹੜਾ ਅਸੀਂ ਕਿਸ ਨੂੰ ਅਸਾਈਨ ਕੀਤਾ ਜਾਂਦਾ ਹੈ ਉਹਦੀ ਜਿਹੜੀ ਰਿਕਵਰ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਮੇ ਬੀ ਜਿਹਨੂੰ ਅਸਾਈਨ ਕੀਤਾ ਗਿਆ ਉਹਦੀ ਹੁੰਦੀ ਹੈ, ਪਰ ਉਹ ਕਿਸੇ ਕਾਰਨ ਉਹਦੀ ਰਿਕਵਰੀ ਨਹੀਂ ਕਰ ਸਕਦਾ ਤਾਂ ਰੈਵਨਿਊ ਆਫਿਸਰ ਵੱਲੋਂ ਜਿਹੜੀ ਰਿਕਵਰੀ ਕੀਤੀ ਜਾਂਦੀ ਹੈ ਤਾਂ ਰੈਵਨਿਊ ਆਫਿਸਰ ਵੱਲੋਂ ਉਹਦੀ ਅਮਾਊਂਟ ਜਿੰਨੀ ਕਾਸਟ ਪਈ ਹੈ ਰਿਕਵਰੀ ਕਰਨ ਤੇ, ਠੀਕ ਹੈ, ਉਹ ਕਾਸਟ ਕੱਟ ਕੇ ਹੀ ਜਿਹੜੀ ਬਾਕੀ ਦੀ ਅਮਾਊਂਟ ਹੈ ਡਿਡਕਟ ਕਰਕੇ ਹੀ ਬਾਕੀ ਦੀ ਅਮਾਊਂਟ ਹੈ ਜਿਹੜੀ ਜ਼ਗੀਰਦਾਰ ਨੂੰ ਦਿੱਤੀ ਜਾ ਸਕਦੀ ਹੈ। ਜੇਕਰ ਜ਼ਗੀਰਦਾਰ ਉਹ ਅਮਾਊਂਟ ਦੇਣ ਤੋਂ ਕਿਸੇ ਕਾਰਨ that the share may be recovered by the collector by the deduction of the amount thereof from the land revenue due to the, ਉਹ ਕੱਟ ਕੇ ਹੀ ਅਮਾਊਂਟ ਦੁਬਾਰਾ ਬਾਕੀ ਜਮ੍ਹਾਂ ਕਰਾਈ ਜਾ ਸਕਦੀ ਹੈ ਕਾਸਟ ਕੱਟ ਕੇ। 149 ਚ ਕੀ ਕਿਹਾ ਗਿਆ, penalty for failure to attend within limits of the state in obedience to the order of the revenue officer। ਜਦੋਂ ਰੈਵਨਿਊ ਆਫਿਸਰ ਵੱਲੋਂ ਕੋਈ ਆਰਡਰ ਜਾਰੀ ਕੀਤਾ ਜਾਂਦਾ, ਸੰਮਨ ਜਾਰੀ ਕੀਤਾ ਜਾਂਦਾ ਹੈ, ਨੋਟਿਸ ਜਾਰੀ ਕੀਤਾ ਜਾਂਦਾ ਕਿਸੇ ਵਿਅਕਤੀ ਨੂੰ ਆਪਦੀ ਕੋਰਟ ਵਿੱਚ ਪੇਸ਼ ਹੋਣ ਦੀ ਖਾਤਰ, ਚਾਹੇ ਸਮਨਿੰਗ ਰਾਹੀਂ ਹੋਵੇ ਚਾਹੇ ਨੋਟਿਸ ਰਾਹੀਂ ਹੋਵੇ, ਠੀਕ ਹੈ, ਚਾਹੇ ਕੋਈ ਆਰਡਰ ਭੇਜਿਆ ਗਿਆ ਹੋਵੇ ਚਾਹੇ ਕੋਈ ਮਨਾਦੀ ਕਰਾਈ ਗਈ ਹੋਵੇ, ਠੀਕ ਹੈ, ਇਹ ਸਾਰਾ ਆਰਡਰ ਮਿਲਣ ਸੰਮਨ ਮਿਲਣ ਤੋਂ ਬਾਅਦ ਨੋਟਿਸ ਮਿਲਣ ਤੋਂ ਬਾਅਦ ਮਨਾਦੀ ਦੀ ਕਾਰਵਾਈ ਸੁਣਨ ਤੋਂ ਬਾਅਦ ਜੇਕਰ ਫਿਰ ਵੀ ਕੋਈ ਵਿਅਕਤੀ ਰੈਵਨਿਊ ਆਫਿਸਰ ਦੀ ਕੋਰਟ ਦੇ ਵਿੱਚ ਸਮੇਂ ਸਿਰ ਨਹੀਂ ਪਹੁੰਚਦਾ ਹੈਗਾ ਤਾਂ ਰੈਵਨਿਊ ਆਫਿਸਰ ਕੋਲੇ, ਠੀਕ ਹੈ, ਅਧਿਕਾਰ ਹੈਗਾ ਤੇ ਉਸ ਨੂੰ ਪੈਨਲਟੀ ਲਗਾਈ ਜਾ ਸਕਦੀ ਹੈ। fails to comply with the requisition he shall liable to at the discretion of the revenue officer to a fine, ਤਾਂ ਉਸ ਨੂੰ ਜਿਹੜਾ ਫਾਈਨ ਜੁਰਮਾਨਾ ਕੀਤਾ ਜਾ ਸਕਦਾ ਉਸ ਵਿਅਕਤੀ ਨੂੰ ਜਿਹਨੂੰ ਸੰਮਨ ਭੇਜ ਕੇ ਬੁਲਾਇਆ ਹੋਵੇ ਤੇ ਉਹ ਕੋਰਟ ਦੇ ਵਿੱਚ ਨਾ ਆਵੇ ਤਾਂ ਉਸ ਨੂੰ 50 ਰੁਪਏ ਤੱਕ ਦਾ ਜਿਹੜਾ ਫਾਈਨ ਹੈਗਾ ਇਹ ਕੰਸੀਡਰ ਉਹਦੀ ਡਿਸਕ੍ਰਿਸ਼ਨ ਹੈ ਰੈਵਨਿਊ ਆਫਿਸਰ ਦੀ, ਉਹਨੂੰ ਲਗਾਇਆ ਜਾ ਸਕਦਾ। ਨੈਕਸਟ ਹੈ ਸੈਕਸ਼ਨ 150 prevention of encroachment on the common lands। ਮੰਨ ਲਓ ਕੋਈ ਪਾਰਟੀਸ਼ਨ ਹੋਈ ਸੀਗੀ, ਪਾਰਟੀਸ਼ਨ ਦੇ ਵਿੱਚ ਕੁਝ ਲੈਂਡ ਸੀ ਜਿਹੜੀ ਰਿਜ਼ਰਵ ਕਰ ਦਿੱਤੀ ਗਈ ਜਿਹਨੂੰ ਨਹੀਂ ਵੰਡਿਆ ਗਿਆ, ਠੀਕ ਹੈ, ਉਹਦੇ ਵਿੱਚ ਫਿਰ ਕਿਸੇ ਹੋਰ ਪਾਰਟੀ ਨੇ ਕਿਸੇ ਇਨਕਰੋਚ ਕਰ ਲਿਆ, ਠੀਕ ਹੈ, ਤਾਂ ਜਿਹੜੀ ਉਹ ਇਨਕਰੋਚਮੈਂਟ ਕੀਤੀ ਗਈ ਹੈ ਰੈਵਨਿਊ ਆਫਿਸਰ ਮੇ ਔਨ ਦਾ ਐਪਲੀਕੇਸ਼ਨ ਆਫ ਐਨੀ ਅਦਰ ਕੋ-ਸ਼ੇਅਰ, ਜਿਹੜੇ ਮਾਲਕਾਂ ਦੀ ਉਹ ਜ਼ਮੀਨ ਸਾਂਝੀ ਸੀਗੀ, ਠੀਕ ਹੈ, ਕੋਈ ਸਾਂਝੀ ਜ਼ਮੀਨ ਜਿਵੇਂ ਆਪਾਂ ਗੱਲ ਕਰਕੇ ਹਟਿਆ ਪਹਿਲਾਂ ਵੀ ਕੁਝ ਕਾਮਨ ਲੈਂਡ ਹੈ, ਕੋਈ ਖੂਹ ਦਾ ਤੌੜ ਸੀਗਾ ਜਾਂ ਕੋਈ ਹੋਰ ਵਾਟਰ ਸੋਰਸਸ ਸੀਗਾ ਜਾਂ ਕੋਈ ਸਾਂਝੀ ਜਾਂ ਕਿਤੇ ਕੋਈ ਧਾਰਮਿਕ ਸਥਾਨ ਸੀਗਾ ਜਿਹੜਾ ਸਾਂਝਾ ਰੱਖ ਦਿੱਤਾ, ਬਾਕੀ ਜ਼ਮੀਨ ਵੰਡੀ ਗਈ, ਕਿਸੇ ਕੋਈ ਇੱਕ ਪਾਰਟੀ ਉਸ ਨੂੰ ਦਬ ਲੈਂਦੀ ਹੈ ਤਾਂ ਦੂਜੇ ਜਿਹੜੇ ਕੋ-ਸ਼ੇਅਰ ਨੇ ਉਹ ਤਹਿਸੀਲਦਾਰ ਦੇ ਅਰਜ਼ੀ ਦੇ ਸਕਦੇ ਨੇ, ਅਰਜ਼ੀ ਦੇ ਕੇ ਰੈਵਨਿਊ ਆਫਿਸਰ ਨੂੰ ਉਹਦੀ ਐਡਜਸਟਮੈਂਟ ਕਰ ਸਕਦਾ ਹੈਗਾ।
सबसेक्शन 2 क्या है, द प्रोसीडिंग्स ऑफ द रेवेन्यू ऑफिसर अंडर सबसेक्शन 1 शैल बी सब्जेक्ट टू एनी डिक्री ऑर्डर। जेकर एडजस्टमेंट द ऑर्डर रेवेन्यू ऑफिसर ने कर दिता, पर इट दिस ऑर्डर विल बी सब्जेक्ट टू द डिसीजन ऑफ द सिविल कोर्ट। सिविल कोर्ट कोई दावा चल रहा उन्होंने आपस च, ठीक है, तो सिविल कोर्ट का जो ऑर्डर जो आएगा वो लागू होएगा बाद दे विच। 151 की है, पेपर्स केप्ट बाय द विलेज ऑफिसर्स टू बी डीम्ड पब्लिक डॉक्यूमेंट्स। जमाबंदी है, गिरदावरी है, रजिस्टर इंतकाल है, ठीक है जी, रोजनामचे हैं, ये जो डॉक्यूमेंट पटवारी हल्का कोले होंगे हैं, ये सारे ही पब्लिक डॉक्यूमेंट बन जाते हैं, ठीक है। पब्लिक डॉक्यूमेंट होंगे सारे, एनी रिकॉर्ड पेपर विलेज ऑफिसर इज रिक्वायर्ड बाय लॉ कीप शैल बी डीम्ड टू बी द प्रॉपर्टी ऑफ द गवर्नमेंट, की सरकार की प्रॉपर्टी होंगी है, तो पब्लिक डॉक्यूमेंट बन जाता है। विलेज ऑफिसर शैल विद रिस्पेक्ट टू एनी सच रिकॉर्ड टू बी पब्लिक ऑफिसर, तो जो विलेज ऑफिसर है वो पब्लिक ऑफिसर है, एविडेंस के लिए जो कोई डॉक्यूमेंट पेश करना है कितने, ठीक है, एज ए पब्लिक ऑफिसर टू बी पब्लिक ऑफिसर हैविंग द कस्टडी ऑफ ए पब्लिक डॉक्यूमेंट। ये पब्लिक डॉक्यूमेंट जिस अफसर की कस्टडी होंगे ने, ये विलेज ऑफिसर की कस्टडी ने, पटवारी हल्का की कस्टडी होंगे ने। फॉर द टाइमिंग ये पब्लिक डॉक्यूमेंट जो है, तो जो पटवारी हल्का वो पब्लिक ऑफिसर होएगा। विच एनी परसन हैज ए राइट टू इंस्पैक्ट, कोई भी व्यक्ति जो है सरकारी फीस दे के जो रिकॉर्ड पटवारी हल्का को होंगे उसकी इंस्पैक्शन कर सकता है। कॉस्ट बारे गल की गई है, रेवेन्यू ऑफिसर कोई मुकदमा कोई केस रेवेन्यू ऑफिसर की कोर्ट चल रहा है, वो कॉस्ट किने पे करनी है, किन्नी करनी है, 60-50 करनी है, 50-50 करनी है, 30-70 करनी है, रेवेन्यू ऑफिसर को डिसाइड किया जाता है ऑर्डर के। नैक्सट है 153 कंप्यूटेशन ऑफ द पीरियड्स लिमिटेड फॉर द अपील्स एंड एप्लीकेशंस फॉर द रिव्यूज। देखो असी सैक्शन 13 पढ़िया सीगा अपील, सैक्शन 13 अपील लिमिटेशन ऑफ अपील 14 च लिखा सीगा, रिव्यू हैगा 15 ਦੇ ਵਿੱਚ, ਰਿਵੀਜ਼ਨ ਹੈਗੀ 17 ਦੇ ਵਿੱਚ, ਠੀਕ ਹੈ। ਉਹ ਜਿਹੜਾ ਟਾਈਮ ਦਿੱਤਾ ਗਿਆ ਉਹ ਸਮਾਂ ਜਿਹੜਾ ਦਿੱਤਾ ਗਿਆ ਉਹ ਸਮਾਂ ਕਿਵੇਂ ਕਿਵੇਂ ਸਟਾਰਟ ਹੁੰਦਾ, ਕਿੱਥੋਂ ਸਟਾਰਟ ਹੁੰਦਾ ਹੈਗਾ, ਉਹ ਲਿਮਿਟੇਸ਼ਨ ਐਕਟ ਜਿਹੜਾ ਬਣਾਇਆ ਗਿਆ 1908 ਉਹਦੇ ਮੁਤਾਬਕ ਜਿਹੜਾ ਸਮਾਂ ਹੈਗਾ ਗਿਣਿਆ ਜਾਂਦਾ ਹੈ। ਜਿਵੇਂ 30 ਡੇਜ਼ ਗਿਣਨੇ ਨੇ, ਕਿੱਥੋਂ ਗਿਣਨੇ ਨੇ, ਫਰੋਮ ਦਾ ਜਦੋਂ ਕਾਪੀ ਲੈ ਲਈ ਉਦੋਂ ਆਪਣੀ ਆਰਡਰ ਦੀ ਕਾਪੀ ਲੈ ਲਈ ਜਾਂ ਡਿਗਰੀ ਦੀ ਕਾਪੀ ਜਦੋਂ ਪਾਰਟੀ ਨੂੰ ਮਿਲ ਗਈ, ठीक है, ਉੱਥੋਂ ਸਟਾਰਟ ਹੋ ਜਾਂਦੇ ਨੇ। ਫਿਰ 30 ਡੇਜ਼ 60 ਡੇਜ਼ ਜਿਹੜਾ ਵੀ ਸਮਾਂ ਹੈਗਾ, ਇਹ ਜਿਹੜਾ ਸਮੇਂ ਦੀ ਗੱਲ ਕੀਤੀ ਗਈ ਪੀਰੀਅਡ ਆਫ ਐਨ ਅਪੀਲ ਜਾਂ ਰਿਵਿਊ ਪਾਣੀ ਹੈ, ਕਿਸੇ ਨੇ ਅਪੀਲ ਪਾਣੀ ਹੈ, ਤਾਂ ਇੰਡੀਅਨ ਲਿਮਿਟੇਸ਼ਨ ਐਕਟ 1908 ਹੈਗਾ, ਉਹਦੇ ਮੁਤਾਬਕ ਜਿਹੜਾ ਹੈਗਾ ਸਮਾਂ ਹੈਗਾ ਗਿਣਿਆ ਜਾਂਦਾ ਹੈ। Restrictions on revenue officers bidding at auctions or trading, ਇਹ ਆਪਾਂ ਪਹਿਲਾਂ ਵੀ ਪੜ੍ਹਿਆ ਸੀਗਾ, ਪੜ੍ਹਿਆ ਸੀ ਆਪਾਂ ਪਹਿਲਾਂ। ਇਹ ਲੈਂਡ ਰੈਵਨਿਊ ਜਿਹੜਾ ਰਿਕਵਰੀ ਆਫ ਏਰੀਅਰਸ ਆਫ ਦਾ ਲੈਂਡ ਰੈਵਨਿਊ ਸ਼ਾਇਦ ਆਪਾਂ ਉਹ 'ਚ ਪੜ੍ਹ ਕੇ ਆਏ ਹਾਂ ਪਿੱਛੇ। ਸੈਕਸ਼ਨ 61 ਤੋਂ ਲੈ ਕੇ 96 ਤੱਕ ਸੀਗਾ ਵੀ ਰੈਵਨਿਊ ਆਫਿਸਰ ਜਦੋਂ ਕੋਈ ਕਿਸੇ ਜ਼ਮੀਨ ਦੀ ਆਕਸ਼ਨ ਕਰਾਉਣ ਲਈ ਜਾਂਦਾ ਹੈਗਾ, ਰੈਵਨਿਊ ਆਫਿਸਰ ਜਾਂ ਉਹਦੇ ਨਾਲ ਜਿਹੜਾ ਸਟਾਫ ਹੈਗਾ, ਠੀਕ ਹੈ, ਕਿਸੇ ਕੋਰਟ ਦੇ ਆਰਡਰ ਦੇ ਰਾਹੀਂ, ਕਿਸੇ ਸਿਵਲ ਕੋਰਟ ਦਾ ਆਰਡਰ ਹੈ ਜਾਂ ਕਿਸੇ ਕ੍ਰਿਮੀਨਲ ਕੋਰਟ ਦਾ ਆਰਡਰ ਹੈ, ਕੋਈ ਬੋਲੀ ਕਰਾਉਣ ਲਈ ਜਾਂਦਾ ਤਾਂ ਉਹ 'ਚ ਰੈਵਨਿਊ ਆਫਿਸਰ ਔਰ ਇਹ ਪਰਸਨ ਇੰਪਲਾਈਡ ਇਨ ਰੈਵਨਿਊ ਆਫਿਸ ਜਾਂ ਰੈਵਨਿਊ ਆਫਿਸ ਦੇ ਵਿੱਚ ਕੋਈ ਵਿਅਕਤੀ ਇੰਪਲਾਈ ਕੀਤਾ, ਜਿਵੇਂ ਰੀਡਰ ਨੇ, ਠੀਕ ਹੈ ਜੀ, ਸਟੈਨੋ ਹੈਗੇ ਆ, ਸ਼ੈਲ ਨਾਟ ਪਰਚੇਜ਼ ਔਰ ਬਿਡ, ਨਾ ਤਾਂ ਪਰਚੇਜ਼ ਕਰ ਸਕਦੇ ਨੇ ਨਾ ਹੀ ਬੋਲੀ ਦੇ ਸਕਦੇ ਨੇ, ਆਈਦਰ ਇਨ ਪਰਸਨ ਔਰ ਬਾਈ ਦਾ ਏਜੰਟ, ਨਾ ਆਪ ਤੇ ਨਾ ਹੀ ਕਿਸੇ ਆਪਦੇ ਕਿਸੇ ਏਜੰਟ ਰਾਹੀਂ, ਇਨ ਹਿਜ਼ ਓਨ ਨੇਮ, ਆਪਦੇ ਨਾਮ ਤੇ, ਔਰ ਦੈਟ ਇਨ ਦੈਟ ਅਨਦਰ ਔਰ ਇਨ ਦੈਟ ਆਫ ਅਨਦਰ ਔਰ ਜੁਆਇੰਟਲੀ ਜਾਂ ਸ਼ੇਅਰਿੰਗ ਦੇ ਵਿੱਚ। ਯਾਨੀ ਕਿ ਕਹਿਣ ਦਾ ਭਾਵ ਇਹ ਹੈਗਾ ਵੀ ਕੋਈ ਰੈਵਨਿਊ ਆਫਿਸਰ ਜਾਂ ਉਹਦਾ ਸਟਾਫ ਜਦੋਂ ਕੋਈ ਬੋਲੀ ਕਰਾਉਣ ਵਾਸਤੇ ਗਿਆ ਤਾਂ ਉਹ ਜ਼ਮੀਨ ਨੂੰ ਬੋਲੀ ਨਹੀਂ ਦੇ ਸਕਦੇ, ਨਾ ਹੀ ਖਰੀਦ ਸਕਦੇ, ਨਾ ਆਪਦੇ ਨਾਮ ਤੇ, ਨਾ ਆਪਦੇ ਕਿਸੇ ਮੈਂਬਰ ਦੇ ਨਾਂ ਤੇ, ਨਾ ਕਿਸੇ ਫੈਮਿਲੀ ਮੈਂਬਰ ਦੇ ਨਾਂ ਤੇ, ਨਾ ਇੰਡੀਵਿਜੂਅਲੀ ਤੌਰ ਤੇ, ਨਾ ਕਿਸੇ ਸ਼ੇਅਰਿੰਗ ਦੇ ਵਿੱਚ ਨਹੀਂ ਪਰਚੇਜ ਕੀਤੀ ਜਾ ਸਕਦੀ। ਬੀ ਕਲੌਜ ਕੀ ਕਿਹਾ ਗਿਆ, ਕੋਈ ਵੀ ਜਿਹੜਾ ਇੰਪਲਾਈ ਹੈਗਾ ਸਟੇਟ ਗਵਰਨਮੈਂਟ ਦਾ ਇਨ ਦਿਸ ਬਿਹਾਫ ਇਨ ਕੰਟਰਾਵੈਂਸ਼ਨ ਆਫ ਹਿਸ ਰੂਲਸ, ਜੇ ਕੰਡਕਟ ਰੂਲ ਬਣੇ ਹੋਏ ਸਾਡੇ, ਕੰਡਕਟ ਰੂਲ ਤੁਸੀਂ 8 ਨੰਬਰ ਪੇਪਰ 'ਚ ਪੜ੍ਹਦੇ ਹੋਵੋਗੇ। ਕੰਡਕਟ ਰੂਲਸ ਦੇ ਤਹਿਤ ਜਿਹੜਾ ਹੈਗਾ ਕੋਈ ਵੀ ਜਿਹੜਾ ਇੰਪਲਾਈ ਹੈਗਾ ਸਟੇਟ ਗਵਰਨਮੈਂਟ ਦਾ, ਉਹ ਕੋਈ ਕਾਰੋਬਾਰ ਬਿਜ਼ਨਸ ਵਗੈਰਾ ਇੰਗੇਜ ਇਨ ਟ੍ਰੇਡ, ਕੋਈ ਟ੍ਰੇਡ ਉਸ ਦੈਟ ਡਿਸਟ੍ਰਿਕਟ ਦੇ ਵਿੱਚ ਕੋਈ ਟ੍ਰੇਡ ਨਹੀਂ ਕਰ ਸਕਦਾ, ਕੋਈ ਬਿਜ਼ਨਸ ਨਹੀਂ ਕਰ ਸਕਦਾ, ਠੀਕ ਹੈ। ਨੈਕਸਟ ਹੈ 155 ਪਾਵਰ ਟੂ ਮੇਕ ਰੂਲਸ। ਐਫਸੀਆਰ ਕੋਲੇ ਪਾਵਰਸ ਹੈਗੀਆਂ ਨੇ, ਕੋਈ ਵੀ ਰੂਲ ਬਣਾਉਣਾ ਹੈਗਾ, ਕਿਸੇ ਰੂਲ 'ਚ ਅਮੈਂਡਮੈਂਟ ਕਰਨੀ ਹੈ, ਕੋਈ ਐਡੀਸ਼ਨ ਕਰਨੀ ਹੈ, ਕੋਈ ਨਵਾਂ ਰੂਲ ਕਰਨਾ, ਕੋਈ ਡਿਲੀਸ਼ਨ ਕਰਨੀ ਹੈਗੀ ਹੈ, ਠੀਕ ਹੈ। ਇਹ ਸਾਰੀਆਂ ਦੱਸਿਆ ਕਿਹੜੇ ਕਿਹੜੇ ਮਾਮਲਾ ਇਕੱਠਾ ਕਰਨਾ ਹੈ, ਕਿਹੜੇ ਕਿਹੜੇ ਸਮੇਂ ਤੇ ਹੋ ਸਕਦਾ ਹੈ,
ਗਰਦੌਰੀ ਕਰਨੀ ਹੈ, ਜਮ੍ਹਾਂਬੰਦੀ ਬਣਨੀ ਹੈ, ਕਦੋਂ ਕਦੋਂ ਬਣਨੀ ਹੈ। ਠੀਕ ਹੈ ਜੀ, ਇਹ ਸਾਰੀਆਂ ਜਿਹੜੇ ਰੇਟਸ ਵਗੈਰਾ ਹੈਗੀਆਂ ਨੇ, ਕਿੰਨੇ ਵੀ ਕੰਮ ਕਰ ਰੈਵਨਿਊ ਦੇ ਅਸੀਂ ਕਰਦੇ ਹੈਗੇ ਆ, ਪਟਵਾਰੀ ਹਲਕਾ ਵੱਲੋਂ ਕੀਤੇ ਜਾਂਦੇ ਨੇ, ਕਾਨੂੰਗੋ ਹਲਕਾ ਵੱਲੋਂ ਕੀਤੇ ਜਾਂਦੇ ਨੇ, ਤਹਿਸੀਲਦਾਰ ਰੈਵਨਿਊ ਆਫੀਸਰ ਵੱਲੋਂ ਕੀਤੇ ਜਾਂਦੇ ਨੇ, ਜਿਹੜੇ ਵੀ ਕੰਮਕਾਰ ਕੀਤੇ ਜਾਂਦੇ ਨੇ ਉਹਨਾਂ ਸੰਬੰਧੀ ਕੋਈ ਫੀਸਿਸ ਹੈਗੇ ਆ, ਫੀਸਾਂ 'ਚ ਵਾਧਾ ਘਾਟਾ ਕੀਤਾ ਜਾਂਦਾ ਹੈ, ਪਰ ਪੇਜ 'ਚ ਕੋਈ ਵਾਧਾ ਘਾਟਾ ਕੀਤਾ ਜਾਂਦਾ ਹੈ, ਕੋਈ ਟਾਈਮ ਲਿਮਿਟ ਘਾਟਾ ਵਾਧਾ ਕੀਤਾ ਜਾਂਦਾ ਹੈ। ਇਹ ਸਾਰੇ ਹੀ ਜਿਹੜੇ ਕੰਮ ਸਾਡੇ ਵੱਲੋਂ ਕੀਤੇ ਜਾਂਦੇ ਆ, ਇਹਨਾਂ ਸੰਬੰਧੀ ਐਫਸੀਆਰ ਕੋਲੇ ਪਾਵਰਸ ਹੈਗੀਆਂ ਨੇ, ਉਹ ਰੂਲਾਂ ਦੇ ਵਿੱਚ ਅਮੈਂਡਮੈਂਟ ਕਰ ਸਕਦੇ ਨੇ, ਐਡੀਸ਼ਨ ਕਰ ਸਕਦੇ ਨੇ, ਜਾਂ ਰੂਲ ਨੂੰ ਡਿਲੀਟ ਵੀ ਕੀਤਾ ਜਾ ਸਕਦਾ ਹੈ। ਇਹ ਸਾਰਾ ਜਿਹੜਾ ਸੈਕਸ਼ਨ 155 ਹੈ ਇਸੇ ਨਾਲ ਰਿਲੇਟਡ ਹੈਗਾ। ਨੈਕਸਟ ਹੈ ਸੈਕਸ਼ਨ 156 ਰੂਲਸ ਟੂ ਬੀ ਮੇਡ ਆਫਟਰ ਪ੍ਰੀਵੀਅਸ ਪਬਲਿਕੇਸ਼ਨ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਦੋਂ ਕੋਈ ਰੂਲ ਬਣਾਏ ਜਾਂਦੇ ਨੇ, ਠੀਕ ਹੈ, ਉਹਦੀ ਪਬਲਿਕੇਸ਼ਨ ਕੀਤੀ ਜਾਂਦੀ ਹੈ। ਪਬਲਿਕੇਸ਼ਨ ਪਹਿਲਾਂ ਕਿਵੇਂ, ਮਤਲਬ ਡਰਾਫਟ ਰੂਲ ਬਣਾਏ ਜਾਂਦੇ ਨੇ, ਪਹਿਲਾਂ ਡਰਾਫਟ ਰੂਲ ਬਣਾ ਕੇ ਪਬਲਿਸ਼ ਕੀਤੇ ਜਾਂਦੇ ਨੇ, ਆਬਜੈਕਸ਼ਨਸ ਮੰਗੇ ਜਾਂਦੇ ਨੇ, ਫਿਰ ਹੀ ਉਸ ਤੋਂ ਬਾਅਦ ਜਿਹੜਾ ਫਾਈਨਲ ਜਿਹੜਾ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ। ਨੈਕਸਟ 157 ਪਾਵਰ exercisable by the financial commissioner from time to time। ਲੋੜ ਦੇ ਮੁਤਾਬਕ ਇਹ ਕਿਹਾ ਗਿਆ ਹੈ, ਓਕੇਜ਼ਨ ਰਿਕੁਆਇਰਸ, ਕੋਈ ਸਮਾਂ ਹੈਗਾ, ਕੋਈ ਮੌਕਾ ਹੈਗਾ ਜਿੱਥੇ ਜ਼ਰੂਰਤ ਪੈਂਦੀ ਹੈਗੀ ਹੈ, ਠੀਕ ਹੈ। ਇਹ ਜਿਹੜੀਆਂ ਪਾਵਰਾਂ ਨੇ ਰੂਲ ਬਣਾਉਣ ਦੀਆਂ, ਅਮੈਂਡ ਕਰਨ ਦੀਆਂ ਐਫਸੀਆਰ ਵੱਲੋਂ ਵਰਤੀਆਂ ਜਾਂਦੀਆਂ। ਨੈਕਸਟ ਹੈਗਾ ਸੈਕਸ਼ਨ ਐਕਸਕਲੂਜਨ ਆਫ ਜੁਰਿਸਡਿਕਸ਼ਨ ਆਫ ਦ ਸਿਵਲ ਕੋਰਟਸ, ਸੈਕਸ਼ਨ 158। ਇਟ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਇਹਦੇ ਤੋਂ ਆਉਂਦਾ ਹੈ ਜੀ, ਠੀਕ ਹੈ। ਜਿਵੇਂ ਕਿ ਸਾਡੇ ਕੇ ਇਹ ਜਿਹੜਾ ਐਕਟ ਹੈ, ਅਸੀਂ ਲੈਂਡ ਰੈਵਨਿਊ ਐਕਟ ਪੜ੍ਹ ਰਹੇ ਹਾਂ, ਇਹਦੇ ਵਿੱਚ ਰੈਵਨਿਊ ਆਫੀਸਰਸ ਕੋਲੇ ਹੀ ਜਿਹੜਾ ਪਾਵਰ ਦਿੱਤੀਆਂ ਗਈਆਂ ਨੇ ਸਾਰੇ ਸੈਕਸ਼ਨ ਦੇ ਵਿੱਚ, ਵੀ ਜਿਹੜੇ ਕੰਮ ਕਰਕੇ ਰਹਿ ਜਾਂਦੇ ਨੇ, ਇਹ ਪਾਵਰਸ ਦੇ ਹੈਗੇ ਨੇ, ਉਹ ਰੈਵਨਿਊ ਕੋਰਟ ਕੋਲੇ ਹੁੰਦੀਆਂ ਨੇ। ਇਹਦੇ ਵਿੱਚ ਕੀ ਕਿਹਾ ਗਿਆ ਸੈਕਸ਼ਨ 158 ਦੇ ਵਿੱਚ, ਐਕਸਕਲੂਜਨ ਆਫ ਜੁਰਿਸਡਿਕਸ਼ਨ ਆਫ ਸਿਵਲ ਕੋਰਟਸ ਇਨ ਮੈਟਰਸ ਵਿਦਿਨ ਦਾ ਜੁਰਿਸਡਿਕਸ਼ਨ ਆਫ ਦਾ ਰੈਵਨਿਊ ਆਫੀਸਰਸ। ਜਿਹੜੇ ਮੈਟਰ, ਜਿਹੜਾ ਅਧਿਕਾਰ ਖੇਤਰ ਰੈਵਨਿਊ ਆਫੀਸਰ ਦਾ ਹੈਗਾ, ਠੀਕ ਹੈ, ਉਹ ਮੈਟਰ ਨੂੰ ਡਿਸਕਸ ਕਰਨ ਦਾ ਜਿਹੜਾ ਅਧਿਕਾਰ ਹੈ, ਸੁਣਨ ਦਾ ਅਧਿਕਾਰ ਹੈ, ਫੈਸਲਾ ਕਰਨ ਦਾ ਅਧਿਕਾਰ ਹੈ, ਉਹ ਰੈਵਨਿਊ ਕੋਰਟ ਦਾ ਹੈਗਾ। ਤੇ ਇਹਦੇ ਵਿੱਚ ਕੀ ਹੈਗਾ ਵੀ ਜਿਹੜੀ ਸਿਵਲ ਕੋਰਟ ਹੈਗੀ ਹੈ, ਉਹਦੇ ਵਿੱਚ ਅਧਿਕਾਰ ਖੇਤਰ ਦੇ ਵਿੱਚ, ਸਿਵਲ ਦੇ ਅਧਿਕਾਰ ਖੇਤਰ ਦੇ ਵਿੱਚ ਇਹ ਜਿਹੜੇ ਮੈਟਰ ਹੈਗੇ ਨਹੀਂ ਆਉਂਦੇ, ਜਿਹੜੇ ਕਿ ਅਸੀਂ ਇਸ ਲੈਂਡ ਰੈਵਨਿਊ ਐਕਟ ਦੇ ਤਹਿਤ ਸੁਣੇ ਜਾਂਦੇ ਨੇ। ਸਿਵਲ ਕੋਰਟ ਸਬਸੈਕਸ਼ਨ 1 ਕੀ ਕਿਹਾ ਗਿਆ, ਸਿਵਲ ਕੋਰਟ ਸ਼ੈਲ ਨਾਟ ਹੈਵ ਜੁਰਿਸਡਿਕਸ਼ਨ ਇਨ ਐਨੀ ਮੈਟਰਸ ਵਿਚ ਦਾ ਸਟੇਟ ਗਵਰਨਮੈਂਟ ਰੈਵਨਿਊ ਆਫੀਸਰ ਇਜ਼ ਇੰਪਾਵਰਡ। ਸਟੇਟ ਗਵਰਨਮੈਂਟ ਵੱਲੋਂ ਰੈਵਨਿਊ ਆਫੀਸਰ ਨੂੰ ਜਿਹੜੇ ਮੈਟਰ ਸੁਣਨ ਦੀ ਪਾਵਰ ਦਿੱਤੀ ਗਈ ਹੈ, ਠੀਕ ਹੈ, ਉਹ ਰੈਵਨਿਊ ਆਫੀਸਰ ਨੇ ਹੀ ਸੁਣਨੇ ਨੇ, ਉਹ ਸਿਵਲ ਕੋਰਟ ਨਹੀਂ ਸੁਣਦੀ ਹੈ। ਸਬਸੈਕਸ਼ਨ 2 ਚ ਕੀ ਕਿਹਾ ਗਿਆ, ਉਹ ਕਿਹੜੇ ਮੈਟਰ ਨੇ, ਅ ਸਿਵਲ ਕੋਰਟ ਸ਼ੈਲ ਨਾਟ ਐਕਸਰਸਾਈਜ਼ ਜੁਰਿਸਡਿਕਸ਼ਨ ਓਵਰ ਐਨੀ ਆਫ ਦਾ ਫੋਲੋਇੰਗ ਮੈਟਰਸ। ਥੱਲੇ ਲਿਸਟ ਵੀ ਦੇਤੀ, ਲਿਸਟ ਕਾਹਦੀ ਹੈ ਇਹ ਲਿਸਟ ਉਹ ਕੰਮ ਹੈ ਜਿਹੜੇ ਅਸੀਂ ਕਰ ਰਹੇ ਹਾਂ, ਜਿਹੜੇ ਐਕਸੈਕਟ ਦਿੱਤੀ, ਅਸੈਸਮੈਂਟ ਕਰਨੀ ਹੈ, ਡਿਮਾਰਕੇਸ਼ਨ ਕਰਨੀ ਹੈ, ਜਮ੍ਹਾਂਬੰਦੀ ਬਣਨੀ ਹੈ, ਪਾਰਟੀਸ਼ਨ ਕਰਨੀ ਹੈ, ਇੰਤਕਾਲ ਕਰਨੇ ਨੇ, ਠੀਕ ਹੈ। ਇਹ ਉਹ ਸਾਰੇ ਮੈਟਰ ਨੇ, ਜਿਵੇਂ ਪਹਿਲਾ ਸਬਸੈਕਸ਼ਨ 2 ਦਾ ਕਲੌਜ਼ 1 ਹੈਗੀ ਹੈ, ਲਿਮਿਟਸ ਆਫ ਐਨੀ ਬਾਉਂਡਰੀ, ਕੋਈ ਡਿਮਾਰਕੇਸ਼ਨ ਦਾ ਕੇਸ ਹੈਗਾ, ਠੀਕ ਹੈ, ਉਹਦੀ ਸੈਟਲਮੈਂਟ ਰੈਵਨਿਊ ਆਫੀਸਰ ਨੇ ਕਰਨੀ ਹੈ। ਐਨੀ ਕਲੇਮ, ਕੋਈ ਕਲੇਮ ਕਰਨਾ ਹੈ ਕਿਸੇ ਪਾਰਟੀ ਨੇ ਰੈਵਨਿਊ ਦੇ ਸੰਬੰਧੀ, ਠੀਕ ਹੈ, ਰੈਵਨਿਊ ਕੋਰਟ ਦੇ ਵਿੱਚ ਹੀ ਕਰੇਗਾ। ਕਿਸੇ ਨੇ ਮਾਮਲਾ ਰੈਂਟ ਵਧਾਉਣ ਦੇ ਲਈ, ਘਟਾਉਣ ਦੇ ਲਈ, ਮਾਮਲਾ, ਠੀਕ ਹੈ, ਮਾਮਲਾ ਘੱਟ ਵੱਧ ਕਰਾਉਣ ਦੇ ਲਈ, ਕੋਈ ਅਸੈਸਮੈਂਟ ਹੋਈ ਹੈ, ਗਲਤ ਹੋ ਗਈ, ਉਹਦੇ ਸੰਬੰਧੀ ਕੋਈ ਵੀ ਕਲੇਮ ਕਿਸੇ ਪਾਰਟੀ ਨੇ ਕਰਨਾ ਹੈ, ਉਹ ਰੈਵਨਿਊ ਕੋਰਟ 'ਚ ਕਰੇਗਾ। ਜਿਵੇਂ ਕਿ ਐਨੀ ਕਲੇਮ ਟੂ ਦਾ ਆਫਿਸ ਕਾਨੋਗੋ ਵਿਲੇਜ ਆਫਿਸਰ, ਕੋਈ ਰਿਕਾਰਡ ਇੰਸਪੈਕਟ ਕਰਨਾ ਕਿਸੇ ਨੇ in respect of any injury caused by the exclusion from such office, compel the performance of duties। ਕਾਨੂੰਗੋ ਹਲਕਾ ਸੰਬੰਧੀ, ਪਟਵਾਰੀ ਹਲਕਾ ਸੰਬੰਧੀ ਕੋਈ ਵੀ ਕਲੇਮ ਕਿਸੇ ਵਿਅਕਤੀ ਦਾ ਹੈਗਾ, ਠੀਕ ਹੈ, ਰਿਕਾਰਡ ਸੰਬੰਧ ਦੇਖਣ ਦੇ ਸੰਬੰਧ ਵਿੱਚ, ਕੋਈ ਕੰਮ ਕਰਾਉਣ ਦੇ ਸੰਬੰਧ ਵਿੱਚ, ਕੋਈ ਰੈਵਨਿਊ ਕੋਰਟ 'ਚ ਹੋਏਗਾ। ਨੋਟੀਫਿਕੇਸ਼ਨ, ਡਾਇਰੈਕਟਿੰਗ, ਮੇਕਿੰਗ, ਰਿਵੀਜ਼ਨ, ਰਿਕਾਰਡ, ਜਮ੍ਹਾਂਬੰਦੀ ਦਾ ਕੋਈ ਕੇਸ ਹੈਗਾ, ਜਮ੍ਹਾਂਬੰਦੀ ਦਾ ਜੇ ਸਮਾਂ ਬਦਲਣਾ ਹੈ, ਕਰਨਾ ਹੈ, ਠੀਕ ਹੈ, ਜਾਂ ਫਰੇਮਿੰਗ ਆਫ ਦਾ ਰੈਵਨਿਊ ਰਿਕਾਰਡ ਆਫ ਰਾਈਟਸ, ਐਨੂਅਲ ਰਿਕਾਰਡ, ਜਮ੍ਹਾਂਬੰਦੀ ਬਣਨੀ ਹੈ, ਇੰਤਕਾਲ ਵਗੈਰਾ ਹੋਣੇ ਨੇ, ਅਟੈਸਟੇਸ਼ਨ ਹੋਣੀ ਹੈ, ਪ੍ਰੈਪਰੇਸ਼ਨ ਜਮ੍ਹਾਂਬੰਦੀ ਦੀ ਹੋਣੀ ਹੈ, ਡਾਕੂਮੈਂਟਸ ਇਨਕਲੂਡਡ, ਜਿਹੜੇ ਜਾਇਜ਼ ਜਮ੍ਹਾਂਬੰਦੀ ਨਾਲ ਕੋਈ ਵੀ ਜਿਹੜੇ ਡਾਕੂਮੈਂਟ ਨੇ ਉਹ ਬੰਦੇ ਨੇ, ਕਦੋਂ ਬੰਦੇ ਨੇ, ਕਿਸ ਤਰ੍ਹਾਂ ਬੰਦੇ ਨੇ, ਉਹਦੀ ਫਰੇਮਿੰਗ ਕਿਵੇਂ ਹੋਣੀ ਹੈ। ਕਰੈਕਸ਼ਨ ਹੈ ਕਿ ਕਰੈਕਸ਼ਨ ਹੈ ਰਿਕਾਰਡ ਦੀ, ਜਮ੍ਹਾਂਬੰਦੀ ਦੀ ਕਰੈਕਸ਼ਨ ਕਿਵੇਂ ਹੋਣੀ ਹੈ, ਐਨੂਅਲ ਰਿਕਾਰਡ ਦੀ ਕਿਵੇਂ ਫਰਦ ਵਗੈਰਾ ਬਣਨੀਆਂ ਨੇ। ਨੋਟੀਫਿਕੇਸ਼ਨ ਹੈ, ਅੰਡਰਟੇਕਿੰਗ ਜਨਰਲ ਰੀਅਸੈਸਮੈਂਟ ਹੋਣੀ ਹੈ, ਸੈਕਸ਼ਨ 59 ਦੇ ਤਹਿਤ ਅਸੈਸਮੈਂਟ ਹੋਣੀ ਹੈ, ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ, ਸੈਂਕਸ਼ਨ ਲੈ ਕੇ ਫਿਰ ਇਹਦੀ ਅਸੈਸਮੈਂਟ ਕੀਤੀ ਜਾਂਦੀ ਹੈ।
ਇਹ ਸਾਰੇ ਹੀ ਕੰਮ ਜਿਹੜੇ ਹੈਗੇ ਨੇ ਸਾਰੇ ਰੈਵਨਿਊ ਨਾਲ ਸੰਬੰਧਿਤ ਕੰਮ ਹੈਗੇ। ਇਹਦੇ ਵਿੱਚ ਕਿਹਾ ਗਿਆ ਹੈਗਾ ਫਾਰਮੇਸ਼ਨ ਆਫ ਅ ਸਟੇਟ ਆਊਟ ਆਫ ਦਾ ਵੇਸਟਲੈਂਡ। ਕੋਈ ਵੇਸਟਲੈਂਡ ਪੜੀ ਹੈ ਉਹਦੇ ਵਿੱਚ ਨਵੀਂ ਕੋਈ ਵਾਹੀਯੋਗ ਬਣਾ ਕੇ ਲੋਕਾਂ ਨੂੰ ਫਿਰ ਉਹ ਅਲਾਟਮੈਂਟ ਕਰਨੀ ਹੈ। ਐਨੀ ਕਲੇਮ ਕਨੈਕਟਡ ਰਾਈਜ਼ਿੰਗ ਕਲੈਕਸ਼ਨ ਗਵਰਨਮੈਂਟ ਇਨਫੋਰਸਮੈਂਟ ਰਿਕਵਰੀ ਆਫ ਦਾ ਲੈਂਡ ਰੈਵਨਿਊ ਰਿਕਵਰੀ ਕਰਨੀ ਹੈ, ਅਟੈਚਮੈਂਟ ਕਰਨੀ ਹੈ, ਬੋਲੀ ਕਰਨੀ ਹੈ, ਕਬਜ਼ਾ ਕਾਰਵਾਈਆਂ ਕਰਨੀਆਂ ਨੇ, ਪਾਰਟੀਸ਼ਨ ਦੇ ਸੰਬੰਧ ਵਿੱਚ ਕਰਨੀਆਂ ਨੇ। ਟੋਟਲ ਕੰਮ ਸਾਰੇ ਦੇ ਸਾਰੇ ਪਾਰਟੀਸ਼ਨ ਦੀ ਗੱਲ ਆ ਗਈ, ਇਹਦੇ ਵਿੱਚ ਅੱਗੇ ਡਿਸਟ੍ਰੀਬਿਊਸ਼ਨ ਦੀ ਗੱਲ ਆ ਗਈ, ਰੀਡਿਸਟ੍ਰੀਬਿਊਸ਼ਨ ਦੀ ਗੱਲ ਆ ਗਈ, ਕਬਜ਼ਾ ਕਾਰਵਾਈ ਦੀ ਗੱਲ ਆ ਗਈ, ਰੀਵੀਨੈਂਸ ਸਟੇਟ ਹੁੰਦੀਆਂ ਨੇ ਉਹਨਾਂ ਦੀ ਦੁਬਾਰਾ ਮੁਰਦਗੀ ਬਰਾਮਦਗੀ ਹੋ ਜਾਂਦੀ ਹੈ। ਠੀਕ ਹੈ, ਮੁਰਦਗੀ ਬਰਾਮਦਗੀ ਹੋ ਜਾਂਦੀ ਹੈ, ਫਿਰ ਦੁਬਾਰਾ ਡਿਮਾਰਕੇਸ਼ਨ ਹੁੰਦੀ ਹੈ। ਐਨੀ ਕਲੇਮ ਸੈਟ ਸਾਈਟ ਡਿਸਟਰਬ ਡਿਵੀਜ਼ਨ ਔਰ ਅਪਰੇਜ਼ਮੈਂਟ। ਫਸਲ ਦੀ ਵੰਡ ਵਡਾਈ ਕਰਨੀ ਆਪਸ ਦੇ ਵਿੱਚ, ਪਾਰਟੀਆਂ ਦਾ ਕਲੇਮ ਹੈਗਾ ਮੈਨੂੰ ਘੱਟ ਦਿੱਤੀ ਮੈਨੂੰ ਵੱਧ ਦਿੱਤੀ, ਰੈਵਨਿਊ ਆਫੀਸਰ ਨਿਯੁਕਤ ਕੀਤਾ ਜਾਂਦਾ ਹੈ, ਅਸੈਸਮੈਂਟ ਰੈਫਰੀ ਨਿਯੁਕਤ ਕੀਤੇ ਜਾਂਦੇ ਨੇ, ਅਸੈਸਰ ਨਿਯੁਕਤ ਕੀਤਾ ਜਾਂਦਾ ਹੈ। ਐਨੀ ਕੁਐਸਚਨ ਪ੍ਰੀਪੇਅਰਿੰਗ ਏ ਲਿਸਟ ਆਫ ਵਿਲੇਜ ਦੇ ਵਿੱਚੋਂ ਪਿੰਡ ਚੋਂ ਕੋਈ ਸੈਸ ਇਕੱਠੀ ਕੀਤੀ ਜਾਂਦੀ ਹੈ। ਠੀਕ ਹੈ, ਉਹਦੀ ਲਿਸਟ ਬਣਾਈ ਜਾਂਦੀ ਹੈ, ਰੈਵਨਿਊ ਆਫੀਸਰ ਨੇ ਬਣਾਈ ਜਾਂਦੀ ਹੈ ਪਟਵਾਰੀ ਹਲਕਾ ਦੇ ਰਾਹੀਂ। ਅੱਗੇ ਐਨੀ proceeding under this act, communication of the dues, superior landowner inferior landowner ਦਾ ਕੋਈ ਡਿਸਪਿਊਟ ਹੈਗਾ, ਕੋਈ ਮਨਾਦੀ ਕਰਾਈ ਜਾਂਦੀ ਹੈ। ਐਨੀ ਕਲੇਮ ਰਾਈਜ਼ਿੰਗ ਇਨਫੋਰਸਮੈਂਟ ਆਫ ਐਗਰੀਮੈਂਟ। ਪਬਲਿਕ ਸਰਵਿਸ ਮਾਮਲਾ ਦੇਣ ਦੇ ਸੰਬੰਧੀ ਕੋਈ ਵਿਅਕਤੀ ਨੇ ਐਗਰੀਮੈਂਟ ਕੀਤਾ ਹੈ ਵੀ ਮੈਂ ਮਾਮਲਾ ਦੇ ਨਹੀਂ ਸਕਦਾ, ਮੈਂ ਐਗਰੀਮੈਂਟ ਕਰਦਾ ਮੈਂ ਸਾਲ ਲਈ ਕੰਮ ਕਰਾਂਗਾ, 2 ਮਹੀਨੇ ਕੰਮ ਕਰਾਂਗਾ, 3 ਮਹੀਨੇ ਕੰਮ ਕਰਾਂਗਾ, ਇੱਦਾਂ ਦਾ ਕੋਈ ਕਲੇਮ ਕਿਸੇ ਦਾ ਹੈਗਾ। ਇਹ ਸਾਰੇ ਹੀ ਜਿਹੜੇ ਕੰਮ ਹੈਗੇ ਨੇ ਜਿੰਨੇ ਵੀ ਆਪਾਂ ਪੜ੍ਹ ਕੇ ਹਟੇ ਹਾਂ। ਠੀਕ ਹੈ, ਇਹ ਸਾਰੇ ਦੇ ਸਾਰੇ ਕੰਮ ਜਿਹੜੇ ਹੈਗੇ ਨੇ ਇਹ ਰੈਵਨਿਊ ਕੋਰਟਾਂ ਵੱਲੋਂ ਕੀਤੇ ਜਾਂਦੇ ਨੇ, ਸਿਵਲ ਕੋਰਟਾਂ ਦਾ ਇਹਦੇ ਵਿੱਚ ਅਧਿਕਾਰ ਖੇਤਰ ਨਹੀਂ ਆਉਂਦਾ। ਇਹ ਸੈਕਸ਼ਨ ਹੈ 158। ਠੀਕ ਹੈ ਜੀ, ਇਹਦੇ ਨਾਲ ਹੀ ਜਿਹੜਾ ਆਪਣਾ ਜਿਹੜਾ ਲੈਂਡ ਰੈਵਨਿਊ ਐਕਟ ਹੈ ਇਹ ਅੱਜ ਇੱਥੇ ਖਤਮ ਹੋ ਜਾਂਦਾ ਹੈ। ਇਸ ਤੋਂ ਅਗਲੇ ਲੈਕਚਰ 'ਚ ਅਸੀਂ ਪੜ੍ਹਾਂਗੇ ਲੈਂਡ ਰੈਵਨਿਊ ਰੂਲਸ। ਠੀਕ ਹੈ ਜੀ, ਲੈਂਡ ਰੈਵਨਿਊ ਰੂਲਸ ਇਸ ਤੋਂ ਬਾਅਦ ਪੜ੍ਹਾਂਗੇ ਅਗਲੇ। ਲੈਂਡ ਰੈਵਨਿਊ ਐਕਟ ਸਾਡਾ ਇੱਥੇ ਖਤਮ ਹੋ ਜਾਂਦਾ ਹੈ। ਕਿਸੇ ਦਾ ਕੋਈ ਕੁਐਸਚਨ ਹੈ, ਇਹਦਾ ਲੈਕਚਰ ਖਤਮ ਕਰਨ ਤੋਂ ਪਹਿਲਾਂ ਕਿਸੇ ਦਾ ਕੋਈ ਕੁਐਸਚਨ ਹੈ ਕਰ ਸਕਦਾ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਰ ਇੱਕ ਜਿਹੜੀ ਆਪਣੀ ਸੰਦ ਜਾਰੀ ਹੁੰਦੀ ਹੈ ਜੀ, ਜਦੋਂ ਆਪਣਾ ਪੀਡੀ ਨਕਸ਼ਾ ਸਾਰਾ ਓਕੇ ਹੋ ਗਿਆ, ਉਸ ਤੋਂ ਬਾਅਦ ਜਿਹੜੀ ਸੰਦ ਜਾਰੀ ਹੋਣੀ ਹੈ ਜੀ, ਉਹ ਆਪਣਾ ਕਿੰਨੇ ਦੇ ਸਟਾਂਪ ਤੇ ਜਿਹੜੀ ਹੈਗੀ ਉਹ ਜਾਰੀ ਹੋਣੀ ਹੈ, ਜਿਹੜੀ ਸੰਦ ਜਾਰੀ ਹੋਣੀ ਹੈ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ ਕਿੰਨਾ ਉਹਦਾ ਮੁਕਰਰ ਕੀਤਾ ਗਿਆ? ਕਿਤੇ ਲਾਅ ਦੇ ਵਿੱਚ ਨਹੀਂ ਦੱਸਿਆ ਗਿਆ ਸਨਦ ਕਿੰਨੇ ਰੁਪਏ ਦੇ ਸਟਾਂਪ ਤੇ ਜਾਰੀ ਹੁੰਦੀ ਹੈ। ਤੁਸੀਂ ਪੜ੍ਹਿਆ ਹੋਊ, ਸਾਰਾ ਐਕਟ ਪੜ੍ਹਿਆ ਹੋਊਗਾ। ਠੀਕ ਹੈ, ਕਿਤੇ ਅਮਾਉਂਟ ਦਾ ਵੇਰਵਾ ਨਹੀਂ ਦਿੱਤਾ ਗਿਆ। ਠੀਕ ਹੈ ਜੀ, ਕਿਤੇ ਅਮਾਉਂਟ ਦਾ ਵੇਰਵਾ ਨਹੀਂ ਦਿੱਤਾ ਗਿਆ। ਜਨਰਲੀ ਅਸੀਂ 100 ਰੁਪਏ ਦੇ ਸਟਾਂਪ ਤੇ ਇਸ ਨੂੰ ਟਾਈਪ ਕਰਵਾ ਦਿੰਦੇ ਹਾਂ, ਜਨਰਲੀ ਜੋ ਪ੍ਰੋਸੈਸ ਜੋ ਆਮ ਰੂਟੀਨ ਚੱਲਦਾ ਹੈਗਾ। ਪਰ ਕਿਤੇ ਲਾਅ ਦੇ ਵਿੱਚ ਕਿਤੇ ਪ੍ਰੋਵੀਜ਼ਨ ਨਹੀਂ ਹੈਗੀ ਹੈ ਵੀ ਕਿੰਨੇ ਰੁਪਏ ਦੇ ਸਟਾਂਪ ਤੇ ਹੋਏਗੀ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਸਰ। ਜੇ ਕਿਤੇ ਹੋਵੇ ਤਾਂ ਦੱਸਿਓ, ਕਿਤੇ ਪੜ੍ਹਿਆ ਹੋਵੇ ਤੁਸੀਂ ਤਾਂ ਕਿ ਆਪਾਂ ਨੂੰ ਜਾਣਕਾਰੀ 'ਚ ਵਾਧਾ ਹੋ ਜਾਏਗਾ। ਹਾਂਜੀ ਹੈ ਤਾਂ ਵੈਸੇ ਮੈਕਸਿਮਮ ਦੇਖਿਆ ਜਾਵੇ ਆਪਣੇ 100 ਦੇ ਤੇ ਹੀ ਹੁੰਦੀ ਹੈ, ਪਰ ਕਈ ਦੇਖੇ ਜੀ ਆਪਾਂ 2000 ਵਾਲੇ ਤੇ ਵੀ ਕਰਦੇ ਹਾਂ, 1000 ਦੇ 500 ਦੇ ਵੀ ਕਰੀ ਜਾਂਦੇ ਆ, ਬਟ ਉਹ 'ਚ ਕਿਤੇ ਲਿਖਿਆ ਵਾ ਕਿਤੇ ਨਹੀਂ ਜੀ ਪੜਿਆ। ਇਹ ਜਿਵੇਂ ਹੈਗੀ 100 ਦੇ ਤੇ ਹੀ ਹੈਗੀ ਹੈ ਜੀ ਹੁਣ ਤੱਕ ਤਾਂ। ਜੋ ਪ੍ਰੈਸੀਡੈਂਟ ਚੱਲਦਾ ਆ ਰਿਹਾ ਹੁੰਦਾ ਨਾ ਉਹਨੂੰ ਹੀ ਆਪਾਂ ਜਿਹਨੂੰ ਮੰਨਦੇ ਹਾਂ। ਰੂਟੀਨ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹੀ 100 ਰੁਪਏ ਦੇ ਸਟਾਂਪ ਤੇ ਇਹ ਅਸੀਂ ਟਾਈਪ ਕਰਵਾਉਂਦੇ ਹਾਂ। ਜਦੋਂ ਜਿਹੜਾ ਪ੍ਰੋਸੈਸ ਜਿਹੜਾ ਮਤਲਬ ਕਿ ਪ੍ਰੈਸੀਡੈਂਟ ਹੁੰਦਾ ਹੈ ਉਹ ਵੀ ਜਸਟ ਇੱਕ ਤਰ੍ਹਾਂ ਦਾ ਲਾਅ ਬਣ ਜਾਂਦਾ ਹੈ। ਠੀਕ ਹੈ, ਜੇ ਕਿਤੇ ਲਾਅ ਦੇ ਵਿੱਚ ਪ੍ਰੋਵੀਜ਼ਨ ਨਹੀਂ ਹੈਗੀ ਤਾਂ ਇਹ ਮੈਨੂੰ ਤਾਂ ਕਿਤੇ ਦਿਖੀ ਨਹੀਂ ਹੈਗੀ ਲਾਅ ਦੇ ਵਿੱਚ ਵੀ ਕਿੰਨੇ ਰੁਪਏ ਦਾ ਲੱਗੇ ਸਟਾਂਪ। ਠੀਕ ਹੈ ਜੀ, ਠੀਕ ਹੈ, ਹਾਂਜੀ, ਥੈਂਕ ਯੂ। ਐਨੀ ਕੁਐਸਚਨ ਰਘਵੀਰ ਸਿੰਘ ਜੀ, ਹਰਕਰਨ ਸਿੰਘ, ਬਲਦੇਵ ਰਾਜ, ਦਵਿੰਦਰਪਾਲ ਸਿੰਘ। ਹਾਂਜੀ ਸਰ ਇੱਕ ਗੱਲ ਦੱਸਿਓ ਜੀ। ਹਾਂਜੀ ਤਕਸੀਮ ਸਰ ਕਿੰਨੇ ਤਰ੍ਹਾਂ ਦੀ ਹੋਗੀ? 3 ਤਰ੍ਹਾਂ ਦੀ ਹੋਗੀ ਸਰ ਜੀ, 3 ਤਰ੍ਹਾਂ ਦੀ ਤਕਸੀਮ ਹੈ ਜੀ। ਜੇ ਕੁਐਸਚਨ ਹੀ ਆ ਜਾਂਦਾ, ਮੰਨ ਲਓ ਕੋਈ ਟੈਸਟ ਹੀ ਆ ਜਾਂਦਾ, ਹਾਂ ਆਪਾਂ ਇਹਨੂੰ ਲਿਖਾਂਗੇ ਵੀ ਜਿਹੜੀ ਪਾਰਟੀਸ਼ਨ ਹੈ 3 ਤਰੀਕੇ ਦੀ ਹੁੰਦੀ ਹੈ। ਮੇਰੀ ਬੁੱਕ ਪੜ੍ਹ ਲਿਓ, ਬੁੱਕ ਦੇ ਵਿੱਚ ਡਿਟੇਲ ਲਿਖੀ ਹੋਈ ਹੈ ਪ੍ਰੋਪਰ। ਉਹ ਜਿਹੜੀ ਗ੍ਰੀਨ ਬੁੱਕ ਹੈ ਉਹ ਪੜ੍ਹ ਲਿਓ ਤੁਸੀਂ, ਉਹਦੇ ਵਿੱਚ ਪੰਜਾਬੀ ਚ ਸਿੰਪਲ ਲੈਂਗੁਏਜ ਲਿਖਿਆ ਹੋਇਆ ਹੈਗਾ। ਠੀਕ ਹੈ, ਵੀ ਪਾਰਟੀਸ਼ਨ ਕਿਹੜੇ ਤਰੀਕੇ ਦੀ ਹੁੰਦੀ ਹੈ। ਹਾਂ, ਔਰ ਜਿਹੜਾ ਉਪਰੰਤ ਕਬਜ਼ਾ ਆਪਾਂ ਦਵਾਉਂਦੇ ਆ ਜੀ, ਇੱਕ ਤਾਂ ਆਪਣੀ ਤਕਸੀਮ 123 ਦੇ ਅੰਦਰ ਹੋ ਗਈ, ਉਹ ਤਾਂ 123 ਦੇ ਅੰਦਰ ਹੋਏਗਾ। ਜਿਹੜੀ
ਕੋਰਟ ਦੀ ਤਕਸੀਮ ਆਉਂਦੀ ਆ ਪਹਿਲੀ ਤਰੀਕੇ ਵਾਲੀ, ਉਹਦੇ ਸੈਕਸ਼ਨ 142 ਦੇ ਅੰਦਰ ਪਾਉਂਦੇ ਆ ਜੀ। ਦੇਖੋ ਜਿਹੜੀ ਕਬਜ਼ਾ ਕਾਰਵਾਈ ਜਿਹੜੀ ਜਿਹੜੀ ਤਕਸੀਮ ਰੈਵਨਿਊ ਆਫਿਸਰ ਵੱਲੋਂ ਅਫਰਮ ਕੀਤੀ ਜਾਂਦੀ ਹੈ ਜਾਂ ਰੈਵਨਿਊ ਜੀ। ਆਫਿਸਰ ਵੱਲੋਂ ਕੀਤੀ ਜਾਂਦੀ ਹੈ, ਉਹਨਾਂ ਦਾ ਕਬਜ਼ਾ ਕਾਰਵਾਈ ਸੇਮ ਹੈ। ਰੈਵਨਿਊ ਆਫਿਸਰ ਵੱਲੋਂ ਅਫਰਮ ਕੀਤੀ ਜਾਂਦੀ ਹੈ, ਜਿਵੇਂ ਅੱਜ ਪੜ੍ਹੀ ਸੀ ਆਪਾਂ ਨੇ, ਜਾਂ ਰੈਵਨਿਊ ਆਫਿਸਰ ਵੱਲੋਂ ਕੀਤੀ ਜਾਂਦੀ ਹੈ, ਉਹਦਾ ਕਬਜ਼ਾ ਕਾਰਵਾਈ ਸੇਮ ਹੈ। ਜਿਹੜੀ ਤਕਸੀਮ ਪ੍ਰਾਈਵੇਟ ਪਾਰਟੀਆਂ ਆਪਦੇ ਪੱਧਰ ਤੇ ਕਰਦੀਆਂ ਨੇ, ਇੰਤਕਾਲ ਸਿੱਧਾ ਦਰਜ ਕਰਾਉਂਦੀਆਂ, ਉਹ 'ਚ ਅਸੀਂ ਰੰਟ ਕਬਜ਼ਾ ਜਾਰੀ ਨਹੀਂ ਕਰਨਾ ਹੁੰਦਾ। ਉਹ ਤਾਂ ਦਖਲ ਕਾਰਵਾਈ ਹੋਣੀ ਨਹੀਂ ਜੀ ਉਹਦੀ ਤਾਂ। ਨਾ, ਉਹ 'ਚ ਦਖਲ ਕਾਰਵਾਈ ਨਹੀਂ ਹੁੰਦੀ, ਇਹ ਦੋਹਾਂ 'ਚ ਹੁੰਦੀ ਹੈ। ਇਹਨਾਂ ਦੋਨਾਂ 'ਚ ਹੁੰਦੀ ਹੈ, ਕਿਉਂਕਿ ਸੈਕਸ਼ਨ ਨਹੀਂ ਨਾਲ ਲਿਖਣ ਦੀ ਲੋੜ ਨਹੀਂ, ਕਿਹੜੇ ਸੈਕਸ਼ਨ ਦੇ ਅੰਦਰ ਆਪਾਂ ਕਰ ਰਹੇ ਹਾਂ। ਸੈਕਸ਼ਨ ਆਪਾਂ ਪੜ੍ਹੇ ਹੋਏ ਸਾਰੇ, ਜਿਹੜੇ ਹੁਣ ਪੜ੍ਹੇ ਸੀਗੇ। ਸੈਕਸ਼ਨ 125 ਸੀ, ਕਿਹੜਾ ਸੀਗਾ ਇਹ? 122 123 ਸੀਗਾ ਜੀ। ਹਾਂ, 121 22 ਦੇ ਅਸੀਂ ਸਨਦ ਜਾਰੀ ਕਰਦੇ ਹਾਂ। ਕਬਜ਼ਾ ਕਾਰਵਾਈ ਤਾਂ ਸੈਕਸ਼ਨ 123 ਔਰ 122 ਦੇ ਤਹਿਤ ਕਾਰਵਾਈ ਕੀਤੀ ਜਾਂਦੀ ਹੈ, ਕਬਜ਼ੇ ਕਾਰਵਾਈ ਦੀ। ਠੀਕ ਹੈ ਜੀ, ਠੀਕ ਹੈ। ਇਹ 'ਚ ਅੱਗੇ ਜਾ ਕੇ ਦੇਖੋ 123 ਦੀ ਗੱਲ ਕੀਤੀ ਗਈ, ਆਪਾਂ 123 ਦੀ ਗੱਲ ਕਰਦੇ ਹਾਂ। 123 ਦੀ ਕੀ ਹੁੰਦਾ? ਪ੍ਰਾਈਵੇਟਲੀ ਜਿਹੜੀ ਪਾਰਟੀਸ਼ਨ ਹੈ ਉਹਨੂੰ ਅਫੈਕਟ ਕਰਨਾ ਹੈਗਾ, ਠੀਕ ਹੈ। ਐਗਰੀ ਹੋ ਜਾਂਦੀ ਹੈ ਜੀ ਉਹਦੇ ਵਿੱਚ। ਉਹਦੇ ਵਿੱਚ ਉਹਦਾ 123 ਦੀ ਜਿਹੜੀ ਕਾਰਵਾਈ ਹੈ ਉਹਦੇ ਵਿੱਚ ਸੈਕਸ਼ਨ 119 20 21 22 ਲੱਗ ਜਾਂਦੀਆਂ ਨੇ। ਫਿਰ ਸਬ ਸੈਕਸ਼ਨ 2 ਦੇ ਵਿੱਚ ਕਿਹਾ ਹੈਗਾ, 123 ਦੇ ਸਬ ਸੈਕਸ਼ਨ 2 ਚ ਕਿਹਾ ਹੈਗਾ, ਜਦੋਂ ਰੈਵਨਿਊ ਆਫਿਸਰ ਕੋਲ ਇਦਾਂ ਦੀ ਕੋਈ ਐਪਲੀਕੇਸ਼ਨ ਆਉਂਦੀ ਹੈ ਤਾਂ ਉਹ ਸੈਕਸ਼ਨ 119 120 122 122 ਚ ਕਬਜ਼ਾ ਕਾਰਵਾਈ ਆ ਜਾਂਦੀ ਹੈ, 121 ਚ ਸਨਦ ਜਾਰੀ ਕਰੀ ਜਾਂਦੀ ਹੈ। ਠੀਕ ਹੈ ਜੀ, ਠੀਕ ਹੈ ਸਰ, ਥੈਂਕ ਯੂ ਜੀ। ਓਕੇ, ठीक है जी, क्लास इज ओवर, थैंक यू वेरी मच।